वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਸਤਬੀਰ ਸਿੰਘ। ਪੰਨਾ ਨੰਬਰ 191। ਭਾਗ 12। ਰਣਨੀਤੀ। ਆਨੰਦਪੁਰ ਦੀਆਂ 4 ਜੰਗਾਂ, 2 ਝੜਪਾਂ ਅਤੇ ਹੋਰ ਯੁੱਧ। ਰਣਨੀਤੀ। ਖਾਲਸਾ ਸਾਜਣ ਉਪਰੰਤ 11 ਦੇ ਕਰੀਬ ਜੰਗਾਂ ਗੁਰੂ ਜੀ ਨੂੰ ਲੜਨੀਆਂ ਪਈਆਂ। 6 ਦਾ ਮੈਦਾਨ ਤਾਂ ਆਨੰਦਪੁਰ ਹੀ ਰਿਹਾ। ਬਾਕੀ 5 ਵਿੱਚ ਨਿਰਮੋਹਗੜ੍ਹ, ਬਸਾਲੀ, ਸਰਸਾ, ਚਮਕੌਰ ਅਤੇ ਖਿਦਰਾਣੇ ਦੀ ਢਾਬ ਮੈਦਾਨ ਬਣੇ। ਇਹ ਠੀਕ ਰਹੇਗਾ ਕਿ ਜੰਗਾਂ, ਝੜਪਾਂ ਅਤੇ ਯੁੱਧਾਂ ਦਾ ਵਰਣਨ ਕਰਨ ਤੋਂ ਪਹਿਲਾਂ ਗੁਰੂ ਜੀ ਦੀ ਰਣਨੀਤੀ ਤੇ ਇੱਕ ਫਿਰਤੂ ਝਾਤ ਮਾਰ ਲਈ ਜਾਏ। ਗੁਰੂ ਗੋਬਿੰਦ ਸਿੰਘ ਜੀ 2.5 ਫੁੱਟ ਤੁਰਤ ਫੁਰਤ ਦੀ ਨੀਤੀ ਵਿੱਚ ਯਕੀਨ ਰੱਖਦੇ ਸਨ। ਭੰਗਾਣੀ ਦੀ ਇਤਨੀ ਵੱਡੀ ਜੰਗ ਦਾ ਫੈਸਲਾ ਕੇਵਲ 4.5 ਘੰਟਿਆਂ ਵਿੱਚ ਹੀ ਹੋ ਗਿਆ ਸੀ। ਨਦੌਣ ਇੱਕ ਹੱਲੇ ਵਿੱਚ ਹੀ ਜਿੱਤਿਆ ਗਿਆ। ਗੁਰੂ ਜੀ ਫੈਸਲੇ ਤੇ ਉਸ ਤੇ ਅਮਲ ਤੁਰੰਤ ਕਰਦੇ ਸਨ। ਘੋੜੇ ਫਰਤੀਲੇ ਅਤੇ ਰਾਕਲੇ ਤੋਪਾਂ ਵੀ ਫੱਟ ਪਹੁੰਚਾ ਦਿੰਦੇ ਸਨ। ਫਿਰ ਹਰ ਜੰਗ ਵਿੱਚ ਉਹਨਾਂ ਵਿਰੋਧੀ ਧਿਰ ਨੂੰ ਮਜਬੂਰ ਕੀਤਾ ਕਿ ਉਹ ਉਸ ਥਾਂ ਤੇ ਲੜੇ ਜਿੱਥੇ ਗੁਰੂ ਜੀ ਯੁੱਧ ਕਰਨਾ ਲੋੜੀਂਦੇ ਸਨ। ਉਸ ਦੀ ਰਣਨੀਤੀ ਦੇ ਮੁੱਢਲੇ ਸਿਧਾਂਤ: ਮਕਸਦ ਸਪਸ਼ਟ, ਸਿੱਧਾ ਤਿੱਖਾ ਹੱਲਾ, ਸਰਲਤਾ, ਕਮਾਨ ਇੱਕੋ ਹੱਥ, ਅਚਾਨਕ ਹਮਲਾ ਪਰ ਮਹਿਫੂਜ਼ ਘਾਟਾਂ, ਫੌਜਾਂ ਵਿੱਚ ਚੜ੍ਹਦੀ ਕਲਾ, ਤਤਫੱਟਤਾ ਤੇ ਲਚਕ ਸੀ। ਗੁਰੂ ਜੀ ਵਿਰੋਧੀ ਧਿਰ ਨੂੰ ਇਤਨਾ ਖਪਾ ਤੇ ਥਕਾ ਦਿੰਦੇ ਸਨ ਕਿ ਹਮਲਾਵਰ ਆਪਣੀ ਮੁਹਿੰਮ ਵਿੱਚੇ ਛੱਡ ਦੌੜਨਾ ਲੋੜਦੇ ਸਨ। ਅਗਵਾਈ ਦੇ ਮੁੱਖ ਆਧਾਰਾਂ ਨੂੰ ਵੀ ਕਦੇ ਢਿੱਲਾ ਨਾ ਛੋੜਿਆ। ਆਪ ਅੱਗੇ ਹੋ ਕੇ ਅਗਵਾਈ ਕਰਦੇ, ਕਿਸੇ ਜੰਗ ਵਿੱਚ ਵੀ ਪਿੱਛੇ ਨਹੀਂ ਰਹੇ। ਜ਼ਬਤ ਨੂੰ ਕਿਸੇ ਹਿੱਲੇ ਢਿੱਲਾ ਨਾ ਹੋਣ ਦਿੰਦੇ। ਜੇ ਬਾਬਾ ਅਜੀਤ ਸਿੰਘ ਮਿੱਥੀ ਹੱਦ ਤੋਂ ਅੱਗੇ ਫੌਜ ਲੈ ਗਏ ਤਾਂ ਉਸ ਨੂੰ ਵੀ ਤਾੜਨਾ ਕੀਤੀ। ਰਹਿਤ ਪਿਆਰੀ ਮੋਹਿਕੋ ਦਾ ਆਦਰਸ਼ ਹਰ ਸਿੱਖ ਵਿੱਚ ਭਰ ਦਿੱਤਾ ਸੀ। ਹੌਸਲਾ ਕਦੇ ਵੀ ਨਾ ਢਹਿਣ ਦਿੱਤਾ। ਇਰਵਿਨ ਨੇ ਖੂਬ ਲਿਖਿਆ ਹੈ ਕਿ ਗੁਰੂ ਨਾਲ ਸਿੱਖਾਂ ਦੀ ਉਨਸ, ਲਗਾਓ ਅਤੇ ਸਿਦਕ ਅਸਚਰਜਤਾ ਦੀ ਹੱਦ ਤੀਕ ਪੁੱਜਾ ਹੋਇਆ ਸੀ। ਮੌਤ ਦਾ ਡਰ ਉਹਨਾਂ ਦੀਆਂ ਹੱਡੀਆਂ ਵਿੱਚ ਨਹੀਂ ਸੀ ਰਿਹਾ। ਹਰ ਕੋਈ ਆਪਣੇ ਆਪ ਨੂੰ 1.25 ਲੱਖ ਬਰਾਬਰ ਗਿਣਦਾ ਸੀ। ਹਰ ਇੱਕ ਫੌਜੀ ਦਾ ਇੱਕ ਦੂਜੇ ਨਾਲ ਸਕੇ ਭਰਾਵਾਂ ਨਾਲੋਂ ਵੱਧ ਪਿਆਰ ਸੀ। ਸਿੱਖ ਪੈ ਵਾਰਤ ਪ੍ਰਾਣ ਦਾ ਨਮੂਨਾ ਹਰ ਕੋਈ ਦੇਖ ਸਕਦਾ ਸੀ। ਹਰ ਸਿੱਖ ਵਿੱਚ ਗੁਰੂ ਜੀ ਨੇ ਆਪਣਾ ਰੂਪ ਹੀ ਭਰ ਦਿੱਤਾ ਸੀ। ਜਰਨੈਲ ਉਹਨਾਂ ਜੈਸਾ ਕੋਈ ਹੈ ਨਹੀਂ ਸੀ ਅਤੇ ਸਿਪਾਹੀ ਵੀ ਕੋਈ ਹੋਰ ਉਹਨਾਂ ਜਿਹਾ ਨਹੀਂ ਸੀ। ਘੋੜਸਵਾਰ ਉਹਨਾਂ ਜੈਸਾ ਕੋਈ ਹੈ ਨਹੀਂ ਸੀ ਅਤੇ ਤੈਰਾਕੀ ਉਹਨਾਂ ਜਿਹੀ ਕੋਈ ਕਰ ਨਹੀਂ ਸੀ ਸਕਦਾ। ਨਿਸ਼ਾਨੇਬਾਜ਼ ਇਤਨੇ ਕਿ ਉੜਦੇ ਪੰਛੀ ਫੁੰਡ ਲੈਂਦੇ ਅਤੇ ਤੀਰ ਅੰਦਾਜ਼ ਐਸੇ ਕਿ ਇੱਕੋ ਵਾਰੀ ਕਮਾਨ ਵਿੱਚੋਂ 4 ਤੀਰ ਵੱਖ-ਵੱਖ ਨਿਸ਼ਾਨਿਆਂ ਤੇ ਮਾਰ ਲੈਂਦੇ। ਖੱਬੇ ਸੱਜੇ ਦੋਹਾਂ ਹੱਥਾਂ ਨਾਲ ਗੁਰੂ ਜੀ ਤੀਰ ਚਲਾ ਸਕਦੇ ਸਨ। 3 ਮੀਲ ਤੱਕ ਉਹਨਾਂ ਦਾ ਛੱਡਿਆ ਤੀਰ ਮਾਰ ਕਰ ਸਕਦਾ ਸੀ। 212 ਕਿਸਮ ਦੇ ਹਥਿਆਰ ਉਹ ਵਰਤਣਾ ਅਤੇ ਚਲਾਉਣਾ ਜਾਣਦੇ ਸਨ। ਦੁਸ਼ਮਣ ਯੋਧੇ ਦੀ ਵੀ ਬਹੁਤ ਹੀ ਕਦਰ ਕਰਦੇ ਸਨ। ਕਦੇ ਪਗੜੀ ਢੱਠੇ ਤੇ ਵਾਰ ਨਾ ਕਰਨ ਦਿੰਦੇ। ਇਹ ਹੁਕਮ ਵੀ ਦੇ ਰੱਖਿਆ ਸੀ, ਭਾਗੇ ਅਗਰ ਮਗਰ ਨਹੀਂ ਕੀਜੇ। ਸ਼ਾਸਤਰਾਂ ਦਾ ਸਤਿਕਾਰ ਆਪ ਕਰਦੇ ਅਤੇ ਸਿੱਖਾਂ ਨੂੰ ਕਰਨ ਲਈ ਕਹਿੰਦੇ। ਇੱਕ ਵਾਰੀ ਸ਼ਾਸਤਰ ਉਤਾਰ ਕੇ ਰੱਖੇ ਹੋਏ ਸਨ ਅਤੇ ਉੱਤੇ ਸਿੱਖ ਚੌਰ ਵੀ ਕਰ ਰਿਹਾ ਸੀ ਕਿ ਮੱਖੀ ਤੱਕ ਨਾ ਬੈਠੇ। ਸੈਫ ਸਿਰੋਹੀ ਸਹਿਥੀ ਯਹ ਹਮਾਰੇ ਪੀਰ ਉਹਨਾਂ ਦਾ ਹੀ ਕਥਨ ਹੈ। ਕਿਸੇ ਦੀ ਮਾਂ ਬੇਟੀ ਨੂੰ ਹੱਥ ਤੱਕ ਨਾ ਲਗਾਉਣ ਦਾ ਹੁਕਮ ਸੀ। ਹਮਲੇ ਜਾਣੇ ਪੰਥ ਉਚੇਰੇ ਉਹਨਾਂ ਦਾ ਹੀ ਫਰਮਾਨ ਸੀ। ਜੰਗ ਨੂੰ ਖਤਮ ਕਰਨ ਲਈ ਹੀ ਕਰਦੇ ਸਨ। ਸਭ ਹੀਲੇ ਮੁੱਕ ਜਾਣ ਤਾਂ ਤਲਵਾਰ ਦੀ ਮੁੱਠ ਅਤੇ ਹੱਥ ਰੱਖਣਾ ਧਰਮ ਹੈ। ਇਹ ਹੀ ਔਰੰਗਜ਼ੇਬ ਨੂੰ ਲਿਖਿਆ ਸੀ। ਆਨੰਦਪੁਰ ਦੀ ਪਹਿਲੀ ਜੰਗ। ਸ਼੍ਰੀ ਗੁਰੂ ਸੋਭਾ ਦੇ ਲਿਖਾਰੀ ਸੈਨਾਪਤੀ ਨੇ ਲਿਖਿਆ ਹੈ ਕਿ ਅੰਮ੍ਰਿਤ ਛਕ ਕੇ ਬਹੁਤ ਲੋਕੀ ਆਪਣੇ ਘਰਾਂ ਨੂੰ ਨਵਾਂ ਉਤਸ਼ਾਹ ਲੈ ਕੇ ਮੁੜੇ। ਜਿੱਥੇ ਵੀ ਉਹ ਪੁੱਜੇ ਉਸੇ ਇਲਾਕੇ ਨੇ ਆਪਣੇ ਆਪ ਨੂੰ ਸੁਰੱਖਿਅਤ ਪਾਇਆ। ਪਹਾੜੀ ਰਾਜਿਆਂ ਨੇ ਇਹ ਸਭ ਕੁਝ ਆਪਣੇ ਵਿਰੁੱਧ ਹੀ ਜਾਣਿਆ ਅਤੇ ਉਹ ਉਪਰਾਲੇ ਕਰਨ ਲੱਗੇ ਕਿ ਅੱਗੋਂ ਗੁਰੂ ਅੰਮ੍ਰਿਤ ਛਕਾਉਣਾ ਬੰਦ ਕਰ ਦੇਣ। ਉਹਨਾਂ ਔਰੰਗਜ਼ੇਬ ਨੂੰ ਦੱਖਣ ਲਿਖਿਆ ਕਿ ਇਸ ਉੱਠ ਰਹੀ ਅਤੇ ਵੱਧ ਰਹੀ ਤਾਕਤ ਨੂੰ ਰੋਕਿਆ ਜਾਏ। ਭਾਈ ਸੁੱਖਾ ਸਿੰਘ ਕਰਤਾ ਗੁਰਬਿਲਾਸ ਅਨੁਸਾਰ ਪਹਾੜੀ ਰਾਜਿਆਂ ਨੇ ਦਿੱਲੀ ਤੋਂ ਕੁਝ ਮੁਫਤੀਆਂ, ਕਾਜ਼ੀਆਂ ਅਤੇ ਨਕਸ਼ਬੰਦੀਆਂ ਦੇ ਦਸਖਤਾਂ ਹੇਠਾਂ ਇੱਕ ਅਰਜ਼ਦਾਸ਼ਤ ਖਾਸ ਕਾਸਦ ਹੱਥ ਬਾਦਸ਼ਾਹ ਪਾਸ ਭੇਜੀ। ਉਸ ਅਰਜ਼ਦਾਸ਼ਤ ਵਿੱਚ
ਪਿਛਲਾ ਸਾਰਾ ਇਤਿਹਾਸ ਲਿਖਿਆ ਅਤੇ ਖਾਲਸਾ ਸਾਜਣ ਦੀ ਵਾਰਤਾ ਲਿਖੀ। ਚਾਰ ਬਰਨ ਇੱਕ ਜਾਂ ਇਨ ਕੀਨੇ, ਅੰਮ੍ਰਿਤ ਨਿਜ ਉਪਦੇਸ਼ ਸੁਕੀਨੇ। ਸਾਨੂੰ ਵੀ ਖਾਲਸਾ ਸਾਜਣ ਲਈ ਕਿਹਾ, ਪਰ ਅਸਾਂ ਇਨਕਾਰ ਕਰ ਦਿੱਤਾ। ਉਹ ਗੁਰੂ ਗੋਬਿੰਦ ਸਿੰਘ ਇਹ ਵੀ ਆਖ ਰਹੇ ਹਨ ਕਿ ਐਸਾ ਖਾਲਸਾ ਸਾਜਿਆ ਹੈ ਜੋ ਹਿੰਦੂ ਮੁਸਲਮਾਨਾਂ ਦੀਆਂ ਅੱਖਾਂ ਵਿੱਚ ਤੀਲੇ ਵਾਂਗੂ ਰੜਕੇਗਾ ਅਤੇ ਦੋਹਾਂ ਨੂੰ ਚੈਨ ਨਾਲ ਸੌਣ ਨਹੀਂ ਦੇਵੇਗਾ। ਐਸਾ ਪੰਥ ਚਲਾਉਂਗੇ ਜਾਣੇਗਾ ਸਭ ਕੋਈ, हिंदू मुसलमान के चपल में तेरन होए। रड़केगा वह दोहन के सोए न सखे रैन, हिंदू मुसलमान को आवे नहीं चैन। ਅਤੇ ਮਲੇਸ਼ ਦੀ ਸਫਾ ਉਠਾ ਦਿੱਤੀ ਜਾਏਗੀ। ਗੁਰ ਇੱਕ ਇਨਕਲਾਬ ਜਿਹਾ ਵਰਪਾ ਪਾ ਰਿਹਾ ਹੈ। ਆਖਿਰ ਵਿੱਚ ਬੇਨਤੀ ਕੀਤੀ ਕਿ ਅਬ ਹਮਰੋ ਉਪਰਾਲਾ ਕੀਜੇ, ਆਨੰਦਗੜ੍ਹ ਹਮਕੋ ਲੈ ਦੀਜੇ। ਇੱਧਰ ਰਾਜਾ ਕਹਿਲੂਰ ਨੇ ਹਡੂਰ ਨੂੰ ਲਿਖਿਆ ਕਿ ਆਨੰਦਪੁਰ ਦਾ ਘੇਰਾ ਘੱਤ ਕੇ ਯੁੱਧ ਕਰਨਾ ਚਾਹੀਦਾ ਹੈ, ਪਰ ਉਹ ਸਾਰੇ ਹੀ ਗੁਰੂ ਜੀ ਦੀ ਮਜ਼ਬੂਤ ਸ਼ਕਤੀ ਨੂੰ ਜਾਣਦੇ ਸਨ, ਇਸ ਲਈ ਔਰੰਗਜ਼ੇਬ ਦੇ ਹੁਕਮ ਦੀ ਉਡੀਕ ਵਿੱਚ ਸਨ। ਸਰਹਿੰਦ ਦੇ ਨਵਾਬ ਨੂੰ ਆਗਿਆ ਮਿਲੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਵੱਧਦੀ ਤਾਕਤ ਨੂੰ ਰੋਕੇ। ਦੀਨਾ ਬੇਗ ਤੇ ਪੈਂਦੇ ਖਾਂ ਦੀ ਅਗਵਾਈ ਹੇਠਾਂ ਫੌਜ ਭੇਜੀ ਗਈ। ਆਨੰਦਪੁਰ ਦੇ ਖੁੱਲ੍ਹੇ ਮੈਦਾਨ ਵਿੱਚ ਜੰਗ ਆਰੰਭ ਹੋ ਗਈ। ਵੱਡੇ ਸਾਹਿਬਜ਼ਾਦੇ ਜੋ ਅਜੇ ਮਸਾਂ 14 ਕੁ ਸਾਲ ਦੇ ਸਨ ਨੇ ਖੂਬ ਹੱਥ ਦਿਖਾਏ। ਸੈਨਾਪਤੀ ਦਾ ਲਿਖਣਾ ਕਿ ਬਾਬਾ ਅਜੀਤ ਸਿੰਘ ਨੇ ਤਕਰੀਬਨ ਸਾਰੀ ਫੌਜ ਨੂੰ ਹੀ ਭਾਸ਼ ਦੇ ਦਿੱਤੀ ਅਤੇ ਰਾਜੇ ਘਬਰਾ ਗਏ। ਰਾਜਨ ਕੀ ਸੁਧ ਬੁੱਧ ਗਈ, ਭਇਓ ਯੁੱਧ ਜਬ ਜੋਰ। ਲਰਤ ਸਿੰਘ ਰਣਜੀਤ ਤਹਿ, ਫੌਜ ਦਈ ਸਭ ਮੋਰ। ਫੌਜ ਨੂੰ ਪਿੱਛੇ ਮੁੜਦਾ ਦੇਖ ਪੈਂਦੇ ਖਾਂ ਅੱਗੇ ਵਧਿਆ ਅਤੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਲਕਾਰਿਆ ਕਿ ਉਹ ਸਿੱਧੇ ਮੁਕਾਬਲੇ ਲਈ ਸਾਹਮਣੇ ਆਉਣ। ਪੈਂਦੇ ਖਾਂ ਦਾ ਸਾਰਾ ਸਰੀਰ ਸੰਜੋਅ ਨਾਲ ਢਕਿਆ ਹੋਇਆ ਸੀ, ਕੇਵਲ ਕੰਨ ਹੀ ਢਕੇ ਬਗੈਰ ਸਨ। ਪੈਂਦੇ ਖਾਂ ਨੇ ਪਹਿਲਾ ਤੀਰ ਚਲਾਇਆ, ਪਰ ਗੁਰੂ ਜੀ ਤੱਕ ਨਾ ਪਹੁੰਚ ਸਕਿਆ। ਗੁਰੂ ਜੀ ਨੇ ਘੋੜੇ ਨੂੰ ਮੋੜ ਕੇ ਪੈਂਦੇ ਖਾਂ ਦੇ ਕੰਨਾਂ ਦਾ ਨਿਸ਼ਾਨਾ ਬਣਾ ਕੇ ਐਸਾ ਤੀਰ ਮਾਰਿਆ ਕਿ ਉਹ ਉੱਥੇ ਹੀ ਚਿੱਤ ਹੋ ਗਿਆ। ਦੀਨਾ ਬੇਗ ਵੀ ਸਖਤ ਫੱਟੜ ਹੋਇਆ ਅਤੇ ਫੌਜਾਂ ਸਮੇਤ ਉਹ ਭੱਜ ਉੱਠਿਆ। ਇਹ ਜੰਗ ਦਸੰਬਰ 1699 ਜਨਵਰੀ 1700 ਈਸਵੀ ਨੂੰ ਹੋਈ। ਗੁਰੂ ਜੀ ਨੇ ਇਹ ਜਾਣ ਲਿਆ ਕਿ ਜੰਗਾਂ ਦਾ ਮੁੱਢ ਹੈ, ਸੋ ਉਹਨਾਂ ਕਿਲੇ ਹੋਰ ਮਜ਼ਬੂਤ ਕਰ ਲਏ। ਆਨੰਦਪੁਰ ਦੀ ਦੂਜੀ ਜੰਗ। ਸ਼ਹਿਜ਼ਾਦਾ ਮੁਅੱਜ਼ਮ ਕੋਈ ਖਾਸ ਦਿਲਚਸਪੀ ਨਹੀਂ ਸੀ ਲੈ ਰਿਹਾ ਅਤੇ ਪੰਜਾਬ ਦਾ ਕੋਈ ਗਵਰਨਰ ਵੀ ਨਹੀਂ ਸੀ। ਔਰੰਗਜ਼ੇਬ ਨੇ 14 ਅਕਤੂਬਰ 1700 ਈਸਵੀ ਨੂੰ ਜ਼ਬਰਦਸਤ ਖਾਂ ਨੂੰ ਪੰਜਾਬ ਦਾ ਗਵਰਨਰ ਥਾਪਿਆ, ਪਰ ਉਹ ਪੁੱਜ ਨਾ ਸਕਿਆ। ਪਹਾੜੀ ਰਾਜਿਆਂ ਨੇ ਆਪੂ ਹੀ ਸਾਂਝੇ ਹਮਲੇ ਦਾ ਫੈਸਲਾ ਕੀਤਾ ਅਤੇ ਆਨੰਦਪੁਰ ਛੱਡਣ ਲਈ ਆਖਰੀ ਚੇਤਾਵਨੀ ਭੇਜੀ ਕਿ ਗੁਰੂ ਈਨ ਮੰਨ ਲੈਣ, ਆਨੰਦਪੁਰ ਵਾਲੀ ਜ਼ਮੀਨ ਦਾ ਕਿਰਾਇਆ ਦੇਣ ਅਤੇ ਅੱਗੇ ਤੋਂ ਹਰ ਸਾਲ ਕਰ ਦਿੰਦੇ ਰਹਿਣ। ਗੁਰੂ ਜੀ ਨੇ ਉੱਤਰ ਵਜੋਂ ਇਹ ਹੀ ਲਿਖਿਆ ਕਿ ਜ਼ਮੀਨ ਦਾ ਪੂਰਾ ਮੁੱਲ ਗੁਰੂ ਪਿਤਾ ਤੇਗ ਬਹਾਦਰ ਜੀ ਨੇ ਤਾਰ ਦਿੱਤਾ ਸੀ ਅਤੇ ਹੋਰ ਅਦਾਇਗੀ ਨੇਜੇ ਦੀ ਨੋਕ 'ਤੇ ਹੀ ਹੋ ਸਕਦੀ ਹੈ। ਅਭਿਮਾਨ ਵਿੱਚ ਕੋਈ ਗੱਲ ਰਾਜਿਆਂ ਨੂੰ ਨਹੀਂ ਕਰਨੀ ਚਾਹੀਦੀ। ਪਹਾੜੀ ਰਾਜਿਆਂ ਨੇ ਜੰਗ ਦਾ ਐਲਾਨ ਕਰ ਦਿੱਤਾ ਅਤੇ ਮੁਕਾਮੀ ਰੰਗੜਾਂ ਤੇ ਗੁੱਜਰਾਂ ਨੂੰ ਵੀ ਆਪਣੀ ਫੌਜ ਵਿੱਚ ਸ਼ਾਮਿਲ ਕਰਕੇ ਆਨੰਦਪੁਰ 'ਤੇ ਹਮਲਾ ਬੋਲ ਦਿੱਤਾ। ਜਦ ਸਿੱਖਾਂ ਨੇ ਆਨੰਦਪੁਰ 'ਤੇ ਫਿਰ ਹਮਲੇ ਦੀ ਖਬਰ ਸੁਣੀ ਤਾਂ ਉਹ ਆਨੰਦਪੁਰ ਵੱਲ ਹਥਿਆਰਾਂ ਸਮੇਤ ਚੱਲ ਪਏ। ਘੇਰਾ ਪਾਈ ਫੌਜਾਂ ਦੇ ਪਿੱਛੋਂ ਮਾਝੇ ਅਤੇ ਮਾਲਵੇ ਤੋਂ ਆਏ ਸਿੰਘਾਂ ਨੇ ਐਸਾ ਹਮਲਾ ਕੀਤਾ ਕਿ ਪਹਾੜੀਆਂ ਤੇ ਰੰਗੜਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਭਾਈ ਦਇਆ ਸਿੰਘ, ਆਲਮ ਸਿੰਘ ਅਤੇ ਉਦੇ ਸਿੰਘ ਨੇ ਐਸੇ ਹੱਥ ਦਿਖਾਏ ਕਿ ਵਿਰੋਧੀ ਫੌਜਾਂ ਦਾ ਸੰਭਲਣਾ ਮੁਸ਼ਕਿਲ ਹੋ ਗਿਆ। ਅੰਦਰੋਂ ਬਾਹਰੋਂ ਵਾਰ ਹੁੰਦੇ ਦੇਖ ਪਹਾੜੀ ਰਾਜੇ ਸ਼ਾਮ ਹੋਣ ਤੋਂ ਪਹਿਲਾਂ ਹੀ ਪਿੱਛੇ ਹਟ ਗਏ। ਦੂਜੇ ਦਿਨ ਫਿਰ ਉਹਨਾਂ ਹਮਲੇ ਕੀਤੇ, ਪਰ ਸਿੱਧੇ ਟਾਕਰੇ ਸਫਲਤਾ ਪ੍ਰਾਪਤ ਨਾ ਕਰਦੇ ਦੇਖ ਆਨੰਦਪੁਰ ਦਾ ਪੱਕਾ ਘੇਰਾ ਘੱਤ ਲਿਆ। ਬਾਹਰੋਂ ਰਸਦਾਂ ਤੇ ਰੁਕਾਵਟ ਪਾ ਦਿੱਤੀ। 2 ਮਹੀਨੇ ਉਹਨਾਂ ਘੇਰੀ ਰੱਖਿਆ, ਪਰ ਅੰਦਰੋਂ ਢਹਿੰਦੀ ਕਲਾ ਦੇ ਜਦ ਕੋਈ ਸੰਕੇਤ ਨਾ ਮਿਲੇ ਤਾਂ ਮਸਤ ਹਾਥੀ ਤੋਂ ਆਨੰਦਗੜ੍ਹ ਕਿਲੇ ਦਾ ਦਰਵਾਜ਼ਾ ਤੜਵਾਉਣ ਦੀ ਵਿਉਂਤ ਉਹਨਾਂ ਬਣਾਈ। ਗੁਰੂ ਜੀ ਨੂੰ ਜਦ ਇਸ ਮਨਸੂਬੇ ਦਾ ਪਤਾ ਲੱਗਾ ਤਾਂ ਉਹਨਾਂ ਮੁਸਕਰਾ ਕੇ ਕਿਹਾ, ਉਹਨਾਂ ਪਾਸ ਵੀ ਇੱਕ ਹਾਥੀ ਹੈ। ਉਹਨਾਂ ਦਾ ਇਸ਼ਾਰਾ ਦੁਨੀ ਚੰਦ ਵੱਲ ਸੀ। ਦੁਨੀ ਚੰਦ ਤਾਂ ਇਹ ਸੁਣ ਕੇ ਕਿਲੇ ਦੀ ਦੀਵਾਰ ਟੱਪ ਕੇ ਭੱਜ ਗਿਆ ਅਤੇ ਲੱਤ ਵੀ ਤੁੜਵਾ ਬੈਠਾ। ਭਾਈ ਦੁਨੀ ਚੰਦ ਭਾਈ ਸਾਲੋ ਦੇ ਖਾਨਦਾਨ ਵਿੱਚੋਂ ਸਨ ਅਤੇ ਜਦ ਉਹ ਲੱਤ ਤੁੜਵਾ ਕੇ ਘਰ ਪੁੱਜੇ ਤਾਂ ਸਭ ਨੇ ਫਿਟਕਾਰ ਪਾਈ। ਸੱਪ ਲੜਨ ਨਾਲ ਦੁਨੀ ਚੰਦ ਦੀ ਮੌਤ ਹੋ ਗਈ। ਦੁਨੀ ਚੰਦ ਜੀ ਦੇ ਦੋਵੇਂ ਪੋਤਰੇ ਭਾਈ ਅਨੂਪ ਸਿੰਘ ਅਤੇ ਭਾਈ ਸਰੂਪ ਸਿੰਘ ਪਿਤਾ ਦਾ ਦਾਗ ਧੋਣ ਲਈ ਆਨੰਦਪੁਰ ਵੱਲ ਚੱਲ ਪਏ। ਦੋਏ ਪੋਤਰੇ ਸੁਨ ਅਪਵਾਦਾ ਨਹੀਂ ਸਹਾਰਤ ਹੋਤ ਬਿਖਾਦਾ। ਇਹਨਾਂ ਦੋਵਾਂ ਨੇ ਨਿਰਮੋਹ ਗੜ੍ਹ ਦੀ ਜੰਗ ਵਿੱਚ ਸ਼ਹਾਦਤ ਪਾਈ। ਦੁਨੀ ਚੰਦ ਦੇ ਭੱਜ ਜਾਣ ਤੇ ਮਹਾਰਾਜ ਨੇ ਫਰਮਾਇਆ ਸੀ ਕਿ ਕੈਸਾ ਮੂੜ ਹੈ ਦੁਨੀ ਚੰਦ, ਜੋ ਹਾਥੀ ਦੇ ਟਾਕਰੇ ਵਿੱਚ ਮੌਤ ਤੋਂ ਡਰ ਭੱਜਿਆ ਹੈ ਅਤੇ ਉਹ ਨਹੀਂ ਜਾਣਦਾ ਕਿ ਮੌਤ ਤਾਂ ਹਰ ਪਲ, ਹਰ ਕਦਮ ਅਤੇ ਹਰ ਹਾਲ ਖੜੀ ਹੈ।
आगे हूँ काल धरे अस, गाजत छाजत है जह ते निस अइय, जां ते न छूटिय मूड़ कहूँ हस, ताकि न कहो सरनागत जइय। ਗੁਰਬਿਲਾਸ ਨੇ ਵੀ ਕਲਗੀਧਰ ਦੇ ਇਹ ਬਚਨ ਲਿਖੇ ਹਨ। ਜੋ ਸਨਮੁਖ ਸੋ ਮੇਲ ਲਿਹੋ, ਭਜੇ ਸੋ ਦੇਵੇ ਜਾਣ। ਗੁਰੂ ਜੀ ਨੇ ਦਿਨ ਚੜ੍ਹੇ ਭਾਈ ਮਣੀ ਸਿੰਘ ਦੇ ਸਪੁੱਤਰ ਭਾਈ ਬਚਿੱਤਰ ਸਿੰਘ ਨੂੰ ਨਾਗਣੀ ਤੇ ਥਾਪੀ ਦੇ ਕੇ ਕਿਲੇ ਦੀ ਦੀਵਾਰ ਤੇ ਭੇਜ ਦਿੱਤਾ। ਪਹਾੜੀਆਂ ਦਾ ਭੇਜਿਆ ਮਸਤ ਹਾਥੀ ਜਦ ਦਰਵਾਜ਼ੇ ਵੱਲ ਵਧਿਆ ਤਾਂ ਭਾਈ ਜੀ ਨੇ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਗਜਾ ਕੇ ਅੱਖਾਂ ਦੇ ਫੋਰ ਵਿੱਚ ਬਿਜਲੀ ਦੇ ਕੁੰਦਨ ਵਾਂਗ ਘੋੜੇ ਨੂੰ ਭਜਾ ਹਾਥੀ ਪਾਸ ਲੈ ਜਾ ਕੇ ਦੋਨਾਂ ਪੈਰਾਂ ਦਾ ਭਾਰ ਘੋੜੇ ਦੀ ਰਕਾਬ ਵਿੱਚ ਪਾ ਦਿੱਤਾ। ਐਸਾ ਜ਼ੋਰ ਦਾ ਹਾਥੀ ਦੇ ਮਸਤਕ ਬਰਛਾ ਮਾਰਿਆ ਕਿ ਨਾਗਣੀ ਉਸ ਦੇ ਮੱਥੇ ਨੂੰ ਚੀਰ ਗਈ ਅਤੇ ਹਾਥੀ ਚੀਕਦਾ ਚਹਾੜਦਾ ਪਹਾੜੀ ਫੌਜਾਂ ਨੂੰ ਹੀ ਲਿਤਾੜਨ ਲੱਗਾ। ਜਦ ਸਭ ਹੀਲੇ ਉਪਰਾਲੇ ਨਿਸਫਲ ਹੋ ਗਏ ਅਤੇ ਯੁੱਧ ਵਿੱਚ ਖਾਲਸੇ ਦਾ ਹੱਥ ਹਰ ਥਾਂ ਉੱਤੇ ਹੀ ਦੇਖਿਆ ਤਾਂ ਉਹਨਾਂ ਦੇ ਵਜ਼ੀਰ ਪਰਮਾਨੰਦ ਦੇ ਦਾ ਖੇਡਣ ਲਈ ਕਿਹਾ ਕਿ ਗੁਰੂ ਜੀ ਨੂੰ ਬੇਨਤੀ ਕੀਤੀ ਜਾਏ ਕਿ ਕੁਝ ਚਿਰ ਲਈ ਉਹ ਅਨੰਦਪੁਰ ਛੱਡ ਦੇਣ ਤਾਂ ਕਿ ਉਹਨਾਂ ਦੀਆਂ ਫੌਜਾਂ ਵਾਪਸ ਜਾ ਸਕਣ ਅਤੇ ਉਹਨਾਂ ਦਾ ਨੱਕ ਨਮੂਜ ਬਚ ਜਾਏ। ਇਹ ਬੇਨਤੀ ਉਹਨਾਂ ਗਊ ਦੇ ਗੋਬਰ ਨਾਲ ਕਾਗਜ਼ ਤੇ ਲਿਖ ਕੇ ਆਨੰਦਗੜ੍ਹ ਦੇ ਵੱਡੇ ਦਰਵਾਜ਼ੇ ਤੇ ਚਿਪਕਾ ਦਿੱਤੀ ਅਤੇ ਨਾਲ ਹੀ ਆਪਣੀ ਸੱਚਾਈ ਦਾ ਯਕੀਨ ਦਿਲਵਾਉਣ ਲਈ ਇੱਕ ਗਊ ਵੀ ਦਰਵਾਜ਼ੇ ਤੇ ਬੰਨ੍ਹ ਗਏ। ਗੁਰੂ ਮਹਾਰਾਜ ਨੇ ਵੀ ਵਿਚਾਰ ਕੀਤੀ ਕਿ ਜੇ ਇਤਨੀ ਗੱਲ ਨਾਲ ਉਹ ਘੇਰਾ ਤੋੜਨ ਤੇ ਵਾਪਸ ਜਾਣ ਨੂੰ ਤਿਆਰ ਹਨ ਤਾਂ ਕੋਈ ਹਰਜ ਨਹੀਂ। ਨਾਲ ਹੀ ਉਹ ਮਿਲੇ ਸਮੇਂ ਨੂੰ ਮਾਲਵੇ ਦੇ ਦੌਰੇ ਲਈ ਵਰਤਣਾ ਚਾਹੁੰਦੇ ਸਨ। ਸੋ ਪਰਉਪਕਾਰ ਗੁਰੂ ਨੇ ਆਪਣੀਆਂ ਫੌਜਾਂ ਸਮੇਤ ਆਨੰਦਪੁਰ ਛੱਡ ਦਿੱਤਾ ਅਤੇ 3 ਮੀਲ ਦੂਰ ਪਿੰਡ ਨਿਰਮੋਹੀ ਜਾ ਟਿਕੇ। ਨਿਰਮੋਹੀ ਦੀ ਜੰਗ। ਨਿਰਮੋਹੀ ਇੱਕ ਉੱਚੇ ਟਿੱਬੇ ਤੇ ਕੱਚੀ ਗੜੀ ਸੀ ਜੋ ਗੁਰੂ ਜੀ ਨੇ ਪਿੰਡ ਲਾਗੇ ਆਪੂ ਹੀ ਬਣਵਾਈ ਸੀ। ਇਹ ਪਨਾਹਗਾਹ ਵੀ ਸੀ ਅਤੇ ਬਾਹਰੋਂ ਆਏ ਹਮਲਾਵਰਾਂ ਨੂੰ ਆਨੰਦਪੁਰ ਤੋਂ ਬਾਹਰ ਹੀ ਰੋਕਣ ਦੀ ਚੰਗੀ ਥਾਂ ਵੀ ਸੀ। ਗੁਰੂ ਜੀ ਅਜੇ ਨਿਰਮੋਹੀ ਪੁੱਜੇ ਸਨ ਕਿ ਕਹਿਲੂਰ ਦੀਆਂ ਫੌਜਾਂ ਨੇ ਹੱਲਾ ਬੋਲ ਦਿੱਤਾ। ਸਿੱਖ ਫੌਜਾਂ ਅਜੇ ਪਿੱਛੇ ਆ ਰਹੀਆਂ ਸਨ। ਪਹਾੜੀਆਂ ਦਾ ਖਿਆਲ ਸੀ ਕਿ ਤੋਪਾਂ ਦੀ ਮਾਰ ਇਹ ਗੜੀ ਪਲ ਭਰ ਲਈ ਵੀ ਨਹੀਂ ਟਿਕਣ ਲੱਗੀ, ਪਰ ਗੁਰੂ ਜੀ ਦੇ ਤੀਰਾਂ ਅੱਗੇ ਮੁਗਲਈ ਫੌਜ ਇਕਮੁੱਠ ਨਾ ਹੋ ਸਕੇ ਤੇ ਹਫੜਾ ਦਫੜੀ ਹੀ ਪਈ ਰਹੀ। ਅਜਮੇਰ ਚੰਦ ਨੇ ਧਰੀਕ ਕੇ ਤੋਪ ਗੜੀ ਦੇ ਸਾਹਮਣੇ ਰਾਤ ਨੂੰ ਲੈ ਆਂਦੀ ਅਤੇ ਤੋਪਚੀ ਨੂੰ ਭਰਪੂਰ ਗੋਲੇ ਦਾਗਣ ਲਈ ਕਿਹਾ। ਤੋਪਚੀ ਦਾ ਇੱਕ ਗੋਲਾ ਨਿਸ਼ਾਨੇ ਤੇ ਬੈਠਿਆ ਅਤੇ ਗੁਰੂ ਜੀ ਅਤੇ ਚੌਰ ਕਰਦੇ ਸਿੰਘਾਂ ਨੂੰ ਲੱਗਾ ਅਤੇ ਉਹ ਉੱਥੇ ਹੀ ਸ਼ਹੀਦ ਹੋ ਗਿਆ। ਤੋਪਚੀ ਦੂਜਾ ਗੋਲਾ ਦਾਗਣ ਹੀ ਲੱਗਾ ਸੀ ਕਿ ਮਹਾਰਾਜ ਨੇ ਉਸਦਾ ਨਿਸ਼ਾਨਾ ਬੰਨ੍ਹ ਕੇ ਐਸਾ ਤੀਰ ਚਲਾਇਆ ਕਿ ਉਹ ਥਾਂ ਹੀ ਚਿੱਤ ਹੋ ਗਿਆ। ਇਤਨੇ ਨੂੰ ਸਿੱਖ ਫੌਜਾਂ ਨੇ ਧਾਵਾ ਬੋਲ ਦਿੱਤਾ ਅਤੇ ਪਹਾੜੀਆਂ ਨੇ ਲੁੱਕ ਕੇ ਜਾਨ ਬਚਾਈ। ਹੋਰ ਕੋਈ ਰਾਹ ਨਾ ਦੇਖ ਕੇ ਅਜਮੇਰ ਚੰਦ ਨੇ ਔਰੰਗਜ਼ੇਬ ਨੂੰ ਛੇਤੀ ਮਦਦ ਭੇਜਣ ਲਈ ਲਿਖਿਆ। ਔਰੰਗਜ਼ੇਬ ਨੇ ਅੱਗੋਂ ਵਜ਼ੀਰ ਖਾਂ ਨੂੰ ਆਪੂ ਫੌਜਾਂ ਲੈ ਕੇ ਨਿਰਮੋਹੀ ਤੇ ਧਾਵਾ ਬੋਲਣ ਲਈ ਲਿਖਿਆ। ਪਹਾੜੀਆਂ ਤੇ ਸਰਹੱਦੀ ਫੌਜਾਂ ਨੇ ਨਿਰਮੋਹੀ ਨੂੰ ਅਕਤੂਬਰ 1701 ਨੂੰ ਘੇਰ ਲਿਆ। ਇੱਧਰ ਸਿੱਖ ਫੌਜਾਂ ਵੀ ਪੁੱਜ ਗਈਆਂ ਸਨ। ਕਸਮਾਨ ਦਾ ਜੰਗ ਹੋਇਆ ਅਤੇ ਤਗੜੀ ਕੱਟਾ ਵੱਢੀ ਹੋਈ। ਤਕਰੀਬਨ 3 ਘੰਟੇ ਲੜਾਈ ਹੁੰਦੀ ਰਹੀ। ਮਹਾਰਾਜ ਨੇ ਫੈਸਲਾ ਕੀਤਾ ਕਿ ਸਾਂਝੀਆਂ ਫੌਜਾਂ ਨੂੰ ਤਗੜੀ ਹਾਰ ਦੇਣ ਦੀ ਲੋੜ ਹੈ, ਸੋ ਇੱਕੋ ਵਾਰ ਹੀ ਧਾਵਾ ਬੋਲ ਦਿੱਤਾ ਜਾਏ। ਸੋ ਇੱਕ ਤਗੜਾ ਹਮਲਾ ਕੀਤਾ ਜਿਸ ਨਾਲ ਪਹਾੜੀਏ ਤੇ ਸਰਹੰਦ ਤੋਂ ਹੁਣੇ ਆਏ ਫੌਜੀ ਘਬਰਾ ਗਏ। ਸਰਹੰਦ ਦਾ ਨਵਾਬ ਵੀ ਜਾਣ ਗਿਆ ਕਿ ਗੁਰੂ ਜੀ ਤੇ ਕਾਬੂ ਪਾਉਣਾ ਇਤਨਾ ਸਹਿਲ ਨਹੀਂ ਹੈ ਜਿਤਨਾ ਪਹਾੜੀ ਰਾਜੇ ਦੱਸ ਰਹੇ ਹਨ। ਸੋ ਉਸਨੇ ਚੰਗੀ ਨੀਤੀ ਇਹ ਹੀ ਜਾਣੀ ਕਿ ਵੱਡੀ ਫੌਜ ਲਿਆ ਕੇ ਇੱਕ ਵਾਰ ਹੀ ਆਨੰਦਪੁਰ ਤੇ ਕਬਜ਼ਾ ਕੀਤਾ ਜਾਏ। ਉਹ ਵਾਪਸ ਚਲਾ ਗਿਆ ਅਤੇ ਪਹਾੜੀ ਰਾਜੇ ਵੀ ਪਿਛਾਂਹ ਹਟ ਗਏ। ਇੱਧਰ ਗੁਰੂ ਜੀ ਨੇ ਵੀ ਵਿਚਾਰਿਆ ਕਿ ਬਸਾਲੀ ਛਾਉਣੀ ਪਾਉਣੀ ਚਾਹੀਦੀ ਹੈ। ਇੱਕ ਤਾਂ ਪੈਂਡਾ ਵਿਖੜਾ ਹੈ, ਦੂਜੇ ਬਸਾਲੀ ਦਾ ਰਾਜਾ ਸ਼ਰਧਾਲੂ ਹੈ ਅਤੇ ਉੱਥੇ ਰਸਦ ਪਾਣੀ ਦੀ ਤੋੜ ਨਹੀਂ ਆਵੇਗੀ। ਸੋ ਗੁਰੂ ਜੀ ਬਸਾਲੀ ਅਗਲੇ ਦਿਨ ਪੁੱਜ ਗਏ ਅਤੇ ਬਸਾਲੀ ਦੇ ਰਾਜੇ ਨੇ ਖੁਸ਼ੀ ਪ੍ਰਗਟ ਕੀਤੀ ਕਿ ਗੁਰੂ ਜੀ ਨੇ ਉਸਦੇ ਰਾਜ ਵਿੱਚ ਚਰਨ ਪਾਏ ਹਨ ਅਤੇ ਹਰ ਪ੍ਰਕਾਰ ਦੀ ਸਹਾਇਤਾ ਪੇਸ਼ ਕੀਤੀ। ਬਸਾਲੀ ਦੀ ਜੰਗ ਅਤੇ ਰਾਜਿਆਂ ਦੀ ਈਨ ਮੰਨਣੀ। ਬਸਾਲੀ ਦੇ ਰਾਜਾ ਨੇ ਜਿਸ ਉਮਾ ਚਾਅ ਨਾਲ ਮਹਾਰਾਜ ਦਾ ਸਵਾਗਤ ਕੀਤਾ, ਇਹ ਦੇਖ ਕੇ ਪਹਾੜੀ ਰਾਜਿਆਂ ਨੂੰ ਅੱਗ ਹੀ ਲੱਗ ਗਈ। ਬਾਕੀਆਂ ਨੇ ਤਾਂ ਚੁੱਪ ਵੱਟ ਲਈ, ਪਰ ਕਹਿਲੂਰ ਦੇ ਅਜਮੇਰ ਚੰਦ ਨੇ ਮੱਖੀ ਨੱਕ ਤੇ ਬੈਠ ਗਈ ਕਹਿ ਕੇ ਬਸਾਲੀ ਤੇ ਹਮਲਾ ਬੋਲ ਦਿੱਤਾ ਅਤੇ ਬਸਾਲੀ ਦੇ ਲਾਗੇ ਕਾਲਮੋਟ ਦੇ ਪਿੰਡ ਦੇ ਲੋਕਾਂ ਨੂੰ ਕਿਹਾ ਕਿ ਜੇ ਗੁਰੂ ਜੀ ਨੂੰ ਤੁਸਾਂ ਨਾ ਭਜਾਇਆ ਤਾਂ ਤੁਹਾਡਾ ਪਿੰਡ ਤੁਰਕ ਤਬਾਹ ਕਰ ਦੇਣਗੇ। ਕਾਲਮੇਟ ਦੇ ਲੋਕਾਂ ਨੇ
ਰਾਹ ਵਿੱਚ ਹੀ ਸਿੰਘਾਂ ਨੂੰ ਘੇਰ ਲਿਆ। ਜਦ ਮਹਾਰਾਜ ਨੂੰ ਪਤਾ ਲੱਗਾ ਤਾਂ ਉਹਨਾਂ ਕਾਲ ਮੋਟ ਤੇ ਹੱਲਾ ਬੋਲ ਦਿੱਤਾ ਅਤੇ ਕਾਲ ਮੋਟ ਦਾ ਘੇਰਾ ਘੱਤ ਲਿਆ। ਐਸਾ ਵਾਰ ਕਲਗੀ ਵਾਲੇ ਨੇ ਕੀਤਾ ਕਿ ਕਾਲ ਮੋਟ ਵਾਲੇ ਤਰਾਹ ਕਰ ਉੱਠੇ ਅਤੇ ਪਿੰਡ ਛੱਡ ਭੱਜ ਉੱਠੇ। ਕਲਮੋਟੀਆਂ ਤੇ ਕਹਿਲੂਰ ਨੇ ਇਕੱਠੇ ਹੋ ਕੇ ਕਲਮੋਟ ਤੇ ਚੜ੍ਹਾਈ ਕੀਤੀ ਅਤੇ ਸਾਰੀ ਰਾਤ ਉਹ ਤੀਰਾਂ ਦੀ ਬਾਰਿਸ਼ ਕਰਦੇ ਰਹੇ। ਕਲਮੋਟ ਬਹੁਤ ਉੱਚਾ ਸੀ, ਸੋ ਇੱਕ ਤੀਰ ਵੀ ਨਿਸ਼ਾਨੇ ਤੇ ਨਾ ਲੱਗਾ। ਸਵੇਰ ਹੁੰਦੇ ਸਾਰ ਮਹਾਰਾਜ ਐਸਾ ਹੱਲਾ ਬੋਲਿਆ ਕਿ ਕਲਮੋਟੀਆਂ ਤੇ ਰਾਜਾ ਕਹਿਲੂਰ ਨੇ ਈਨ ਮੰਨ ਲਈ ਅਤੇ ਸਭ ਨੇ ਭਲਾ ਇਸ ਵਿੱਚ ਹੀ ਜਾਣਿਆ ਕਿ ਮਹਾਰਾਜ ਨਾਲ ਨਾ ਵਿਗਾੜੀ ਜਾਏ। ਗੁਰੂ ਗੋਬਿੰਦ ਸਿੰਘ ਜੀ ਵੀ ਆਨੰਦਪੁਰ ਮੁੜ ਆਏ। ਕੁਰੂਕਸ਼ੇਤਰ ਤੇ ਲੱਖੀ ਜੰਗਲ। ਆਨੰਦਪੁਰ ਗੁਰੂ ਜੀ ਨਵੰਬਰ 1702 ਦੇ ਅਖੀਰ ਪੁੱਜੇ ਸਨ। ਅਜੇ ਉੱਥੇ ਟਿਕਿਆਂ ਥੋੜ੍ਹਾ ਹੀ ਚਿਰ ਹੋਇਆ ਸੀ ਕਿ ਕੁਰੂਕਸ਼ੇਤਰ ਦਾ ਸੂਰਜ ਗ੍ਰਹਿਣ ਦਾ ਮੇਲਾ ਨੇੜੇ ਆਇਆ ਸੁਣ ਕੇ ਆਪ ਜੀ ਨੇ ਉੱਥੇ ਪੁੱਜਣ ਦਾ ਫੈਸਲਾ ਕੀਤਾ। ਉਹ ਚਾਹੁੰਦੇ ਸਨ ਕਿ ਧਰਮ ਕੁਰੂਕਸ਼ੇਤਰ ਤੇ ਇਕੱਠੇ ਲੋਕਾਂ ਨੂੰ ਧਰਮ ਯੁੱਧ ਦਾ ਚਾਅ ਭਰਿਆ ਜਾਏ। ਗੁਰੂ ਨਾਨਕ ਦੇਵ ਜੀ ਨੇ ਉੱਥੇ ਪੁੱਜ ਕੇ ਹੰਕਾਰੀ ਪੰਡਤਾਂ ਦਾ ਹੰਕਾਰ ਭੰਨਿਆ ਸੀ। ਹੁਣ ਲੋੜ ਸੀ ਵਹਿਮਾਂ ਵਿੱਚ ਫਸੀ ਜਨਤਾ ਨੂੰ ਉਤਾਂਹ ਉਠਾਇਆ ਜਾਵੇ। ਜਦ ਪੰਡਤਾਂ ਨੇ ਕੁਝ ਦੇਖਣ ਦੇਣ ਲਈ ਕਿਹਾ ਤਾਂ ਪਹਿਲਾਂ ਆਪ ਜੀ ਨੇ ਇਨਕਾਰ ਕੀਤਾ, ਪਰ ਜਦ ਪੰਡਤਾਂ ਨੇ ਜਿੱਦ ਹੀ ਪਕੜ ਲਈ ਤਾਂ ਆਪ ਜੀ ਨੇ ਦੱਖਣਾ ਵਿੱਚ ਗਦਾ ਦਿੱਤਾ ਅਤੇ ਚੰਦਨ ਦਾਸ ਦਾ ਭਰਮ ਜਾਲ ਤੋੜਿਆ। ਉੱਥੇ ਸਦਾ ਵਰਤ ਲੰਗਰ ਲਗਾ ਕੇ ਲੰਗਰ ਦੀ ਮਹਿਮਾ ਦਰਸਾਈ। ਕੁਰੂਕਸ਼ੇਤਰ ਤੋਂ ਆਪ ਜੀ ਲੱਖੀ ਜੰਗਲ ਵੀ ਗਏ ਅਤੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਬਰ ਤਿਆਰ ਰਹਿਣ ਦੀ ਪ੍ਰੇਰਨਾ ਦਿੱਤੀ। ਲੱਖੀ ਜੰਗਲ ਸਿੱਖ ਪੰਥ ਦੀ ਰੀੜ੍ਹ ਦੀ ਹੱਡੀ ਸੀ ਅਤੇ ਉਸ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਸੀ। ਲਾਹੌਰ ਵਿੱਚ ਤਬਦੀਲੀਆਂ। ਲਾਹੌਰ ਦੇ ਹਾਲਾਤ ਕਾਬੂ ਤੋਂ ਬਾਹਰ ਸਨ। ਹਿਫਜ਼ ਉੱਲਾ ਖਾਨ, ਜਿਸ ਨੂੰ ਪੰਜਾਬ ਦਾ ਨਾਇਬ ਨਿਯੁਕਤ ਕੀਤਾ ਗਿਆ ਸੀ, ਸਿੰਧ ਤੋਂ ਆਉਂਦੇ ਹੀ ਮਰ ਗਿਆ ਅਤੇ ਨਵਾਂ ਨਾਇਬ ਭਾਲਦਿਆਂ ਕਾਫੀ ਦੇਰ ਲੱਗ ਗਈ। ਮੀਆਂ ਖਾਨ ਨੇ ਜਨਤਾ ਤੇ ਇਤਨੇ ਜ਼ੁਲਮ ਕੀਤੇ ਕਿ ਸਭ ਤਰਾਹ ਕਰ ਉੱਠੇ ਸਨ। ਉਸ ਬਹੁਤ ਨਵੇਂ ਕਰ ਲਗਾਏ ਅਤੇ ਜਬਰੀ ਕਰ ਉਗਰਾਉਂਦਾ ਰਿਹਾ। ਕੋਈ ਕਰ ਹੋਵੇਗਾ ਜਿਸ ਦੀ ਉਸ ਤਲਾਸ਼ੀ ਨਾ ਲਈ ਹੋਵੇ। ਜ਼ਬਰਦਸਤ ਖਾਂ, ਜਿਸ ਨੂੰ ਔਰੰਗਜ਼ੇਬ ਨੇ ਦੱਖਣ ਤੋਂ ਭੇਜਿਆ ਸੀ, 5 ਨਵੰਬਰ 1702 ਨੂੰ ਲਾਹੌਰ ਪੁੱਜ ਗਿਆ ਅਤੇ ਉਸਨੇ ਲਾਹੌਰ ਦੀ ਸੂਬੇਦਾਰੀ ਨਾਲ ਲੱਖੀ ਜੰਗਲ ਦੀ ਫੌਜਦਾਰੀ ਆਪਣੇ ਹੱਥ ਰੱਖੀ। ਲੱਖੀ ਜੰਗਲ ਦੀ ਫੌਜਦਾਰੀ ਸੰਭਾਲਣ ਦਾ ਕੋਈ ਹੋਰ ਕਾਰਨ ਨਹੀਂ ਸੀ ਦਿਸਦਾ, ਸਿਵਾਏ ਇਸ ਤੋਂ ਕਿ ਲੱਖੀ ਜੰਗਲ ਸਿੱਖੀ ਦਾ ਕੇਂਦਰ ਬਣ ਗਿਆ ਸੀ ਅਤੇ ਉਸ ਨੂੰ ਸੂਹਾਂ ਮਿਲ ਰਹੀਆਂ ਸਨ ਕਿ ਗੁਰੂ ਜੀ ਉੱਥੇ ਹੀ ਗਏ ਹਨ। ਉਸ ਲੱਖੀ ਜੰਗਲ ਵੱਲ ਧਾਵਾ ਬੋਲਿਆ ਅਤੇ ਨਵਾਬ ਸਰਹੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਨਾਕਾਬੰਦੀ ਕਰਨ ਲਈ ਵੀ ਕਿਹਾ। ਸੈਦ ਬੇਗ ਅਤੇ ਅਲਫ ਖਾਂ ਦਾ ਅਚਾਨਕ ਹੱਲਾ। ਗੁਰੂ ਜੀ ਨੂੰ ਵੀ ਲਾਹੌਰ ਦੇ ਬਦਲੇ ਹਾਲਾਤ ਦੀ ਖਬਰ ਮਿਲ ਰਹੀ ਸੀ, ਇਸ ਲਈ ਉਹ ਛੇਤੀ ਹੀ ਆਨੰਦਪੁਰ ਮੁੜਨਾ ਚਾਹੁੰਦੇ ਸਨ। ਸੋ ਉਹ ਪੈਂਡਾ ਮੁਕਾਉਂਦੇ ਚਮਕੌਰ ਦੀ ਗੜੀ ਪੁੱਜ ਗਏ। ਇੱਧਰੋਂ ਅਜਮੇਰ ਚੰਦ ਨੇ ਸਰਹੰਦ ਦੇ ਨਵਾਬ ਨੂੰ ਕਿਹਾ ਕਿ ਸ਼ਾਹੀ ਫੌਜ ਦੇ ਜਰਨੈਲ ਸੈਦ ਬੇਗ ਅਤੇ ਅਲਫ ਖਾਂ ਆਪਣੇ ਦਸਤਿਆਂ ਸਮੇਤ ਲਾਹੌਰ ਜਾ ਰਹੇ ਹਨ। ਚੰਗਾ ਹੋਵੇ ਉਹਨਾਂ ਨੂੰ ਰਜੀਨਾ ਦੇ ਕੇ ਲੱਖੀ ਜੰਗਲ ਤੋਂ ਮੁੜਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਘੇਰ ਲਿਆ ਜਾਏ ਅਤੇ ਮਾਰ ਮੁਕਾਇਆ ਜਾਏ। ਰੋਜ਼ ਦੇ 2000 ਰੁਪਇਆ ਦੇਣਾ ਕਰਕੇ ਦੋਵਾਂ ਜਰਨੈਲਾਂ ਨੂੰ ਗੁਰੂ ਜੀ ਦੀ ਟੋਹ ਵਿੱਚ ਰੋਪੜ ਟਿਕਾ ਦਿੱਤਾ। ਗੁਰੂ ਜੀ ਦਾ ਚਮਕੌਰ ਆਉਣਾ ਸੁਣ ਕੇ ਇਹਨਾਂ ਹਮਲਾ ਕੀਤਾ। ਕੁਝ ਚਿਰ ਸਖਤ ਜੰਗ ਹੋਈ, ਪਰ ਸੈਦ ਬੇਗ ਸੋਚਣ ਲੱਗਾ ਕਿ ਕੁਝ ਪੈਸਿਆਂ ਪਿੱਛੇ ਖੁਦਾ ਦੋਸਤ ਇਨਸਾਨ ਤੇ ਹੱਲਾ ਬੋਲਣਾ ਕਿੱਥੋਂ ਦਾ ਇਸਲਾਮ ਹੈ। ਉਸ ਹਥਿਆਰ ਸੁੱਟ ਦਿੱਤੇ ਅਤੇ ਗੁਰੂ ਦੀ ਸ਼ਰਨ ਆ ਗਿਆ। ਉਸ ਦੇ ਹਥਿਆਰ ਸੁੱਟਣ ਨਾਲ ਅਲਫ ਖਾਂ ਵੀ ਭੱਜ ਗਿਆ। ਸੈਦ ਬੇਗ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਆਨੰਦਪੁਰ ਆ ਗਿਆ ਅਤੇ ਗੁਰੂ ਜੀ ਦੇ ਆਨੰਦਪੁਰ ਛੱਡਣ ਬਾਅਦ ਵੀ ਉੱਥੇ ਹੀ ਰਿਹਾ। ਪਿੱਛੋਂ ਉਹ ਕਾਬਲ ਚਲਾ ਗਿਆ ਅਤੇ ਉੱਥੇ ਹੀ ਉਸ ਦੀ ਮ੍ਰਿਤੂ ਹੋਈ। ਦਿਲੇ ਖਾਲੀ ਰੁਸਵਾ ਅਸਤ। ਗੁਰੂ ਜੀ ਸਹੀ ਸਲਾਮਤ ਆਨੰਦਪੁਰ ਮੁੜ ਆਏ। ਪਹਾੜੀ ਰਾਜਿਆਂ ਫਿਰ ਲਾਹੌਰ ਦੇ ਨਵਾਬ ਅਤੇ ਔਰੰਗਜ਼ੇਬ ਨੂੰ ਇੱਕ ਅਜਮਾਏ ਹੋਏ ਜਰਨੈਲ ਨੂੰ ਭੇਜਣ ਲਈ ਲਿਖਿਆ। ਇੱਧਰ ਆਨੰਦਪੁਰ ਵਿੱਚ ਸਿੱਖਾਂ ਦੇ ਹੌਸਲੇ ਬਹੁਤ ਹੀ ਉੱਚੇ ਸਨ। ਇਹਨਾਂ ਦਿਨਾਂ ਵਿੱਚ ਹੀ ਇੱਕ ਦਿਨ ਗੁਰੂ ਜੀ ਦਰਬਾਰ ਵਿੱਚ ਬੈਠੇ ਸਨ ਕਿ ਨਾਗੇ ਪੁਰਸ਼ ਨੇ ਦੀਵਾਨ ਵਿੱਚ ਹਾਜ਼ਰ ਹੋਣ ਦੀ ਆਗਿਆ ਮੰਗੀ। ਮਹਾਰਾਜ ਨੇ ਉਸ ਨੂੰ ਹਾਜ਼ਰ ਹੋਣ ਲਈ ਫਰਮਾਇਆ ਤਾਂ ਉਸ ਆਉਂਦਿਆਂ ਹੀ ਡੰਡੌਤ ਕੀਤੀ ਅਤੇ ਇੱਕ ਗੁਲਾਬ ਦਾ ਫੁੱਲ ਮਹਾਰਾਜ ਦੇ ਚਰਨਾਂ ਤੇ ਰੱਖ ਦਿੱਤਾ। ਮਹਾਰਾਜ ਨੇ ਜਦ ਪੁੱਛਿਆ ਕਿ ਤੂੰ ਕੌਣ ਹੈ, ਕਿੱਥੋਂ ਆਇਆ ਹੈ, ਤਾਂ ਉਸ ਦੱਸਿਆ ਕਿ ਕਨੌਜ ਵਿਖੇ ਮਦਾਰੀਆਂ ਦੇ ਵੱਡੇ ਮਦਾਰ ਬਦਾਊਦੀਨ ਦੀ ਕਬਰ ਹੈ, ਉੱਥੋਂ ਦਾ ਉਹ ਮਜਾਵਰ ਹੈ। ਉਸ ਸੁਣਿਆ ਹੈ ਕਿ ਗੁਰੂ ਜੀ ਨੇ ਵੀ ਇੱਕ ਖੇਡ ਪਾਈ ਹੈ ਅਤੇ ਕਈ ਸਿਰ ਤਲੀ ਧਰ ਪੇਸ਼ ਹੋਏ ਹਨ, ਸਿਰਫ ਦਰਸ਼ਨਾਂ ਨੂੰ ਆਇਆ ਹਾਂ। ਗੁਰੂ ਜੀ ਨੇ ਕਿਹਾ, ਤੇਰਾ ਇਤਨੀ ਦੂਰ ਤੋਂ ਆਉਣਾ ਹੀ ਕਾਫੀ ਸੀ, ਇਹ ਗੁਲਾਬ ਦਾ ਫੁੱਲ ਕਿਉਂ ਲਿਆਇਆ ਹੈ। ਮਦਾਰ ਨੇ ਉੱਤਰ ਦਿੰਦੇ ਹੋਏ ਕਿਹਾ, ਊ ਜਲਾਲ ਹੂ ਦਸਤੇ ਖਾਲੀ ਰੁਸਵਾ। ਉਹ ਅੱਲਾ ਦੇ ਨੂਰ
ਅੱਲਾ ਦੇ ਨੂਰ ਕੋਲ ਆਉਣਾ ਹੋਵੇ ਤਾਂ ਖਾਲੀ ਹੱਥ ਨਹੀਂ ਆਈਦਾ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ, ਓ ਮਦਾਰ ਦਿਸੇ ਖਾਲੀ ਰੁਸਵਾ ਅਸਤ। ਹੇ ਮਦਾਰ, ਸ਼ਰਮਿੰਦਗੀ ਦਿਲ ਖਾਲੀ ਹੋਣ ਨਾਲ ਹੁੰਦੀ ਹੈ। ਇੱਥੇ ਹੱਥਾਂ ਦੀ ਕਹਾਣੀ ਨਹੀਂ, ਪ੍ਰੇਮ ਦੀ ਖੇਡ ਹੈ। ਸਿੱਖ ਪ੍ਰੇਮ ਦੇ ਖਿੱਚੇ ਹੀ ਅਨੰਦਪੁਰ ਟੁਰੇ ਆ ਰਹੇ ਸਨ। ਅਨੰਦਪੁਰ ਦੀ ਤੀਜੀ ਲੜਾਈ। ਔਰੰਗਜ਼ੇਬ ਨੇ ਪਹਾੜੀ ਰਾਜਿਆਂ ਦੀ ਦਰਖਾਸਤ ਤੇ ਸੈਦ ਖਾਨ ਜਰਨੈਲ ਨੂੰ ਭੇਜਿਆ। ਇੱਕ ਤਾਂ ਇਹ ਪੀਰ ਬੁੱਧੂ ਸ਼ਾਹ ਦਾ ਸਾਲਾ ਸੀ ਅਤੇ ਦੂਜੇ ਕਈ ਵੱਡੀਆਂ ਮੁਹਿੰਮਾਂ ਦੱਖਣ ਵਿੱਚ ਸਰ ਕੀਤੀਆਂ ਸਨ। ਔਰੰਗਜ਼ੇਬ ਦਾ ਖਿਆਲ ਸੀ ਕਿ ਉਹ ਪੀਰ ਬੁੱਧੂ ਸ਼ਾਹ ਨੂੰ ਵੀ ਗੁਰੂ ਜੀ ਦੀ ਮਦਦ ਕਰਨ ਤੋਂ ਵਰਜ ਸਕਦਾ ਹੈ। ਆਉਂਦਿਆਂ ਹੀ ਉਹ ਪਹਿਲਾਂ ਪੀਰ ਬੁੱਧੂ ਸ਼ਾਹ ਨੂੰ ਗੁਰੂ ਜੀ ਦੀ ਇਮਦਾਦ ਕਰਨ ਤੋਂ ਰੋਕਣ ਲਈ ਸਢੌਰਾ ਗਿਆ, ਪਰ ਜਿਸ ਸ਼ਰਧਾ ਨਾਲ ਪੀਰ ਜੀ ਅਤੇ ਉਸ ਦੀ ਆਪਣੀ ਭੈਣ ਨਸੀਰਾਂ ਤੇ ਭਣੇਵਿਆਂ ਨੇ ਗੱਲਾਂ ਕੀਤੀਆਂ, ਉਹ ਵੀ ਪ੍ਰਭਾਵਿਤ ਹੋਣ ਤੋਂ ਬਗੈਰ ਨਾ ਰਹਿ ਸਕਿਆ। ਪੀਰ ਬੁੱਧੂ ਸ਼ਾਹ ਜੀ ਨੇ ਸਗੋਂ ਉਸ ਨੂੰ ਅਨੰਦਪੁਰ ਮੁਹਿੰਮ ਚਾੜ੍ਹਨ ਤੋਂ ਰੋਕਣਾ ਚਾਹਿਆ, ਪਰ ਉਹ ਤਾਂ ਫੌਜਾਂ ਨਾਲ ਅਨੰਦਪੁਰ ਛਾਵਣੀ ਪਾ ਆਇਆ ਸੀ। ਜੰਗ ਸ਼ੁਰੂ ਹੋ ਗਈ। ਦੋਵੇਂ ਧਿਰਾਂ ਜੰਮ ਕੇ ਲੜ ਰਹੀਆਂ ਸਨ। ਸੈਦ ਖਾਂ ਦਾ ਦਿਲ ਭੈਣ ਤੇ ਭਣਵਈਆਂ ਦੀਆਂ ਗੱਲਾਂ ਵੱਲ ਮੁੜ-ਮੁੜ ਚਲਾ ਜਾਂਦਾ। ਉਸ ਅੱਖੀਂ ਗੁਰੂ ਜੀ ਦੀ ਅਜ਼ਮਤ ਦੇਖ ਲਈ। ਪਹਿਲੇ ਦਿਨ ਜੰਗ ਸ਼ੁਰੂ ਹੋਣ ਵੇਲੇ ਹੀ ਧਾਰ ਬੈਠਾ ਕਿ ਉਹ ਅੰਤਰਜਾਮੀ ਹਨ, ਹਰ ਦਿਲ ਦੀ ਹਕੀਕਤ ਜਾਣਦੇ ਹਨ। ਜੇ ਐਸੇ ਪੀਰ ਹਨ ਤਾਂ ਉਸ ਨੂੰ ਬਗੈਰ ਹਥਿਆਰ ਦੇ ਦਰਸ਼ਨ ਦੇਣ। ਗੁਰੂ ਜੀ ਵੀ ਸਿੱਧਾ ਘੋੜਾ ਦੌੜਾ ਕੇ ਉਸ ਪਾਸ ਪੁੱਜੇ ਅਤੇ ਉਹਨਾਂ ਨੂੰ ਆਉਂਦਿਆਂ ਦੇਖ ਸਿਜਦੇ ਵਿੱਚ ਹੋ ਗਿਆ ਅਤੇ ਪੁਕਾਰ ਉੱਠਿਆ, ਲੋਕੋ ਰੱਬ ਆਇਆ ਹੈ, ਕਿ ਰੱਬ ਦਾ ਬੰਦਾ ਆਇਆ ਹੈ। ਰੱਬੀ ਨੂਰ ਸਰੀਰਕ ਜਾਮੇ ਵਿੱਚ ਆ ਗਿਆ ਹੈ, ਜਿਸ ਨੇ ਮੈਨੂੰ ਮਰਦੇ ਨੂੰ ਜਿਉਂਦਾ ਕਰ ਦਿੱਤਾ ਹੈ। ਇੱਕ ਨਹੀਂ ਕਈ ਜਰਨੈਲ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ। ਪ੍ਰਸਿੱਧ ਜਰਨੈਲ ਮਹਿਮੂ ਖਾਨ ਨੇ ਵੀ ਅਗਲੇ ਦਿਨ 1703 ਨੂੰ ਗੁਰੂ ਸ਼ਰਨ ਲਈ। ਇਸੇ ਦੌਰਾਨ ਰਾਜਾ ਭੂਪ ਚੰਦ, ਰਾਜਾ ਵਜ਼ੀਰ ਸਿੰਘ, ਰਾਜਾ ਦੇਵ ਸ਼ਰਨ ਨੇ ਅਸ਼ੋਪਲੇ ਹਮਲੇ ਕਰਨੇ ਚਾਹੇ ਸੀ, ਪਰ ਟਾਕਰੇ ਵਿੱਚ ਆਏ ਬਗੈਰ ਹੀ ਨੱਸ ਉੱਠੇ ਜਦ ਸਿੱਖ ਫੌਜਾਂ ਨੇ ਤੀਰ ਚਲਾਏ। ਸੈਦ ਖਾਨ ਨੇ ਗੁਰੂ ਫੌਜ ਵਿੱਚ ਸ਼ਾਮਿਲ ਹੋ ਲੜਨਾ ਚਾਹਿਆ, ਪਰ ਗੁਰੂ ਜੀ ਨੇ ਉਸ ਨੂੰ ਅੱਲਾ ਦੀ ਯਾਦ ਵਿੱਚ ਬਾਕੀ ਦਿਨ ਬਤੀਤ ਕਰਨ ਦਾ ਉਪਦੇਸ਼ ਦਿੱਤਾ। ਉਹ ਕਾਂਗੜੇ ਚਲਾ ਗਿਆ ਅਤੇ ਜਦ ਗੁਰੂ ਜੀ ਦਮਦਮਾ ਪੁੱਜੇ ਤਾਂ ਉਹ ਫਿਰ ਉਹਨਾਂ ਦੀ ਸ਼ਰਨ ਆ ਗਿਆ ਅਤੇ ਨੰਦੇੜ ਤੱਕ ਗੁਰੂ ਜੀ ਨਾਲ ਰਿਹਾ। ਅਨੰਦਪੁਰ ਦੀ ਚੌਥੀ ਅਤੇ ਆਖਰੀ ਲੜਾਈ। ਜਦ ਔਰੰਗਜ਼ੇਬ ਨੇ ਆਪਣੇ ਖਾਸ ਭੇਜੇ ਜਰਨੈਲ ਸੈਦ ਖਾਂ ਅਤੇ ਹੋਰ ਕਈਆਂ ਨੂੰ ਗੁਰੂ ਜੀ ਦੀ ਸ਼ਰਨ ਲੈਂਦੇ ਸੁਣਿਆ ਤਾਂ ਉਹ ਪਹਾੜੀ ਰਾਜਿਆਂ ਦਾ ਸਿੱਧਾ ਲਿਖਿਆ ਆਇਆ ਕਿ ਗੁਰੂ ਗੋਬਿੰਦ ਸਿੰਘ ਬੜਾ ਇਨਕਲਾਬੀ ਹੈ। ਅਸੀਂ ਗੁਰੂ ਨਾਨਕ ਦਾ ਘਰ ਜਾਣ ਕੁਝ ਨਹੀਂ ਕਿਹਾ। ਹੁਣ ਉਹਨਾਂ ਦੀ ਤੇਜ਼ ਤਾਕਤ ਬਹੁਤ ਵੱਧ ਗਈ ਹੈ, ਸੋ ਮਾਰ ਮਿਟਾਓ। ਫੈਲ ਗਇਓ ਅਬ ਹੀ ਲਖ ਪਾਇਓ, ਯਾ ਤੇ ਮਾਰਸੂ ਦੂਰ ਉਠਾਇਓ। ਸੋ ਹੁਣ ਉਸ ਨੇ ਲਾਹੌਰ, ਸਰਹੰਦ, ਜੰਮੂ ਅਤੇ ਮੁਲਤਾਨ ਦੇ ਨਵਾਬਾਂ ਨੂੰ ਇੱਕਾ ਦੁੱਕਾ ਨਹੀਂ, ਇਕੱਠਾ ਹਮਲਾ ਕਰਨ ਲਈ ਕਿਹਾ। ਉਸ ਇੱਕ ਫਰਮਾਨ ਵੀ ਜਾਰੀ ਕੀਤਾ ਜਿਸ ਦਾ ਭਾਵ ਸੀ ਕਿ ਗੁਰੂ ਤੇਗ ਬਹਾਦਰ ਦਾ ਬੇਟਾ ਗੁਰੂ ਗੋਬਿੰਦ ਸਿੰਘ ਬਦਲੇ ਦੀ ਭਾਵਨਾ ਨਾਲ ਬਗਾਵਤ ਕਰ ਰਿਹਾ ਹੈ ਅਤੇ ਹੋਰਨਾਂ ਨੂੰ ਵੀ ਕਰਨ ਲਈ ਪ੍ਰੇਰ ਰਿਹਾ ਹੈ। ਇਹ ਵੀ ਕਿਹਾ ਗਿਆ ਕਿ ਸਰਹਿੰਦ ਦਾ ਨਵਾਬ ਆਪੂ ਫੌਜ ਕਸੀ ਕਰੇ। ਜੇ ਗੁਰੂ ਜਿੰਦਾ ਨਾ ਪਕੜਿਆ ਜਾਏ ਤਾਂ ਸਿਰ ਵੱਢ ਲਿਆਂਦਾ ਜਾਏ ਅਤੇ ਇਸ ਕਾਰਜ ਵਿੱਚ ਹੁਣ ਰਤਾ ਭਰ ਵੀ ਲਾਪਰਵਾਹੀ ਨਾ ਵਰਤੀ ਜਾਏ। ਮਕਾਲਫ ਦਾ ਕਹਿਣਾ ਹੈ ਕਿ ਔਰੰਗਜ਼ੇਬ ਨੇ ਇੱਕ ਏਲਚੀ ਹੱਥ ਲਿਖੀ ਚਿੱਠੀ ਵੀ ਭੇਜੀ ਜਿਸ ਦੇ ਸ਼ਬਦ ਸਨ, ਇਸ ਧਰਤੀ ਦਾ ਸ਼ਾਹ ਇੱਕ ਹੈ, ਤੁਹਾਡਾ ਅਤੇ ਮੇਰਾ ਅਕੀਦਾ ਇੱਕ ਹੈ, ਤੁਸੀਂ ਵੀ ਤੌਹੀਦ ਪ੍ਰਸਤ ਤੇ ਮੈਂ ਵੀ। ਸ਼ਿਤਾਬ ਮਿਲੋ, ਤੁਸੀਂ ਜਦ ਆਓਗੇ ਤਾਂ ਪੀਰਾਂ ਵਾਲਾ ਆਦਰ ਦੇਵਾਂਗਾ। ਪਾਤਸ਼ਾਹੀ ਮੈਨੂੰ ਅੱਲਾ ਨੇ ਦਿੱਤੀ ਹੈ। ਮਹਾਰਾਜ ਦਾ ਉੱਤਰ ਸੀ, ਭਾਈ ਜਿਸ ਨੇ ਤੈਨੂੰ ਬਾਦਸ਼ਾਹੀ ਦਿੱਤੀ ਹੈ ਉਸ ਨੇ ਮੈਨੂੰ ਭੇਜਿਆ ਹੈ ਕਿ ਜਗਤ ਨੂੰ ਰਾਹ ਦਾ ਇਨਸਾਫ ਦੱਸਾਂ। ਬਾਦਸ਼ਾਹੀ ਦਿੱਤੀ ਸੀ ਕਿ ਇਨਸਾਫ ਕਰੇ, ਪਰ ਤੂੰ ਭੁੱਲ ਗਿਆ ਹੈ, ਪਰਪੰਚ ਹੀ ਕਰੀ ਟੁਰੀ ਜਾਂਦਾ ਹੈ। ਤੂੰ ਤਾਂ ਲੋਕਾਂ ਨੂੰ ਅੱਲਾ ਦਾ ਜਾਇਆ ਹੀ ਨਹੀਂ ਗਿਣਦਾ। ਤੇਰਾ ਮੇਰਾ ਕੈਸਾ ਮੇਲ। ਹੁਣ ਸਰਹੰਦ ਦਾ ਨਵਾਬ ਸਰਗਰਮ ਹੋ ਗਿਆ ਅਤੇ ਪਹਾੜੀ ਰਾਜਿਆਂ ਨੂੰ ਇਸ ਕਾਰਜ ਵਿੱਚ ਇਮਦਾਦ ਕਰਨ ਲਈ ਕਿਹਾ। ਰਾਜਾ ਅਮੀਰ ਚੰਦ ਬਿਲਾਸਪੁਰ, ਘੁਮੰਡ ਚੰਦ ਕਾਂਗੜਾ, ਬੀਰ ਸਿੰਘ ਜਸਪਾਲ ਅਤੇ ਕੁੱਲੂ, ਕੈਰਲ, ਮੰਡੀ, ਜੰਮੂ, ਨੂਰਪੁਰ, ਚੰਬਾ, ਗੁਲੇਰ ਅਤੇ ਸ਼੍ਰੀਨਗਰ ਦੇ ਰਾਜਿਆਂ ਨੇ ਮੁਗਲਾਂ ਦੀ ਫੌਜਾਂ ਨਾਲ ਰਲ ਕੇ ਸਾਂਝਾ ਹਮਲਾ ਕਰਨ ਦਾ ਫੈਸਲਾ ਕੀਤਾ। ਰੰਗੜ ਅਤੇ ਗੁੱਜਰ ਵੀ ਸਾਂਝੇ ਮੁਹਾਜ਼ ਵਿੱਚ ਸ਼ਾਮਿਲ ਹੋ ਗਏ। ਲਾਹੌਰ ਦਾ ਜ਼ਬਰਦਸਤ ਖਾਂ ਤੇ ਸਰਹਿੰਦ ਦਾ ਵਜ਼ੀਰ ਖਾਨ ਹਜ਼ਾਰਾਂ ਦੀ ਫੌਜ ਲੈ ਕੇ ਅਨੰਦਪੁਰ ਪੁੱਜੇ ਅਤੇ ਜੰਮੂ ਵਾਲਾ ਵੀ ਨਾਲ ਮਿਲ ਆਇਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੋਰਚਾਬੰਦੀ ਕਰ ਲਈ ਅਤੇ ਥਾਂ-ਥਾਂ ਚੋਣਵੇਂ ਜਰਨੈਲ ਹਮਲੇ ਨੂੰ ਰੋਕਣ ਲਈ ਭੇਜ ਦਿੱਤੇ। ਦੋਵਾਂ ਪਾਸੇ ਗੋਲੀ ਅਤੇ
तीर लगातार चलन लगे। मुगलों की कट्टावड्डी इतनी ज़्यादा हो गई कि मुगल फौजां ने यह जानिया कि जे इसे तरह उन्हां दे फौजी सिपाही जंग विच काम आउंदे रहे तां आनंदपुर की जित मुश्किल हो जाएगी। यह जान के मुगल फौजां ने आनंदपुर का घेरा पक्का करन दा इरादा किया अते घेरा इतना पक्का कर दिता गया कि ਸਿੰਘਾਂ ਦਾ बाहर निकलना कठिन हो गया। हुण सब तो वड्डी लोड़ घेरा तोड़न दी सी। घेरा पक्का होण काਰਨ रसद ते पानी की तकलीफ छेती भासन लगी। ਜਿਹੜੇ ਸੂਏ ਰਾਹੀਂ ਆਨੰਦਪੁਰ ਨੂੰ ਪਾਣੀ ਮਿਲਦਾ ਸੀ ਉਸ ਦਾ ਮੂੰਹ ਵੀ ਮੁਗਲਾਂ ਨੇ ਮੋੜ ਦਿੱਤਾ। ਸਿੰਘ ਜਜ਼ਬੇ ਨਾਲ ਲੜ ਰਹੇ ਸਨ। ਇਸੇ ਤਰ੍ਹਾਂ ਕਈ ਦਿਨ ਬੀਤ ਗਏ। ਫਿਰ ਇਹ ਵਿਉਂਤ ਬਣਾਈ ਗਈ ਕਿ ਚਾਰ ਦੇ ਜਥੇ ਬਣਾ ਕੇ ਜਲ ਰਸਦ ਲਿਆਉਣ ਲਈ ਬਾਹਰ ਨਿਕਲਣ। ਜਲ ਪਹੁੰਚਾਉਣ ਦਾ ਕੰਮ ਮਾਈਆਂ ਨਿਭਾ ਰਹੀਆਂ ਸਨ। ਅੰਨ ਵੀ ਇਤਨਾ ਮਹਿੰਗਾ ਹੋ ਗਿਆ ਸੀ ਕਿ ਖਰੀਦਣਾ ਵੀ ਮੁਸ਼ਕਿਲ ਸੀ। ਸੈਨਾਪਤੀ ਦੇ ਕਹਿਣ ਅਨੁਸਾਰ 4 ਸਿੰਘ ਪਾਣੀ ਨੂੰ ਜਾਂਦੇ ਅਤੇ 2 ਰਾਹ ਵਿੱਚ ਸ਼ਹੀਦ ਹੋ ਜਾਂਦੇ ਸਨ। 4 ਸਿੰਘ ਪਾਣੀ ਕੋ ਜਾਵੇ, 2 ਜੂਝੇ, 2 ਪਾਣੀ ਲਿਆਵੇ। ਇਤਨੀ ਮੁਸ਼ਕਿਲ ਬਣ ਗਈ ਕਿ ਜੋ ਅੰਦਰ ਸੀ ਉਸ ਤੇ ਹੀ ਗੁਜ਼ਾਰਾ ਕਰਦੇ ਰਹੇ। ਹਾਲਤ ਇੱਥੋਂ ਤੱਕ ਪੁੱਜ ਗਈ ਕਿ ਇੱਕ ਮੁੱਠੀ ਛੋਲਿਆਂ ਨਾਲ ਸਿੰਘਾਂ ਨੂੰ ਪੇਟ ਦੀ ਅੱਗ ਬੁਝਾਉਣੀ ਪੈਂਦੀ ਸੀ ਅਤੇ ਉਹ ਵੀ ਕਈ ਵਾਰ ਨਾ ਮਿਲਦਾ। ਪ੍ਰਸ਼ਾਦੀ ਹਾਥੀ ਤੜਪ ਕੇ ਮਰਨ ਲੱਗੇ ਅਤੇ ਗੁਰੂ ਜੀ ਦੇ ਅਤ ਪਿਆਰੇ ਘੋੜੇ ਦਿਲ ਬਿਡਾਰ ਨੂੰ ਚਾਰਾ ਦੇਣਾ ਮੁਸ਼ਕਿਲ ਹੋ ਗਿਆ। ਉਹਨਾਂ ਦੋਹਾਂ ਨੂੰ ਭੁੱਖੋਂ ਤੜਪਦਾ ਦੇਖ ਦੋਵਾਂ ਨੂੰ ਹੀ ਮਾਰ ਦਿੱਤਾ ਗਿਆ। ਸਿੰਘਾਂ ਨੇ ਵਿਚਾਰ ਕੀਤੀ ਕਿ ਇਸ ਤਰ੍ਹਾਂ ਅਜਾਈ ਮੌਤ ਮਰਨਾ ਠੀਕ ਨਹੀਂ ਅਤੇ ਦਲ ਬਣਾ ਕੇ ਮੁਗਲਾਂ ਦੇ ਕੈਂਪਾਂ ਤੇ ਹਮਲਾ ਕਰਕੇ ਅੰਨ ਤੇ ਕਾਬੂ ਪਾਉਣਾ ਚਾਹੀਦਾ ਹੈ। ਸੋ ਇੱਕ ਰਾਤ ਨੂੰ ਇੱਕ ਬਹੁਤ ਵੱਡੇ ਦਲ ਨੇ ਹਮਲਾ ਕੀਤਾ ਅਤੇ ਬਹੁਤ ਅੰਨ ਕਾਬੂ ਵਿੱਚ ਕਰ ਲਿਆ। ਇਸ ਤਰ੍ਹਾਂ ਕਈ ਦਿਨ ਹੋਰ ਲੰਘ ਗਏ। ਉਧਰ ਮੁਗਲਾਂ ਨੇ ਰਾਤ ਨੂੰ ਵੀ ਮੋਰਚੇ ਪੱਕੇ ਕਰ ਲਏ ਅਤੇ ਰਾਤ ਦਿਨ ਅੰਨ ਤੇ ਹੀ ਪਹਿਰਾ ਦਿੰਦੇ ਰਹੇ। ਘੇਰਾ ਇਤਨਾ ਲੰਮੇਰਾ ਹੋ ਜਾਏਗਾ ਵਜ਼ੀਰ ਖਾਂ ਅਤੇ ਜ਼ਬਰਦਸਤ ਖਾਂ ਨੂੰ ਖਿਆਲ ਨਹੀਂ ਸੀ। ਹੁਣ ਉਹਨਾਂ ਨੀਤੀ ਅਪਣਾਉਣ ਦਾ ਰਾਹ ਪਕੜਿਆ ਅਤੇ ਕਾਸਦ ਨੂੰ ਗੁਰੂ ਜੀ ਵੱਲ ਭੇਜਿਆ ਕਿ ਉਹ ਈਨ ਮੰਨ ਲੈਣ। ਮੈਲਕਮ ਦੇ ਕਹਿਣ ਮੁਤਾਬਿਕ ਸਿੰਘਾਂ ਨੇ ਉਸ ਨੂੰ ਚੁੱਪਚਾਪ ਮੁੜ ਜਾਣ ਲਈ ਕਿਹਾ। ਉਹ ਗੁਰੂ ਜੀ ਨੂੰ ਮਿਲੇ ਬਗੈਰ ਹੀ ਵਾਪਸ ਆ ਗਿਆ। ਮੁਗਲ ਫੌਜਾਂ ਨੇ ਇੱਕ ਭਰਪੂਰ ਵਾਰ ਵੀ ਕੀਤਾ ਪਰ ਸਿੰਘਾਂ ਨੇ ਉਹਨਾਂ ਨੂੰ ਕਿਲੇ ਦੀ ਦੀਵਾਰ ਤੱਕ ਨਾ ਆਉਣ ਦਿੱਤਾ। ਭੁੱਖੇ ਭਾਣੇ ਵੀ ਸਿੰਘ ਕਿਲਕਾਰੀਆਂ ਤੇ ਲਲਕਾਰੇ ਮਾਰ ਕੇ ਲੜ ਰਹੇ ਸਨ। ਇਸ ਉੱਤੇ ਵਾਧਾ ਇਹ ਕਿ ਭਾਈ ਕਨਈਆ ਵਰਗੇ ਅੱਗੇ ਵੱਧ ਬਿਨਾਂ ਵਿਤਕਰੇ ਦੇ ਹਰ ਇੱਕ ਨੂੰ ਜਲ ਛਕਾ ਤੇ ਫੱਟੜ ਤੇ ਮਲਮਾ ਲਗਾ ਰਹੇ ਸਨ। ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਸ਼ਬਦਾਂ ਵਿੱਚ ਜਦ ਸ਼ਿਕਾਇਤ ਹੋਈ ਤਾਂ ਗੁਰੂ ਜੀ ਨੇ ਪੁੱਛਿਆ ਕਿ ਇਹ ਤੂੰ ਕੀ ਕਰ ਰਿਹਾ ਹੈ ਤਾਂ ਉਸੇ ਕਿਹਾ, ਮੈਂ ਤਾਂ ਤੁਹਾਡੇ ਹੀ ਸਿੱਖਾਂ ਨੂੰ ਪਾਣੀ ਪਿਲਾ ਰਿਹਾ ਹਾਂ। ਬਾਟਤ ਹੈ ਹਮ ਸੇਵਕ ਥਾਰੀ, ਮੈਨੂੰ ਕੋਈ ਦੂਜਾ ਲੱਗਦਾ ਹੀ ਨਹੀਂ। ਇਸੇ ਹਾਲ ਵਿੱਚ ਕਈ ਮਹੀਨੇ ਬੀਤ ਗਏ। ਫੌਜਾਂ ਤਾਂ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਾਰਾ ਕਰ ਰਹੀਆਂ ਸਨ ਪਰ ਸ਼ਹਿਰ ਵਾਸੀਆਂ ਲਈ ਅੰਨ ਪਾਣੀ ਦਾ ਇੰਤਜ਼ਾਮ ਕਰਨਾ ਕਠਿਨ ਸੀ। ਮੁਗਲਾਂ ਨੂੰ ਸਿੰਘਾਂ ਦੀਆਂ ਅਤੇ ਆਨੰਦਪੁਰ ਦੇ ਵਾਸੀਆਂ ਦੀਆਂ ਤਕਲੀਫਾਂ ਦਾ ਹਾਲ ਪਤਾ ਲੱਗ ਰਿਹਾ ਸੀ। ਇਹ ਨਹੀਂ ਕਿ ਨਿਰੇ ਸਿੰਘ ਹੀ ਦੁਖੀ ਸਨ। ਮੁਗਲ ਫੌਜਾਂ ਅਤੇ ਉਹਨਾਂ ਦੇ ਸਾਥੀ ਰਾਜਿਆਂ ਨੂੰ ਕੋਈ ਘੱਟ ਤਕਲੀਫ ਨਹੀਂ ਸੀ। ਪਹਿਲਾਂ ਉਹਨਾਂ ਨੂੰ ਗਰਮੀ, ਫਿਰ ਬਾਰਿਸ਼ ਅਤੇ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਸਰਦੀ ਸਿਰ ਤੇ ਆ ਪੁੱਜੀ ਸੀ। ਉਹ ਵੀ ਪਿੱਛਾ ਛੁਡਾਉਣਾ ਚਾਹੁੰਦੇ ਸਨ। ਹਜ਼ਾਰਾਂ ਮੁਗਲ ਫੌਜੀ ਮਾਰੇ ਜਾ ਚੁੱਕੇ ਸਨ। ਉਹਨਾਂ ਫਿਰ 2 ਕਾਸਦ, ਇੱਕ ਬ੍ਰਾਹਮਣ ਅਤੇ ਇੱਕ ਸਈਦ ਭੇਜਿਆ। ਉਹਨਾਂ ਦੋਹਾਂ ਨੇ ਗੀਤਾ, ਗਊ ਤੇ ਕੁਰਾਨ ਦੀਆਂ ਕਸਮਾਂ ਉਠਾ ਕੇ ਕਿਹਾ ਕਿ ਕਿਲ੍ਹਾ ਛੱਡ ਜਾਣ ਦੀ ਸੂਰਤ ਵਿੱਚ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਏਗਾ। ਗੁਰੂ ਜੀ ਨੇ ਇਸ ਨੂੰ ਹੋਰ ਚਾਲ ਦੱਸਿਆ। ਮਹਿਮਾ ਪ੍ਰਕਾਸ਼ ਵਾਰਤਕ ਦੇ ਸ਼ਬਦ ਬੜੇ ਭਾਵਪੂਰਤ ਹਨ। ਉਹ ਜਿੱਥੇ ਗੁਰੂ ਜੀ ਦੀ ਦੂਰ ਦ੍ਰਿਸ਼ਟੀ ਦਰਸਾਉਂਦੇ ਹਨ ਉੱਥੇ ਗਾਂ ਸੰਬੰਧੀ ਗੁਰੂ ਨਜ਼ਰੀਆ ਵੀ ਪ੍ਰਗਟਾਉਂਦੇ ਹਨ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ ਰਾਜਿਆਂ ਪੈਗਾਮ ਕੀਆ ਜੋ ਆਪ ਹਮਾਰੇ ਘਰ ਪਹਾੜ ਉੱਪਰ ਆਈਏ ਆਨੰਦਪੁਰ ਛੋੜ। ਸਤਿਗੁਰ ਕਲਗੀਧਰ ਅੰਤਰਜਾਮੀ ਸਭ ਦੇ ਚਿੱਤ ਦੇ ਜਾਣਨਹਾਰ ਨੇ सब विद बूझी जो ये मलेशिया साथ मिल के दगा किया चाहते हैं। ता राजियां माता नानकी जी पास जो गुरु जी दी दादी जी सी पैगाम किया जो हम गऊ व ब्राह्मण व जनेऊ दरमियान देते हैं आपसे दगा न करेंगे। तब माता जी ने गुरु जी पास कहा, यह राजियां का प्रोहित पमानामे आया है। राजे गऊ व ब्राह्मण व जनेऊ दरमियान देते हैं अते शब्द करते हैं। तद सतगुर ने बचन किया जो इस गऊ को छोड़ दे हो इस तो पशु है। यह ना किछ बोल ना कहे इसकी क्या किस्म।
ਪਰ ਸਿੰਘਾਂ ਨੇ ਬੇਨਤੀ ਕੀਤੀ ਕਿ ਜਦ ਕਸਮਾਂ ਉਠਾਉਂਦੇ ਹਨ, ਖਿਮਾ ਮੰਗਦੇ ਹਨ, ਤਾਂ ਕਿਲ੍ਹਾ ਛੱਡ ਜਾਣ ਦਾ ਕੀ ਹਰਜ ਹੈ। ਮਹਾਰਾਜ ਚੁੱਪ ਰਹੇ। ਮੁਗਲਾਂ ਦੀ ਚਾਲ ਨੂੰ ਨੰਗਿਆ ਕਰਨ ਲਈ ਆਪ ਜੀ ਨੇ ਕੁਝ ਗੱਡੇ, ਪਾਟੇ, ਪੁਰਾਣੇ ਕੱਪੜੇ, ਹੱਡੀਆਂ ਅਤੇ ਜਾਨਵਰਾਂ ਦੇ ਪਿੰਜਰ ਭਰ ਕੇ ਉਹਨਾਂ ਉੱਤੇ ਰੇਸ਼ਮੀ ਅਤੇ ਕੀਮਤੀ ਮਖਮਲੀ ਕੱਪੜੇ ਪਾ ਕੇ ਕਿਲ੍ਹੇ ਤੋਂ ਬਾਹਰ ਭੇਜੇ। ਅਜੇ ਕੁਝ ਗੱਡੇ ਦੂਰ ਹੀ ਸਨ ਕਿ ਫੌਜਾਂ ਨੇ ਧਾਵਾ ਬੋਲ ਦਿੱਤਾ। ਮੁਗਲਾਂ ਨੂੰ ਬਹੁਤ ਸ਼ਰਮਿੰਦਗੀ ਉਠਾਉਣੀ ਪਈ, ਪਰ ਚਾਲ ਨੰਗੀ ਹੋ ਗਈ। ਇਸ ਤਰ੍ਹਾਂ ਕੁਝ ਦਿਨ ਹੋਰ ਨਿਕਲ ਗਏ। ਉਧਰੋਂ ਮੁਗਲਾਂ ਨੇ ਆਪਣੇ ਕੀਤੇ ਦੀ ਮੁਆਫ਼ੀ ਮੰਗੀ ਅਤੇ ਔਰੰਗਜ਼ੇਬ ਦੀ ਚਿੱਠੀ ਅਤੇ ਉਸ ਦੇ ਦਸਤਖਤ ਕੀਤਾ। ਕੁਰਾਨ ਭੇਜਿਆ ਕਿ ਉਹਨਾਂ ਦੇ ਅਨੰਦਪੁਰ ਛੱਡਣ 'ਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ। ਗੁਰੂ ਜੀ ਨੇ ਵੀ ਇਸ ਨੂੰ ਇੱਕ ਚਾਲ ਕਿਹਾ, ਪਰ ਜਦ ਸ਼ਹਿਰ ਵਾਸੀ ਅਤੇ ਹੋਰ ਲੋਕ ਅਨੰਦਪੁਰ ਦੇ ਕਿਲ੍ਹੇ ਅੱਗੇ ਆ ਇਕੱਠੇ ਹੋ ਗਏ ਤਾਂ ਪੁਕਾਰ ਕਿਹਾ, ਕਿਲ੍ਹਾ ਛੱਡਣ ਵਿੱਚ ਕੋਈ ਹਰਜ ਨਹੀਂ। ਜਦ ਔਰੰਗਜ਼ੇਬ ਵੀ ਯਕੀਨ ਦਿਵਾਉਂਦਾ ਹੈ ਉਹਨਾਂ ਦਾ ਭੁੱਖ ਨਾਲ ਬੁਰਾ ਹਾਲ ਹੈ, ਮਾਸ ਝੜ ਗਿਆ ਹੈ ਅਤੇ ਉਹ ਹੱਡੀਆਂ ਦਾ ਪਿੰਜਰ ਹੀ ਰਹਿ ਗਏ ਹਨ ਅਤੇ ਪਤਾ ਨਹੀਂ ਕਿ ਭਲਕ ਵੀ ਕੱਢਦੇ ਹਨ ਜਾਂ ਨਹੀਂ। ਗੁਰੂ ਜੀ ਵੀ ਜਾਣਦੇ ਸਨ ਕਿ ਮੁਗਲ ਫੌਜਾਂ ਦਾ ਬਹੁਤ ਦੇਰ ਹੁਣ ਘੇਰਾ ਪਾਈ ਰੱਖਣਾ ਸੰਭਵ ਹੈ। ਇਹ ਤਰਲੇ ਅਤੇ ਕਸਮਾਂ ਤਾਂ ਹੀ ਉਠਾਈਆਂ ਜਾ ਰਹੀਆਂ ਹਨ। ਗੁਰੂ ਜੀ ਨੇ ਕਿਹਾ, ਜਿੱਥੇ ਇਤਨੇ ਦਿਨ ਤਕਲੀਫ ਕੱਟੀ ਹੈ, ਕੁਝ ਦਿਨ ਹੋਰ ਚੱਲ ਲਵੋ, ਫਿਰ ਮਨਮਰਜ਼ੀ ਦਾ ਭੋਜਨ ਵੀ ਲੈਣਾ ਅਤੇ ਆਜ਼ਾਦੀ ਵੀ। ਕੇਤਕ ਦਿਨ ਤੁਮ ਔਰ ਬਿਤਾਵੋ, ਫਿਰ ਮਨ ਇੱਛੇ ਭੋਜਨ ਖਾਵੋ। ਜੇ ਤੁਸਾਂ ਅਨੰਦਪੁਰ ਛੱਡਿਆ ਤਾਂ ਬਹੁਤ ਹੀ ਸ਼ਹੀਦੀਆਂ ਹੋਣਗੀਆਂ। ਪਰ ਸਾਰੇ ਇਹ ਹੀ ਰੱਟ ਲਗਾਉਂਦੇ ਰਹੇ ਕਿ ਜਦ ਬਾਦਸ਼ਾਹ 'ਤੇ ਕੁਰਾਨ ਜਾਮਣ ਹੈ ਤਾਂ ਕੁਝ ਵੀ ਨਹੀਂ ਹੁੰਦਾ। ਗੁਰੂ ਜੀ ਮੁਗਲਾਂ ਦੇ ਪਹਾੜੀਆਂ ਦਾ ਸੁਭਾਅ ਚੰਗੀ ਤਰ੍ਹਾਂ ਜਾਣਦੇ ਸਨ, ਇਸ ਲਈ ਵਾਰ-ਵਾਰ ਚੇਤਾਵਨੀਆਂ ਦੇ ਰਹੇ ਸਨ, ਪਰ ਹੁਣ ਲੋਕ ਰਾਏ ਮੰਨਣੀ ਹੀ ਬਣਦੀ ਸੀ। ਫਿਰ ਵੀ ਸਤਿਗੁਰ ਜੀ ਨੇ ਕਿਹਾ ਕਿ ਕਿਲ੍ਹਾ ਤਾਂ ਛੱਡ ਦਿੰਦੇ ਹਨ, ਪਰ ਭਲੇ ਬੁਰੇ ਦੇ ਤੁਸੀਂ ਜ਼ਿੰਮੇਵਾਰ ਹੋ। ਇੱਥੋਂ ਤੱਕ ਕਿ ਸਿੱਖਾਂ ਕੋਲੋਂ ਅਹਿਦਨਾਮਾ ਵੀ ਲਿਖਵਾਇਆ। 13 ਦਸੰਬਰ 1704 ਨੂੰ ਆਪ ਜੀ ਨੇ ਸ਼ਾਮ ਵੇਲੇ ਅਨੰਦਪੁਰ ਛੱਡ ਦਿੱਤਾ ਅਤੇ ਉਹ ਹੀ ਹੋਇਆ ਜੋ ਮਹਾਰਾਜ ਨੇ ਪਹਿਲਾਂ ਕਿਹਾ ਸੀ। ਚਾਰੇ ਸਾਹਿਬਜ਼ਾਦੇ, 5 ਪਿਆਰੇ, 40 ਮੁਕਤੇ ਅਤੇ ਅਨੇਕਾਂ ਹੋਰ ਸਿੰਘ ਸ਼ਹੀਦ ਹੋਏ। ਮਹਾਨ ਗ੍ਰੰਥ ਵਿਦਿਆਸਰ, ਜਿਸ ਦਾ ਆਕਾਰ ਤੇ ਵਜ਼ਨ ਹੀ ਕੇਵਲ 9 ਮਣ ਸੀ, ਸਰਸਾ ਦੀ ਭੇਟਾ ਹੋ ਗਿਆ। ਭਾਗ 13 ਚਮਕੌਰ ਦੀ ਜੰਗ ਤੇ ਸਾਕਾ ਸਰਹਿੰਦ। ਸਰਸਾ ਦੀ ਭਿਆਨਕ ਜੰਗ। 19 ਦਸੰਬਰ 1704 ਈਸਵੀ ਸ਼ਾਮਾਂ ਵੇਲੇ ਗੁਰੂ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ। ਗੁਰੂ ਜੀ, ਚਾਰੇ ਸਾਹਿਬਜ਼ਾਦੇ, 5 ਪਿਆਰੇ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੋਵਾਂ ਕੁਝ ਸਿੰਘਾਂ ਨਾਲ ਪਹਿਲਾਂ ਨਿਕਲੇ ਅਤੇ ਪਿੱਛੋਂ ਸਿੰਘਾਂ ਦੇ ਜਥੇ ਕੁਝ ਵਕਫੇ ਬਾਅਦ ਆਉਂਦੇ ਰਹੇ। ਜਦ ਮੁਗਲ ਫੌਜਾਂ ਨੂੰ ਗਈ ਰਾਤ ਗੁਰੂ ਜੀ ਦੇ ਪਰਿਵਾਰ ਸਮੇਤ ਕਿਲ੍ਹਾ ਛੱਡਣ ਜਾਣ ਦਾ ਪਤਾ ਲੱਗਾ ਤਾਂ ਕਈ ਦਸਤੇ ਸਰਸਾ ਵੱਲ ਵਜ਼ੀਰ ਖਾਨ ਨੇ ਭੇਜੇ। ਸਰਸਾ ਕਿਨਾਰੇ ਹੀ ਜੰਗ ਸ਼ੁਰੂ ਹੋ ਗਈ। ਸਰਸਾ ਵੀ ਬਾਰਿਸ਼ ਕਾਰਨ ਚੜ੍ਹੀ ਹੋਈ ਸੀ। ਭਾਈ ਉਦੈ ਸਿੰਘ ਜੀ, ਜਿਨ੍ਹਾਂ ਰਾਜਾ ਕੇਸਰੀ ਚੰਦ ਦਾ ਜੰਗ ਵਿੱਚ ਸਿਰ ਉਤਾਰਿਆ ਸੀ, ਪਿੱਛੇ ਮੁੜ ਕੇ ਫੌਜੀ ਦਸਤਿਆਂ ਨੂੰ ਰੋਕ ਰਹੇ ਸਨ, ਪਰ ਮੁਗਲਾਂ ਦੀ ਗਿਣਤੀ ਇਤਨੀ ਜ਼ਿਆਦਾ ਸੀ ਕਿ ਉਹ ਉੱਥੇ ਹੀ ਸ਼ਹੀਦ ਹੋ ਗਏ। ਉਹਨਾਂ ਦੀ ਥਾਂ ਭਾਈ ਜੀਵਨ ਸਿੰਘ, ਜਿਨ੍ਹਾਂ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਂਦਾ ਸੀ, ਨੇ ਮੱਲ ਲਈ ਅਤੇ ਫੌਜਾਂ ਨੂੰ ਠੱਲ ਪਾ ਦਿੱਤੀ। ਪਰ ਜਦ ਉਹਨਾਂ ਡਿੱਠਾ ਕਿ ਬਾਬਾ ਅਜੀਤ ਸਿੰਘ ਜੀ ਘੇਰੇ ਵਿੱਚ ਆ ਗਏ ਹਨ ਤਾਂ ਉਹਨਾਂ ਆਪਣਾ ਮੂੰਹ ਉੱਧਰ ਕੀਤਾ। ਬਾਬਾ ਅਜੀਤ ਸਿੰਘ ਜੀ ਤਾਂ ਸਰਸਾ ਪਾਰ ਕਰ ਗਏ, ਪਰ ਭਾਈ ਜੀਵਨ ਸਿੰਘ ਜੀ ਉੱਥੇ ਹੀ ਸ਼ਹੀਦ ਹੋ ਗਏ। ਪਰਿਵਾਰ ਵਿਛੋੜਾ। ਸਰਸਾ ਕਿਨਾਰੇ ਹੀ ਗੁਰੂ ਜੀ ਨੇ ਪਰਿਵਾਰ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ। ਬਾਬਾ ਅਜੀਤ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਕੁਝ ਸਿੰਘ ਉਹਨਾਂ ਨਾਲ ਰੱਖੇ ਅਤੇ ਸਰਸਾ ਪਾਰ ਕਰਕੇ ਰੋਪੜ ਪੁੱਜ ਗਏ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ, ਭਾਈ ਮਣੀ ਸਿੰਘ ਜੀ ਨਾਲ ਹਰਿਦੁਆਰ ਚਲੇ ਗਏ ਅਤੇ ਉੱਥੋਂ ਦਿੱਲੀ ਆਏ। ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕੂਮੇ ਮਾਸ਼ਕੀ ਨਾਲ ਉਸਦੀ ਝੁੱਗੀ ਵਿੱਚ ਸਰਸਾ ਕਿਨਾਰੇ ਹੀ ਰੁਕ ਗਏ। ਉੱਥੋਂ ਗੰਗੋ ਬ੍ਰਾਹਮਣ ਆਪਣੇ ਨਾਲ ਪਿੰਡ ਲੈ ਗਿਆ। ਸਾਰਾ ਪਰਿਵਾਰ ਵਿਛੜ ਗਿਆ। ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ। ਸੰਸਾਰ ਦਾ ਅਨੋਖਾ ਯੁੱਧ। 20 ਦਸੰਬਰ ਦੀ ਰਾਤ ਆਪ ਜੀ ਨੇ ਰੋਪੜ ਕੱਟੀ। ਮੁਗਲ ਫੌਜਾਂ ਸਾਰੀ ਰਾਤ ਪਿੱਛਾ ਕਰਦੀਆਂ ਰਹੀਆਂ। 21 ਦਸੰਬਰ ਦਾ ਸਾਰਾ ਦਿਨ ਗੁਰੂ ਜੀ ਰੋਪੜ ਹੀ ਰਹੇ ਅਤੇ ਕੋਟਲਾ ਨਿਹੰਗ ਸਿੰਘ ਦੇ ਪਠਾਨ ਨੇ ਰਾਖੀ ਰੱਖੀ ਅਤੇ ਜਾਨ ਤੇ ਖੇਡ ਕੇ ਆਂਚ ਨਾ ਆਉਣ ਦਿੱਤੀ। 21 ਦਸੰਬਰ ਦੀ ਰਾਤ ਨੂੰ ਆਪ ਜੀ ਨੇ ਚਮਕੌਰ ਜਾਣ ਦਾ ਫੈਸਲਾ ਕੀਤਾ। ਉੱਥੋਂ ਦੇ ਜ਼ਿਮੀਂਦਾਰ ਚੌਧਰੀ ਬੁੱਧੀ ਚੰਦ ਨੇ ਆਪ ਜੀ ਨੂੰ ਆ ਬੇਨਤੀ ਕੀਤੀ ਕਿ ਰੋਪੜ ਦੇ ਖੁੱਲ੍ਹੇ ਮੈਦਾਨ ਨਾਲੋਂ ਹਵੇਲੀ ਦੀ ਕੱਚੀ ਗੜੀ ਵਿੱਚ ਕੁਝ ਬਚਾਅ ਹੋ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਵੀ ਉਸ ਗੜੀ ਵਿੱਚ ਕਈ ਦਿਨ ਕੁਰੂਕਸ਼ੇਤਰ ਤੋਂ ਮੁੜਦਿਆਂ ਰਹਿ ਚੁੱਕੇ ਸਨ। ਕੈਸੀ ਬਹਾਦਰੀ ਭਰੀ ਜਾ ਚੁੱਕੀ ਸੀ ਪੰਜਾਬ ਦੇ ਲੋਕਾਂ ਵਿੱਚ। ਉਸ ਦੀ ਝਾਕੀ ਚੌਧਰੀ ਬੁੱਧੂ ਚੰਦ ਦੇ ਆਖੇ ਸ਼ਬਦ ਹਨ। ਉਹ ਜਾਣਦਾ ਸੀ ਕਿ ਗੁਰੂ ਜੀ ਪਿੱਛੇ ਮੁਗਲ ਫੌਜਾਂ ਲੱਗੀਆਂ ਹੋਈਆਂ ਹਨ ਅਤੇ ਟਿਕਾਣਾ ਦੇਣਾ ਜਾਣ ਤੇ ਖੇਡਣਾ ਹੀ ਹੈ, ਪਰ ਉਸਨੇ ਮੁੱਖ ਨਾ ਮੋੜਿਆ।
ਜ਼ਿਮੀਦਾਰ ਨੇ ਆ ਕੇ ਬੇਨਤੀ ਕੀਤੀ, हे ਗੁਰੂ ਮਹਾਰਾਜ, ਤੁਸੀਂ ਸਾਡੇ ਲਈ ਇਤਨੇ ਤਸੀਹੇ ਝੱਲ ਰਹੇ ਹੋ ਜਿਸ ਦਾ ਕੋਈ ਅੰਤ ਹੀ ਨਹੀਂ। ਆਪ ਜੀ ਦੀ ਕੋਈ ਸਹਾਇਤਾ ਅਸੀਂ ਨਹੀਂ ਕਰ ਸਕਦੇ। ਅਸੀਂ ਜਿਤਨੇ ਜੋਗੇ ਹਾਂ ਹਾਜ਼ਰ ਹਾਂ। ਇਸ ਲਈ ਖੁੱਲੀ ਥਾਂ ਨਾਲੋਂ ਹਵੇਲੀ ਫਿਰ ਵੀ ਬਚਾਓ ਵਾਲੀ ਹੈ। ਅਗਲੇ ਦਿਨ ਸਵੇਰੇ 22 ਦਸੰਬਰ 1704 ਨੂੰ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋ ਗਿਆ। ਇੱਕ ਪਾਸੇ 40 ਭੁੱਖੇ ਭਾਣੇ ਤਿਹਾਏ ਥੱਕੇ ਅਤੇ ਦੂਜੇ ਪਾਸੇ 10 ਲੱਖ। ਗੁਰੂ ਜੀ ਨੇ ਆਪ ਜਫਰਨਾਮਾ ਵਿੱਚ ਗਵਾਹੀ ਦਿੱਤੀ ਹੈ ਕਿ ਇੱਕ ਪਾਸੇ ਲਾਚਾਰ ਭੁੱਖੇ 40 ਸਿੰਘ ਸਨ ਅਤੇ ਦੂਜੇ ਪਾਸੇ 10 ਲੱਖ ਸਨ। ਨਵਾਬ ਵਜ਼ੀਰ ਖਾਂ ਨੇ ਸਵੇਰੇ ਹੀ ਢੰਡੋਰਾ ਪਿਟਵਾਇਆ ਕਿ ਜੇ ਗੁਰੂ ਜੀ ਆਪਣੇ ਆਪ ਨੂੰ ਆਪਣੇ ਸਾਥੀਆਂ ਸਮੇਤ ਪੇਸ਼ ਕਰ ਦੇਣ ਤਾਂ ਉਹਨਾਂ ਦੀ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ। ਇਸ ਢੰਡੋਰੇ ਦਾ ਜਵਾਬ ਗੁਰੂ ਜੀ ਨੇ ਤੀਰਾਂ ਦੀ ਵਿਛਾੜ ਨਾਲ ਦਿੱਤਾ। ਮੁਗਲ ਫੌਜਾਂ ਨੇ ਵੀ ਤੀਰਾਂ ਦੀ ਬਾਰਿਸ਼ ਸ਼ੁਰੂ ਕਰ ਦਿੱਤੀ, ਪਰ ਕਿਲੇ ਦੀ ਦੀਵਾਰ ਨੇੜੇ ਕੋਈ ਆਉਣ ਦੀ ਹਿੰਮਤ ਨਹੀਂ ਸੀ ਕਰ ਸਕਦਾ। ਮੁਗਲਾਂ ਦੇ ਇੱਕ ਜਰਨੈਲ ਨਾਹਰ ਖਾਨ ਨੇ ਅਸ਼ੋਪਲੇ ਜਿਹੇ ਪੌੜੀ ਲਗਾ ਕੇ ਹਵੇਲੀ ਤੇ ਚੜ੍ਹਨਾ ਚਾਹਿਆ। ਜਦ ਉਸਨੇ ਦੀਵਾਰ ਤੋਂ ਜਰਾ ਕੁ ਸਿਰ ਉੱਚਾ ਕੀਤਾ ਤਾਂ ਮਹਾਰਾਜ ਨੇ ਤੀਰ ਨਾਲ ਉਸ ਨੂੰ ਉੱਥੇ ਹੀ ਚਿੱਤ ਕਰ ਦਿੱਤਾ। ਉਸ ਦੇ ਡਿੱਗਦਿਆਂ ਹੀ ਗਣੀ ਖਾਨ ਨੇ ਸਿਰ ਕੱਢਿਆ ਤਾਂ ਗੁਰੂ ਜੀ ਨੇ ਗੁਰਜ ਨਾਲ ਉਸ ਦਾ ਸਿਰ ਭੰਨਿਆ ਅਤੇ ਮਿੱਝ ਕੱਢ ਦਿੱਤੀ। ਤੀਜਾ ਖਵਾਜਾ ਮਹਿਮੂਦ ਅਲੀ, ਜਿਸ ਨੂੰ ਗੁਰੂ ਜੀ ਨੇ ਬੁਜ਼ਦਿਲ ਅਤੇ ਡਰਪੋਕ ਹੋਣ ਦਾ ਮਰਦੂਦ ਲਿਖਿਆ ਹੈ, ਨੇ ਸਾਥੀਆਂ ਨੂੰ ਮਰਦੇ ਦੇਖ ਕੰਧ ਦਾ ਓਹਲਾ ਲੈ ਕੇ ਨੱਸ ਗਿਆ। ਲਤੀਫ ਨੇ ਵੀ ਇਹ ਹੀ ਲਿਖਿਆ ਹੈ ਕਿ ਖਵਾਜਾ ਮਹਿਮੂਦ ਅਲੀ ਨੇ ਇੱਕ ਏਲਚੀ ਵੀ ਚਮਕੌਰ ਦੀ ਗੜੀ ਅੰਦਰ ਭੇਜਿਆ, ਜਿਸ ਪੈਗਾਮ ਦੇਣ ਉਪਰੰਤ ਕੁਝ ਕੋਝੇ ਸ਼ਬਦ ਗੁਰੂ ਜੀ ਦੀ ਸ਼ਾਨ ਵਿੱਚ ਬੋਲੇ ਤਾਂ ਬਾਬਾ ਅਜੀਤ ਸਿੰਘ ਨੇ ਤਲਵਾਰ ਧੂ ਲਈ ਅਤੇ ਕਿਹਾ, ਜੇ ਤੂੰ ਹੋਰ ਕੋਈ ਸ਼ਬਦ ਬੋਲੇ ਤਾਂ ਸਿਰ ਧੜ ਨਾਲੋਂ ਉਤਾਰ ਦੇਵਾਂਗਾ ਅਤੇ ਟੋਟੇ ਟੋਟੇ ਕਰ ਦੇਵਾਂਗਾ। ਹੁਣ ਚੁੱਪ ਕਰ ਜਾ ਤੇ ਚਲਾ ਜਾ। ਗੱਲਾਂ ਮੈਦਾਨੇ ਜੰਗ ਵਿੱਚ ਹੋਣਗੀਆਂ। ਕਿਤਨੀ ਚੜ੍ਹਦੀ ਕਲਾ ਵਿੱਚ ਸੀ ਗੁਰੂ ਸਪੂਤ। ਇੱਕ ਪਾਸੇ ਸਿੰਘਾਂ ਦੀ ਵੀਰਤਾ, ਦੂਜੇ ਪਾਸੇ ਮੁਗਲ ਸਰਦਾਰਾਂ ਦੀ ਕਾਇਰਤਾ ਨੇ ਮੁਗਲ ਫੌਜਾਂ ਵਿੱਚ ਘਬਰਾਹਟ ਪੈਦਾ ਕਰ ਦਿੱਤੀ। ਨਵਾਬ ਸਰਹੰਦ ਨੇ ਮੌਕਾ ਸੰਭਾਲਦੇ ਹੋਏ ਫੌਜਾਂ ਨੂੰ ਇੱਕੋ ਵਾਰ ਹਮਲਾ ਕਰਨ ਦਾ ਐਲਾਨ ਕੀਤਾ। ਇਸ ਤੋਂ ਗੁਰੂ ਜੀ ਨੇ ਹੱਲੇ ਦੇ ਟਾਕਰੇ 5-5 ਸਿੰਘਾਂ ਦੇ ਜਥੇ ਕਿਲੇ ਦੀ ਦੀਵਾਰ ਤੋਂ ਬਾਹਰ ਭੇਜਣੇ ਆਰੰਭ ਕਰ ਦਿੱਤੇ। ਕਿਲੇ ਦੀਆਂ ਚਾਰੇ ਬਾਹੀਆਂ ਤੇ ਵੀ ਕੁਝ ਸਿੰਘ ਖੜੇ ਕਰ ਦਿੱਤੇ। ਗੁਰੂ ਜੀ ਆਪੂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜੀ ਦੀ ਮਮਟੀ ਤੇ ਚੜ੍ਹ ਗਏ। ਭਾਈ ਮਦਨ ਸਿੰਘ ਅਤੇ ਭਾਈ ਕੌਡਾ ਸਿੰਘ ਨੂੰ ਗੜੀ ਦੇ ਦਰਵਾਜ਼ੇ ਤੇ ਖੜਾ ਕਰ ਦਿੱਤਾ। ਬਾਹਰ ਨਿਕਲਦੇ ਸਾਰ ਸਿੰਘ ਸੂਰਮਿਆਂ ਨੇ ਵਧੀ ਆ ਰਹੀ ਫੌਜ ਨੂੰ ਅੱਗੇ ਜਾ ਲਿਆ। ਉੱਪਰੋਂ ਗੁਰੂ ਜੀ ਅਤੇ ਸਿੰਘ ਗੋਲੀਆਂ, ਬੰਦੂਕਾਂ ਅਤੇ ਤੀਰਾਂ ਦੀ ਸੱਚਮੁੱਚ ਹੀ ਬਾਰਿਸ਼ ਕਰ ਰਹੇ ਸਨ। 2 ਘੜੀਆਂ ਖੂਬ ਲੋਹੇ ਤੇ ਲੋਹਾ ਵੱਜਾ। ਸੈਂਕੜੇ ਮੈਦਾਨ ਵਿੱਚ ਹੀ ਡਿੱਗ ਪਏ। ਲਹੂ ਮਿੱਝ ਦਾ ਚਿੱਕੜ ਹੋ ਗਿਆ। ਹਾਹਾਕਾਰ ਦੇ ਰੌਲੇ ਨਾਲ ਆਸਮਾਨ ਗੂੰਜ ਉੱਠਿਆ। ਇਤਨਾ ਲਹੂ ਡੁੱਲਿਆ ਕਿ ਧੂੜ ਵੀ ਉੱਡਣੋਂ ਬੰਦ ਹੋ ਗਈ। 5 ਸਿੰਘ ਸ਼ਹੀਦ ਹੋ ਗਏ। ਮਹਾਰਾਜ ਨੇ ਫਿਰ ਖਜਾਨ ਸਿੰਘ, ਭਾਈ ਧਿਆਨ ਸਿੰਘ, ਭਾਈ ਦਾਨ ਸਿੰਘ ਭੇਜੇ, ਪਰ ਉਹ ਵੀ ਕਰਤੱਵ ਦਿਖਾ ਗੁਰਪੁਰੀ ਸਿਧਾਰ ਗਏ। ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹਾਦਤ ਗੁਰੂ ਜੀ ਆਪ ਦੇਖ ਰਹੇ ਸਨ ਕਿ ਹੁਣ ਨਵਾਬ ਸਰਹਿੰਦ ਵਜ਼ੀਰ ਖਾਂ ਇੱਕੋ ਹੱਲੇ ਨਾਲ ਗੜੀ ਤੇ ਹਮਲਾ ਕਰਨਾ ਚਾਹੁੰਦਾ ਹੈ। ਇਸ ਮੰਤਵ ਲਈ ਨਵਾਬ ਨੇ ਆਪਣੇ ਜਰਨੈਲਾਂ ਹਦੈਤ ਖਾਂ, ਇਸਮਾਇਲ ਖਾਂ, ਫੁਲਾਦ ਖਾਂ, ਸੁਲਤਾਨ ਖਾਨ, ਅਸਮਾਨ ਖਾਨ, ਜਹਾਨ ਖਾਨ, ਖਲੀਲ ਖਾਨ ਅਤੇ ਭੂਰੇ ਖਾਨ ਨੂੰ ਖਾਸ ਹਦਾਇਤਾਂ ਦਿੱਤੀਆਂ ਅਤੇ ਉਹ ਸਾਰੇ ਹੀ ਗੜੀ ਵੱਲ ਵਧੇ। ਹਰ ਕੋਈ ਜਾਣਦਾ ਸੀ ਕਿ ਇਤਨਾ ਵੱਡਾ ਹੱਲਾ ਰੋਕਣਾ ਕੋਈ ਆਸਾਨ ਕੰਮ ਨਹੀਂ। ਇਸ ਲਈ ਸਿੰਘਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਉਹ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਨਿਕਲ ਜਾਣ। ਗੁਰੂ ਜੀ ਨੇ ਸੁਣੀ ਅਣਸੁਣੀ ਕਰ ਦਿੱਤੀ ਅਤੇ ਹੁੰਦੀ ਜੰਗ ਵੱਲ ਇਸ਼ਾਰਾ ਕੀਤਾ ਅਤੇ ਗਿਰਜਾਂ ਤੇ ਇੱਲਾਂ ਦੇ ਝੁਰਮੁੱਟ ਦਾ ਉੱਡ ਉੱਡ ਲੋਥਾਂ ਤੇ ਪੈਣ ਵੱਲ ਇਸ਼ਾਰਾ ਕੀਤਾ। ਵਾਹ ਵਾਹ ਬੇਪਰਵਾਹ ਗੁਰੂ ਗੋਬਿੰਦ ਸਿੰਘਾਂ ਫਿਰ ਬੇਨਤੀ ਕੀਤੀ, ਮਹਾਰਾਜ ਜੀ, ਤੁਹਾਡਾ ਸਾਹਿਬਜ਼ਾਦਿਆਂ ਨਾਲ ਗੜੀ ਛੱਡ ਜਾਣਾ ਹੀ ਠੀਕ ਨੀਤੀ ਹੈ। ਇਹ ਗੱਲ ਸੁਣ ਕੇ ਮਹਾਰਾਜ ਨੇ ਕਿਹਾ, ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ। ਸਿੰਘ ਇਹ ਵਾਕ ਸੁਣ ਕੇ ਅਵਾਕ ਹੋ ਗਏ। ਬਾਬਾ ਅਜੀਤ ਸਿੰਘ ਨੂੰ ਜੰਗ ਵਿੱਚ ਜੂਝਣ ਦੀ ਆਗਿਆ ਦਿੱਤੀ। ਮਹਾਰਾਜ ਨੇ ਖੁਸ਼ੀ ਨਾਲ ਥਾਪੀ ਦਿੱਤੀ ਅਤੇ ਚਾਅ ਵੀ ਪ੍ਰਗਟ ਕੀਤਾ ਕਿ ਉਹ ਆਪਣੇ ਬੇਟੇ ਨੂੰ ਜੂਝਦਿਆਂ ਦੇਖ ਨਿਹਾਲ ਹੋਣਗੇ। ਬਾਬਾ ਜੀ ਨੇ ਵੀ ਕਿਹਾ, ਦੇਖੀਏ ਆਜ ਤਮਾਸ਼ਾ। ਗੁਰੂ ਜੀ ਨੇ ਬਾਬਾ ਅਜੀਤ ਸਿੰਘ ਨਾਲ 8 ਸਿੰਘ, ਭਾਈ ਮੋਹਕਮ ਸਿੰਘ ਜੋ 50 ਪਿਆਰਿਆਂ ਵਿੱਚੋਂ ਇੱਕ ਸਨ, ਭਾਈ ਈਸ਼ਰ ਸਿੰਘ, ਭਾਈ ਲਾਲ ਸਿੰਘ, ਭਾਈ ਨੰਦ ਸਿੰਘ, ਭਾਈ ਕੇਸਰ ਸਿੰਘ, ਭਾਈ ਦੇਵਾ ਸਿੰਘ, ਭਾਈ ਕੀਰਤੀ ਸਿੰਘ ਅਤੇ ਭਾਈ ਮੋਹਰ ਸਿੰਘ ਜੰਗ ਦੇ ਮੈਦਾਨ ਵੱਲ ਭੇਜੇ। ਬਾਬਾ ਅਜੀਤ ਸਿੰਘ ਦੀ ਉਮਰ ਉਸ ਵੇਲੇ ਕੇਵਲ 19 ਕੁ ਸਾਲ ਦੀ ਸੀ। ਹਵੇਲੀ ਤੋਂ ਬਾਹਰ ਨਿਕਲਦਿਆਂ ਹੀ ਸਭ ਸਿੰਘਾਂ ਨੇ ਜੈਕਾਰਾ ਛੱਡਿਆ। ਸਿੰਘ ਵੱਖ ਮਾਣ ਮਹਿਸੂਸ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਦੀ ਜਥੇਦਾਰੀ ਹੇਠ ਜੂਝਣ ਤੇ ਟਕਰਾਉਣ ਦਾ ਅਵਸਰ ਮਿਲਿਆ ਸੀ। ਬਾਬਾ ਅਜੀਤ ਸਿੰਘ ਜੀ ਨੂੰ ਅੱਗੇ ਵਾਧਾ ਦੇਖ ਕੇ
ਪਾਲਕੂ ਵੈਰੀ ਠਠੰਬਰੇ, ਕਿਉਂਕਿ ਉਹਨਾਂ ਦੀਆਂ ਕਿਤਾਬਾਂ ਵਿੱਚ ਕੋਈ ਬਾਪ ਐਸਾ ਨਹੀਂ ਜੋ ਪੁੱਤਰ ਨੂੰ ਹੱਸ ਕੇ ਸ਼ਹੀਦੀ ਪ੍ਰਾਪਤ ਕਰਨ ਲਈ ਭੇਜੇ। ਮੁਗਲ ਫੌਜਾਂ ਨੇ ਚਾਰੇ ਪਾਸਿਓਂ ਸਾਹਿਬਜ਼ਾਦੇ ਨੂੰ ਘੇਰ ਲਿਆ, ਪਰ ਸਾਹਿਬਜ਼ਾਦੇ ਦੇ 2 ਤਿੱਖੇ ਤੀਰਾਂ ਨੇ ਕਈਆਂ ਦੀਆਂ ਛਾਤੀਆਂ ਵਿੰਨ ਸੁੱਟੀਆਂ। ਬਾਬਾ ਅਜੀਤ ਸਿੰਘ ਨੇ ਗਰਜ ਕੇ ਕਿਹਾ, ਉਹ ਸਾਹਮਣੇ ਆਵੇ ਜਿਸ ਦੇ ਜੀ ਕੋਈ ਚਾਹ ਹੈ। ਸੈਨਾਪਤੀ ਲਿਖਦਾ ਹੈ, ਕਰੀ ਆਵਾਜ਼ ਅਬ ਆਓ ਅਰਮਾਨ ਜਹ, ਸਕਲ ਦਲ ਦੇਖ ਦਿਉਰੇ ਅਪਾਰੋ, ਘੇਰ ਚਹੂ ਦਿਸ ਲਿਓ ਆਨ ਤੁਕਰਨ ਨੇ, ਕਰਤ ਸੰਗਰਾਮ ਰਣਜੀਤ ਭਾਰੋ। ਕਈ ਭੱਜ ਕੇ ਸਾਹਮਣੇ ਆਏ, ਪਰ ਬਾਬਾ ਜੀ ਨੇ ਐਸੀ ਕਰਾਰੀ ਸੱਟ ਮਾਰੀ ਕਿ ਸਭ ਅੱਲਾ ਅੱਲਾ ਪੁਕਾਰਨ ਲੱਗੇ। ਪਰ ਟਾਕਰਾ ਕਿਤਨੀ ਕੁ ਦੇਰ ਹੁੰਦਾ, ਤੀਰਾਂ ਦੀ ਗਿਣਤੀ ਮੇਣਵੀਂ ਸੀ। ਤੀਰ ਤੁਰੰਤ ਮੁੱਕ ਗਏ। ਸਿੰਘਾਂ ਹੁਣ ਤਲਵਾਰਾਂ ਸੰਭਾਲ ਲਈਆਂ, ਪਰ ਬਾਬਾ ਅਜੀਤ ਸਿੰਘ ਜੀ ਨੇਜੇ ਨਾਲ ਵਾਰ ਕਰਦੇ ਰਹੇ। ਸੰਜੋਗ ਨਾਲ ਤਨ ਢੱਕੇ ਇੱਕ ਮੁਗਲ ਸਰਦਾਰ ਦੇ ਸੀਨੇ ਵਿੱਚ ਜਦ ਬਾਬਾ ਜੀ ਨੇ ਨੇਜੇ ਨਾਲ ਵਾਰ ਕੀਤਾ ਤਾਂ ਨੇਜਾ ਵਾਪਸ ਕੱਢਣ ਵੇਲੇ ਉਸ ਦੀ ਅਣੀ ਮੁੜ ਗਈ ਅਤੇ ਨੇਜਾ ਵਿੱਚ ਹੀ ਖੁੱਭਿਆ ਰਿਹਾ। ਆਪ ਜੀ ਨੇ ਵੀ ਤਲਵਾਰ ਸੰਭਾਲ ਲਈ ਅਤੇ ਘੋੜੇ ਉੱਤੇ ਸਵਾਰ ਦੁਸ਼ਮਣ ਦੀਆਂ ਫੌਜਾਂ ਵਿੱਚ ਘੁਸ ਗਏ। ਉਸ ਸਮੇਂ ਉਹਨਾਂ ਦੀ ਸ਼ਵ ਦੇਖਣ ਵਾਲੀ ਸੀ। ਲੜਦੇ ਲੜਦੇ ਨਾਲ ਦੇ 8 ਸਿੰਘ ਸ਼ਹੀਦ ਹੋ ਚੁੱਕੇ ਸਨ। ਬਾਬਾ ਜੀ ਨੂੰ ਵੀ ਇੱਕ ਮੁਗਲ ਸਰਦਾਰ ਨੇ ਕੱਸ ਕੇ ਨੇਜਾ ਮਾਰਿਆ। ਆਪ ਜੀ ਵਾਰ ਬਚਾ ਗਏ, ਪਰ ਘੋੜਾ ਜ਼ਖਮੀ ਹੋ ਗਿਆ। ਆਪ ਜੀ ਉਸ ਵੇਲੇ ਪੈਦਲ ਹੋ ਗਏ ਅਤੇ ਤਲਵਾਰ ਦੇ ਜੋਹਰ ਦਿਖਾਉਣ ਲੱਗੇ। ਤਲਵਾਰ ਕਿਵੇਂ ਚੱਲ ਰਹੀ ਸੀ, ਉਸ ਬਾਰੇ ਸੈਨਾਪਤੀ ਨੇ ਲਿਖਿਆ ਹੈ, ਟੂਟ ਕੇ ਸੰਗ ਦੋਏ ਟੁਕ ਹੋਈ ਭੂਈ ਭਰੀ, ਗਹੀ ਤਲਵਾਰ ਦਲ ਦਲ ਬਹੁਤ ਮਾਰੀ, ਏਕ ਕੇ ਧਰ ਦੁਏ ਟੁਕਰੇ ਕਰੇ, ਸੀਸ ਦੋਏ ਕੇ ਧਰਤ ਕਰਤ ਚਾਰੇ, ਭਾਂਤ ਇਹ ਪੂਰ ਪ੍ਰਵਾਹ ਦੀਨੇ ਕਈ, ਰਖਤ ਦਰਿਆਓ ਮੇ ਪਰੇ ਸਾਰੇ। ਇਕੱਲਿਆਂ ਦੇਖ ਸਾਰੇ ਹੀ ਇੱਕੋ ਵਾਰ ਬਾਬਾ ਅਜੀਤ ਸਿੰਘ ਤੇ ਧਾ ਪਏ ਅਤੇ ਉੱਥੇ ਹੀ ਸ਼ਹੀਦ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਾਰਾ ਯੁੱਧ ਅੱਖੀਂ ਡਿੱਠਿਆ ਅਤੇ ਸਾਹਿਬਜ਼ਾਦੇ ਦੀ ਸ਼ਹਾਦਤ ਤੇ ਆਪੂ ਜੈਕਾਰਾ ਛੱਡਿਆ ਅਤੇ ਬਚਨ ਬੋਲੇ, ਪੀਓ ਪਿਆਲਾ ਪ੍ਰੇਮ ਕਾ ਭਇਓ ਸੁਮਨ ਅਵਤਾਰ, ਆਸ ਖਾਸ ਭਏ ਖਾਲਸਾ ਸਤਿਗੁਰ ਕੇ ਦਰਬਾਰ। ਬਾਬਾ ਜੁਝਾਰ ਸਿੰਘ ਦੀ ਸ਼ਹਾਦਤ। ਆਪਣੇ ਵੱਡੇ ਭਰਾ ਨੂੰ ਸ਼ਹਾਦਤ ਪਾਉਂਦਿਆਂ ਦੇਖ ਕੇ ਬਾਬਾ ਜੁਝਾਰ ਸਿੰਘ ਜੀ ਨੂੰ ਵੀ ਚਾਅ ਚੜ੍ਹ ਗਿਆ ਅਤੇ ਜ਼ੋਰ ਦੀ ਉੱਚੀ ਆਵਾਜ਼ ਨਾਲ ਕਿਹਾ, ਵੀਰਾ ਰਤਾ ਕੂ ਠਹਿਰ, ਮੈਂ ਵੀ ਆ ਰਿਹਾ ਹਾਂ। ਮੈਂ ਤੁਮ ਭਰਾਤ ਸਦਾ ਸੰਗ ਜਾਨਾ, ਮੈਂ ਪਾਛੇ ਤਦ ਕਰਾਂ ਪਿਆਨਾ। ਅਤੇ ਜੰਗ ਵਿੱਚ ਸ਼ਹਾਦਤ ਪ੍ਰਾਪਤ ਕਰਨ ਲਈ ਆਪਾ ਪੇਸ਼ ਕੀਤਾ। ਮਹਾਰਾਜ ਨੇ ਕਿਹਾ, ਜਰਾ ਕੁ ਰੁਕ। ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਵੱਧ ਮੱਥਾ ਚੂਮਿਆ, ਕੇਸਰ ਛਿੜਕਿਆ ਅਤੇ ਸ਼ਹੀਦੀ ਟਿੱਕਾ ਲਾ ਛਾਤੀ ਨਾਲ ਲਗਾਇਆ ਅਤੇ ਫਰਮਾਇਆ, ਜਾਓ ਇੱਥੇ ਜਸ ਪਾਇਓ ਤੇ ਆਗੇ ਸੁੱਖ। ਜੋਗੀ ਅੱਲਾ ਯਾਰ ਨੇ ਇੱਥੇ ਇੱਕ ਬਹੁਤ ਸੋਹਣੀ ਟੂਕ ਦਿੱਤੀ ਹੈ। ਗੁਰੂ ਜੀ ਨੇ ਸਾਹਿਬਜ਼ਾਦੇ ਨੂੰ ਕਿਹਾ, ਕਹਾ ਥਾ ਬਾਪ ਕੋ ਜਾਂ ਦੀਜੇ ਧਰਮ ਪਰ, ਅਬ ਕਹਤੇ हैं बेटा आपको ਜਾਂ ਦੀਏ ਧਰਮ ਪਰ। 5 ਪਿਆਰਿਆਂ ਵਿੱਚੋਂ 2 ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਅਤੇ 3 ਹੋਰ ਸਿੰਘ ਬਾਬਾ ਜੁਝਾਰ ਸਿੰਘ ਨਾਲ ਭੇਜੇ। ਬਾਬਾ ਜੀ ਦੀ ਉਮਰ ਉਸ ਵੇਲੇ ਕੇਵਲ 14 ਸਾਲ 8 ਮਹੀਨੇ ਤੇ 17 ਦਿਨ ਸੀ। ਫਿਰ ਦੁਬਾਰਾ ਰਣ ਗਰਮ ਹੋ ਗਿਆ। ਲੋਥਾਂ ਤੇ ਲੋਥਾਂ ਡਿੱਗਣ ਲੱਗੀਆਂ। ਮੁਗਲ ਫੌਜਾਂ ਦੇ ਹੌਸਲੇ ਵਧੇ ਹੋਏ ਸਨ। ਉਹਨਾਂ ਬਾਬਾ ਜੁਝਾਰ ਸਿੰਘ ਅਤੇ ਉਹਨਾਂ ਦੇ 5 ਸਾਥੀਆਂ ਨੂੰ ਘੇਰ ਲਿਆ। ਬਾਬਾ ਜੀ ਨੇ ਨੇਜਾ ਹੱਥੀਂ ਸੰਭਾਲ ਲਿਆ। ਜਿੱਥੇ ਵੀ ਉਹਨਾਂ ਦਾ ਨੇਜਾ ਵੱਜਦਾ ਉਹ ਵੈਰੀ ਨੂੰ ਮਾਰ ਮੁਕਾਉਂਦਾ। ਬਾਬਾ ਜੁਝਾਰ ਸਿੰਘ ਖੰਡਾ ਇਵੇਂ ਚਲਾ ਰਹੇ ਸਨ ਜਿਵੇਂ ਕੋਈ ਕਿਸਾਨ ਖੇਤੀ ਵਿੱਚ ਦਾਤੀ ਚਲਾਉਂਦਾ ਹੈ। ਖੇਤਰ ਵਗਾਈ ਦਾਤਰੀ ਜਯੋ ਕਿਰਸਣੀਆਂ। ਦੁਸ਼ਮਣ ਨੇ ਘੇਰਾ ਹੋਰ ਸੌੜਾ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਜਦ ਡਿੱਠਾ ਕਿ ਮੁਗਲ ਸਾਹਿਬਜ਼ਾਦੇ ਨੂੰ ਘੇਰੀ ਟੁਰੀ ਜਾਂਦੇ ਹਨ ਤਾਂ ਉਹਨਾਂ ਗੜੀ ਚੋਂ ਤੀਰਾਂ ਦੀ ਬਾਰਿਸ਼ ਸ਼ੁਰੂ ਕਰ ਦਿੱਤੀ। ਘੇਰਾ ਟੁੱਟ ਗਿਆ ਅਤੇ ਤੀਰਾਂ ਦੀ ਛਾਂ ਹੇਠਾਂ ਹੀ ਬਾਬਾ ਜੀ ਨੇ ਤੀਰ ਤਲਵਾਰ ਚਲਾ ਕੇ ਕਈਆਂ ਦੇ ਆਹੂ ਲਾਹੇ, ਪਰ ਫੌਜਾਂ ਦੇ ਯਲਗਾਰਾਂ ਅੱਗੇ 5 ਜਾਂ 6 ਕਿੰਨੀ ਕੁ ਦੋਏ ਟਿਕ ਸਕਦੇ ਸਨ। ਫਿਰ ਵੀ ਉਹਨਾਂ ਸੂਰਮਿਆਂ ਇਹ ਪ੍ਰਗਟਾ ਦਿੱਤਾ ਕਿ 1.25 ਲੱਖ ਨਾਲ ਸੱਚੀ ਮੁੱਚੀ ਇੱਕ ਲੜ ਸਕਦਾ ਹੈ। ਮੁਗਲਾਂ ਦੇ ਇੱਕ ਹੋਰ ਦਸਤੇ ਨੇ ਐਸਾ ਘੇਰਾ ਪਾਇਆ ਕਿ ਬਾਬਾ ਜੁਝਾਰ ਸਿੰਘ ਉਸ ਨੂੰ ਤੋੜ ਨਾ ਸਕੇ। ਉੱਧਰ ਸੂਰਜ ਨੇ ਮੂੰਹ ਛੁਪਾਇਆ, ਇੱਧਰ ਗੁਰੂ ਗੋਬਿੰਦ ਸਿੰਘ ਦੇ ਚੰਨ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਹੋਈ। ਨਵਾਂ ਚੰਨ ਚੜ੍ਹ ਪਿਆ। ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਵਿੱਚ ਲਿਖਿਆ ਹੈ ਕਿ ਜਦੋਂ ਸੂਰਜ ਅਲੋਪ ਹੋ ਗਿਆ ਅਤੇ ਰਾਤ ਦਾ ਰਾਜਾ ਸ਼ਾਨ ਨਾਲ ਨਿਕਲਿਆ, ਉਸ ਸਮੇਂ ਦਿਹਾੜੀ ਦੀ ਜੰਗ ਬੰਦ ਹੋਈ। ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਵੇਲੇ ਵੀ ਕੁਦਰਤ ਤੋਂ ਬਲਹਾਰ ਜਾਣਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਚਮਕੌਰ ਵਿਖੇ ਬਚਨ। ਸੌਦਰ ਦੀ ਚੌਂਕੀ ਉਪਰੰਤ ਗੁਰੂ ਜੀ ਨੇ 4 ਤੀਰ ਮੁਗਲ ਫੌਜਾਂ ਦੇ ਜਰਨੈਲਾਂ ਨੂੰ ਮਾਰੇ ਅਤੇ ਨਾਲ ਹਰ ਇੱਕ ਦੇ ਇੱਕ ਚਿੱਠੀ ਵੀ ਭੇਜੀ। ਇੱਕ ਤੀਰ ਖਵਾਜਾ ਮਰਦੂਦ ਨੂੰ ਮਾਰਿਆ ਜੋ ਉਸ ਦੀ ਪੇਟੀ ਵਿੱਚ ਲੱਗਾ। ਉਸ ਨੂੰ ਲਿਖਿਆ,
ਕਸਮ ਉਠਾ ਕੇ ਫਿਰ ਜਾਣਾ, ਦੀਨ ਦੁਨੀ ਤੋਂ ਜਾਣਾ ਹੈ। ਅੱਜ ਤੂੰ ਦੋਵੇਂ ਹੀ ਗਵਾ ਲਏ ਹਨ। ਦੂਜਾ ਤੀਰ ਵਜੀਦ ਖਾਂ ਦੇ ਘੋੜੇ ਨੂੰ ਮਾਰਿਆ ਅਤੇ ਚਿੱਠੀ ਵਿੱਚ ਲਿਖਿਆ, ਕਸਮ ਖਾ ਕੇ ਜੋ ਬੇਈਮਾਨ ਹੁੰਦਾ ਹੈ ਉਹ ਦੋਜ਼ਖ ਦੀ ਅੱਗ ਵਿੱਚ ਸੜਦਾ ਹੈ ਅਤੇ ਜੋ ਯਕੀਨ ਰੱਖਦਾ ਹੈ ਉਹ ਉੱਚਾ ਹੁੰਦਾ ਹੈ। ਤੀਜਾ ਲਾਹੌਰ ਦੇ ਸੂਬੇਦਾਰ ਜ਼ਬਰਦਸਤ ਖਾਂ ਦੀ ਪੱਗ ਦਾ ਨਿਸ਼ਾਨਾ ਰੱਖ ਮਾਰਿਆ ਅਤੇ ਚਿੱਠੀ ਵਿੱਚ ਲਿਖਿਆ, ਕੁਰਾਨ ਦੀ ਕਸਮ ਨੂੰ ਤੋੜਨ ਵਾਲਾ ਦੋਜ਼ਖ ਵਿੱਚ ਹੀ ਪਵੇਗਾ। ਉਹ ਸਮਾਂ ਆ ਗਿਆ ਹੈ ਜਦ ਸਾਰੇ ਸੂਬੇ ਵਿੱਚ ਸਿੰਘ ਹਲਚਲ ਮਚਾਉਣਗੇ। ਚੌਥਾ ਤੀਰ ਅਜਮੇਰ ਚੰਦ ਦੀ ਲੱਤ ਵਿੱਚ ਵੱਜਾ। ਉਸ ਨੂੰ ਲਿਖਿਆ, ਤੈਨੂੰ ਆਰਾਮ ਕਦੇ ਨਹੀਂ ਮਿਲੇਗਾ, ਪਰ ਸਾਡਾ ਰਾਖਾ ਅਕਾਲ ਪੁਰਖ ਹੈ। ਇਹ ਤੀਰ ਤੇ ਲਿਖਤਾਂ ਇਹ ਦਰਸਾਉਣ ਲਈ ਕਾਫੀ ਹਨ ਕਿ ਸਾਹਿਬ ਪਿਤਾ ਕਿਤਨੀਆਂ ਚੜ੍ਹਦੀਆਂ ਕਲਾਂ ਵਿੱਚ ਵਿਚਰ ਰਹੇ ਸਨ ਅਤੇ ਕਿਸ ਯਕੀਨ ਨਾਲ ਆਖ ਰਹੇ ਸਨ ਕਿ ਪੰਜਾਬ ਵਿੱਚ ਅਮਨ ਨਹੀਂ ਹੋਵੇਗਾ। ਇੱਥੇ ਹੀ ਬਸ ਨਹੀਂ, ਉਹਨਾਂ ਦਿਨ ਚੜ੍ਹਦੇ ਪਹਿਲਾ ਜਥਾ ਆਪੂ ਲੈ ਜਾਣ ਦੀ ਗੱਲ ਕਹੀ। ਅਹਿਮਦ ਸ਼ਾਹ ਬਟਾਲਵੀ ਲਿਖਦਾ ਹੈ ਕਿ ਗੁਰੂ ਮਹਾਰਾਜ ਨੇ ਚਮਕੌਰ ਦੀ ਗੜੀ ਵਿੱਚ ਰਹਿ ਗਏ ਸਿੰਘਾਂ ਨੂੰ ਸੰਬੋਧਨ ਕਰਦੇ ਹੋਏ ਫਰਮਾਇਆ, ਸਾਡੇ ਸਾਹਮਣੇ ਹੁਣ ਸੂਰਮਿਆਂ ਵਾਂਗ ਜਾਨ ਵਾਰ ਦੇਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਸਾਡੇ ਲਹੂ ਦੀ ਇੱਕ ਬੂੰਦ ਵੀ ਵਿਅਰਥ ਨਹੀਂ ਜਾਵੇਗੀ। ਜਦ ਤੱਕ ਸਾਡਾ ਨਾਂ ਨਿਸ਼ਾਨ ਬਾਕੀ ਰਹੇਗਾ, ਵੈਰੀਆਂ ਤੋਂ ਇਸ ਖੂਨ ਦਾ ਬਦਲਾ ਖੂਨ ਲੈਂਦਾ ਰਹੇਗਾ। ਫਿਰ ਫਰਮਾਇਆ, ਸਿੱਖ ਨੂੰ ਸਦਾ 4 ਓਟਾਂ ਹਨ ਅਤੇ ਉਹ ਓਟਾਂ ਸਦਾ ਨਾਲ ਹਨ। ਪਹਿਲੀ ਓਟ ਅਕਾਲ ਪੁਰਖ ਦੀ ਹੈ, ਦੂਜੀ ਸਤਿਗੁਰ ਦੀ, ਤੀਜੀ ਸਾਧ ਸੰਗਤ ਦੀ ਅਤੇ ਚੌਥੀ ਆਪਣੀ। ਸੋ ਡਟੇ ਰਹਿਣ। ਸਿੰਘਾਂ ਨੇ ਬਥੇਰਾ ਯਤਨ ਕੀਤਾ ਕਿ ਗੁਰੂ ਜੀ ਦਿਨ ਚੜ੍ਹੇ ਜੂਝਣ ਦਾ ਵਿਚਾਰ ਨਾ ਬਣਾਉਣ, ਪਰ ਮਹਾਰਾਜ ਜੀ ਫੈਸਲੇ ਤੇ ਅਟਲ ਸਨ। ਉਹਨਾਂ ਬੇਨਤੀਆਂ ਦਾ ਸਹਾਰਾ ਵੀ ਲਿਆ, ਪਰ ਸਭ ਵਿਅਰਥ। ਹੁਕਮ। ਐਸੀ ਦਸ਼ਾ ਵਿੱਚ ਸਿੰਘਾਂ ਬੈਠ ਮਤਾ ਪਕਾਇਆ ਕਿ ਜੇ ਗੁਰੂ ਗੋਬਿੰਦ ਸਿੰਘ ਦੀ ਪਾਵਨ ਹੋਂਦ ਰਹੀ ਤਾਂ ਉਹ ਉਸ ਵਿਖੜੇ ਸਮੇਂ ਅਗਵਾਈ ਦੇ ਕੇ ਪੰਥ ਨੂੰ ਫਿਰ ਸਰਜੀਤ ਕਰ ਲੈਣਗੇ। ਬੇਵਕਤ ਦਿੱਤੀ ਸ਼ਹਾਦਤ ਪੰਥ ਲਈ ਕਾਰੀ ਸੱਟ ਸਾਬਤ ਹੋਵੇਗੀ। ਗੜੀ ਵਿੱਚ ਬਾਕੀ ਰਹਿੰਦੇ 10 ਸਿੰਘਾਂ ਨੇ 5 ਪਿਆਰੇ ਚੁਣੇ ਅਤੇ ਭਾਈ ਦਇਆ ਸਿੰਘ ਨੇ ਅਗਵਾਈ ਕਰਦੇ ਹੁਕਮ ਦਿੱਤਾ ਕਿ ਗੁਰੂ ਜੀ ਉਸੇ ਰਾਤ ਹਵੇਲੀ ਛੱਡ ਜਾਣ। ਆਪੇ ਚੇਲਾ ਬਣਨ ਵੇਲੇ ਗੁਰੂ ਜੀ ਨੇ ਹੁਕਮ ਅੱਗੇ ਸਿਰ ਝੁਕਾਇਆ ਅਤੇ ਹਵੇਲੀ ਛੱਡ ਜਾਣਾ ਪ੍ਰਵਾਨ ਕੀਤਾ, ਪਰ ਇੱਕ ਸ਼ਰਤ ਲਗਾਈ ਕਿ ਉਹ ਗੜੀ ਛੱਡਦਿਆਂ ਦੁਸ਼ਮਣਾਂ ਨੂੰ ਵੰਗਾਰ ਜ਼ਰੂਰ ਪਾਉਣਗੇ। ਦਸ਼ਮੇਸ਼ ਪਿਤਾ ਨੇ 3 ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਜੀ ਨੂੰ ਆਪਣੇ ਨਾਲ ਲੈ ਜਾਣ ਦੀ ਸਾਰੀ ਵਿਉਂਤ ਦੱਸੀ ਅਤੇ ਬਾਕੀ 7 ਵਿੱਚੋਂ ਆਪਣੇ ਮੂੰਹ ਮੁਹਾਂਦਰੇ ਵਾਲੇ ਇੱਕ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਆਪਣਾ ਹੀ ਪੋਸ਼ਾਕਾ ਪਹਿਨ ਕੇ ਉੱਚੀ ਮੌਂਟੀ ਤੇ ਬੈਠਣ ਦੀ ਤਜਵੀਜ਼ ਵੀ ਦਿੱਤੀ ਤਾਂ ਕਿ ਕੁਝ ਚਿਰ ਇਹ ਭੁਲੇਖਾ ਬਣਿਆ ਰਹੇ। ਅੱਧੀ ਰਾਤ ਤੋਂ ਕੁਝ ਸਮੇਂ ਪਿੱਛੋਂ ਗੁਰੂ ਜੀ ਨੇ ਬੁਰਜ ਉੱਪਰ ਖੜੋ ਕੇ ਆਪੂ ਨਿਰਸਿੰਗਾ ਵਜਾਇਆ ਤਾਂ ਕਿ ਇਹ ਪਤਾ ਲੱਗ ਜਾਏ ਕਿ ਗੜੀ ਤੋਂ ਹਮਲਾ ਹੋਣ ਵਾਲਾ ਹੈ ਅਤੇ ਗੁਰੂ ਜੀ ਹਵੇਲੀ ਤੋਂ ਬਾਹਰ ਨਿਕਲੇ ਅਤੇ ਹਨੇਰੇ ਵਿੱਚ ਟੁਰਦੇ ਟੁਰਦੇ ਹੀ ਇੱਕ ਉੱਚੀ ਟਿੱਬੀ ਤੇ ਜਾ ਚੜੇ ਅਤੇ 3 ਵਾਰੀ ਉੱਚੀ ਉੱਚੀ ਕਿਹਾ, ਪੀਰੇ ਹਿੰਦ ਮੇ ਰਵਦ। ਮੁਗਲ ਫੌਜਾਂ ਵਿੱਚ ਖਲਬਲੀ ਮਚ ਗਈ। ਕਈ ਉਬੜਵਾਹੇ ਉੱਠੇ। ਕਈ ਉੱਚੀ ਟਿੱਬੀ ਵੱਲ ਵਧੇ। ਇੱਕ ਮਿਸਾਲਚੀ ਮੁਗਲਾਂ ਨੂੰ ਰਾਹ ਦਿਖਾ ਰਿਹਾ ਸੀ। ਮਹਾਰਾਜ ਨੇ ਮਿਸਾਲਚੀ ਦੇ ਗੁੱਟ ਦਾ ਐਸਾ ਨਿਸ਼ਾਨਾ ਬਣਾਇਆ ਕਿ ਮਿਸਾਲ ਹੇਠਾਂ ਡਿੱਗ ਪਈ ਅਤੇ ਬੁਝ ਗਈ। ਸੈਨਾਪਤੀ ਲਿਖਦਾ ਹੈ ਕਿ ਹਲਚਲ ਵਿੱਚ ਹੀ ਗੁਰੂ ਜੀ ਨੂੰ ਚੋਟ ਆਈ ਅਤੇ ਉਹਨਾਂ ਦੀ ਇੱਕ ਪਾਵਨ ਉਂਗਲੀ ਚੋਟ ਲੱਗਣ ਨਾਲ ਕੱਟੀ ਗਈ। ਪਰ ਇਹ ਠੀਕ ਨਹੀਂ, ਕਿਉਂਕਿ ਗੁਰੂ ਜੀ ਨੇ ਆਪੂ ਜ਼ਫਰਨਾਮੇ ਵਿੱਚ ਲਿਖਿਆ ਹੈ ਕਿ ਦੇਖੋ ਵਾਹਿਗੁਰੂ ਦਾ ਕਮਾਲ ਕਿ ਉਹਨਾਂ ਨੂੰ 10 ਲੱਖ ਮਲਖਈਆਂ ਨੇ ਘੇਰ ਲਿਆ, ਪਰ ਨਾ ਉਹਨਾਂ ਦਾ ਵਾਲ ਵਿੰਗਾ ਹੋਇਆ ਅਤੇ ਨਾ ਰਤਾ ਕੁਚਰੀ ਟਾਈ। ਤਿੰਨੇ ਸਾਥੀ ਭਾਵੇਂ ਅੱਡ ਹੋ ਗਏ, ਪਰ ਗੁਰੂ ਜੀ ਦਿਨ ਚੜ੍ਹਦੇ ਤੱਕ ਬਹੁਤ ਦੂਰ ਨਿਕਲ ਗਏ। ਸ਼ਹਾਦਤਾਂ। ਵੈਰੀ ਨੇ ਰਾਤ ਨੂੰ ਹਮਲਾ ਕਰਨਾ ਚਾਹਿਆ ਸੀ, ਪਰ ਵਜ਼ੀਰ ਖਾਨ ਨੇ ਇਹ ਸਲਾਹ ਦਿੱਤੀ ਸੀ ਕਿ ਰਾਤ ਨੂੰ ਹੱਲਾ ਕਰਨਾ ਲਾਹੇਵੰਦ ਨਹੀਂ ਹੋਵੇਗਾ, ਸੋ ਅਗਲੇ ਦਿਨ ਪਹੁ ਫੁੱਟਦੇ ਸਾਰ ਹੀ ਧਾਵਾ ਬੋਲ ਦਿੱਤਾ ਜਾਏ। 7 ਦੇ 7 ਸਿੰਘ ਬਾਹਰ ਨਿਕਲ ਆਏ ਅਤੇ ਲੜਦੇ ਹੀ ਮੈਦਾਨ ਵਿੱਚ ਸ਼ਹੀਦ ਹੋ ਗਏ। ਅਹਿਮਦ ਸ਼ਾਹ ਬਟਾਲਵੀ ਦਾ ਕਹਿਣਾ ਹੈ ਕਿ ਪਿੱਛੇ ਰਹੇ ਸਿੰਘਾਂ ਨੇ ਕਿਲੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਤਲਵਾਰਾਂ ਸੂਤ ਕੇ ਵੈਰੀਆਂ ਉੱਤੇ ਅਚਨਚੇਤ ਟੁੱਟ ਪਏ। ਬਹਾਦਰੀ ਦੇ ਉਹਨਾਂ ਅਜਿਹੇ ਕਾਰਨਾਮੇ ਦਿਖਾਏ ਕਿ ਰੁਸਤਮ ਦੀ ਯਾਦ ਦਿਲਾਂ ਵਿੱਚ ਤਾਜ਼ਾ ਹੋ ਗਈ। ਗੁਰੂ ਜੀ ਪਹਿਲਾਂ ਹੀ ਸਫਾਂ ਨੂੰ ਚੀਰਦੇ ਨਿਕਲ ਗਏ ਸਨ। ਗੁਰੂ ਜੀ ਦੀ ਪੋਸ਼ਾਕ ਅਤੇ ਸਿਰ ਤੇ ਕਲਗੀ ਦੇਖ ਕੇ ਦੁਸ਼ਮਣ ਭੁਲੇਖਾ ਖਾ ਗਿਆ। ਸਾਰੇ ਪਾਸੇ ਰੌਲਾ ਪੈ ਗਿਆ ਕਿ ਗੁਰੂ ਜੀ ਸ਼ਹੀਦ ਹੋ ਗਏ ਹਨ। ਕਈ ਦਿਨ ਤੱਕ ਇਹ ਭੁਲੇਖਾ ਬਣਿਆ ਰਿਹਾ। ਮੁਗਲ ਕੀ ਜਾਣਦੇ ਸਨ ਕਿ ਸ਼ੇਰ ਉਸੇ ਤਰ੍ਹਾਂ ਗੱਜ ਰਿਹਾ ਹੈ। ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀਆਂ ਸ਼ਹਾਦਤਾਂ। ਸਾਸਾ ਨਦੀ ਤੋਂ ਵਿਛੜ ਕੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਨਾਲ ਰਾਤ ਸਰਸਾ ਕਿਨਾਰੇ ਹੀ ਕੂਮੇ ਮਾਸ਼ਕੀ ਦੀ ਝੁੱਗੀ ਵਿੱਚ ਕੱਟੀ। ਉੱਥੇ 2 ਦਿਨ ਠਹਿਰੇ ਅਤੇ ਲਕਸ਼ਮੀ ਨਾਂ ਦੀ ਇੱਕ ਬ੍ਰਾਹਮਣੀ ਰੋਟੀ ਪਾਣੀ ਪਹੁੰਚਾਉਂਦੀ ਰਹੀ। ਉੱਥੋਂ ਸਹੇੜੀ ਦਾ ਬ੍ਰਾਹਮਣ ਗੰਗੂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਨਾਲ ਆਪਣੇ ਪਿੰਡ ਲੈ ਆਇਆ। ਗੰਗੂ ਗੁਰੂ ਘਰ ਦੇ ਲੰਗਰ ਵਿੱਚ ਇੱਕ ਸੇਵਾਦਾਰ ਸੀ। ਰੁਪਇਆਂ ਦੀ ਭਰੀ ਖੁਰਜੀ ਦੇਖ ਗੰਗੂ ਦੀ ਨੀਅਤ ਵੱਟ ਗਈ। ਮੋਹਰਾਂ ਉਸ ਛੁਪਾ ਦਿੱਤੀਆਂ ਅਤੇ ਬਾਹਰ ਸ਼ੋਰ ਪਾਉਣ ਲੱਗਾ ਕਿ ਚੋਰੀ ਹੋ ਗਈ।
ਮਾਤਾ ਗੁਜਰੀ ਜੀ ਨੇ ਉਸਨੂੰ ਕੋਲ ਬੁਲਾ ਕੇ ਕਿਹਾ ਕਿ ਮੋਹਰਾਂ ਤੂੰ ਹੀ ਰੱਖੀ, ਪਰ ਰੌਲਾ ਨਾ ਪਾ। ਉਸਨੇ ਇਤਨੀ ਗੱਲ ਦਾ ਵੀ ਗੁੱਸਾ ਮਨਾਇਆ ਤੇ ਕੋਤਵਾਲ ਨੂੰ ਖਬਰ ਦੇ ਦਿੱਤੀ। ਮੋਰਿੰਡੇ ਦੇ ਥਾਣੇਦਾਰ ਨੇ ਗ੍ਰਿਫਤਾਰ ਕਰਕੇ ਸਾਰੀ ਰਾਤ ਥਾਣੇ ਵਿੱਚ ਰੱਖਿਆ। ਸਵੇਰੇ ਇੱਕ ਬੈਲ ਗੱਡੀ ਤੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਬਿਠਾਲ ਕੇ ਬੱਸੀ ਦੇ ਥਾਣੇ ਲੈ ਆਇਆ। ਉੱਥੋਂ ਮਾਤਾ ਅਤੇ ਸਾਹਿਬਜ਼ਾਦਿਆਂ ਨੂੰ ਹੱਥ ਕੜੀਆਂ ਲਗਾ ਕੇ ਅਤੇ ਪੈਰੀਂ ਜੰਜੀਰਾਂ ਪਾ ਕੇ ਬੱਸੀ ਤੋਂ ਉਹ ਥਾਣੇਦਾਰ ਸਰਹਿੰਦ ਲੈ ਆਇਆ। ਰਾਤ ਸਾਰਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ। ਆਪਣੀ ਜਾਨ ਤੇ ਖੇਡ ਕੇ ਮੋਤੀ ਮਹਿਰੇ ਨੇ ਕਮੰਦ ਲਗਾ ਕੇ ਦੁੱਧ ਪਹੁੰਚਾਇਆ। ਸਵੇਰ ਹੁੰਦੇ ਸਾਰ 25 ਦਸੰਬਰ 1704 ਨੂੰ ਮਾਤਾ ਗੁਜਰੀ ਨਾਲੋਂ ਅੱਡ ਕਰਕੇ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਉਸ ਸਮੇਂ ਗੋਰੇ ਗੋਰੇ ਪਿੰਡਿਆਂ ਤੇ ਨੀਲੀਆਂ ਨੀਲੀਆਂ ਝੱਗੀਆਂ ਨਾਲ ਸਾਹਿਬਜ਼ਾਦਿਆਂ ਦੀ ਦਿੱਖ ਹੀ ਨਿਰਾਲੀ ਸੀ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਗੁਰੂ ਸਾਖੀਆਂ ਤੇ ਪਾਠ ਹੀ ਸੁਣਾਉਂਦੇ ਰਹਿੰਦੇ ਸਨ। ਗੁਰਬਿਲਾਸ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੈ ਕਿ 3 ਦਿਨ ਖਾਣ ਨੂੰ ਕੁਝ ਨਾ ਦਿੱਤਾ ਗਿਆ। ਜਦ ਸਰਹਿੰਦ ਵਾਸੀਆਂ ਨੂੰ ਇਹ ਖਬਰ ਮਿਲੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਕਚਹਿਰੀ ਵਿੱਚ ਪੇਸ਼ ਕੀਤੇ ਜਾ ਰਹੇ ਹਨ ਤਾਂ ਬਹੁਤਿਆਂ ਨੂੰ ਚਿੰਤਾ ਲੱਗੀ। ਸ਼ਰਧਾਲੂ ਸਾਹਿਬਜ਼ਾਦਿਆਂ ਦੇ ਭਾਰ ਤੁਲ ਸੋਨਾ ਦੇਣ ਲਈ ਤਿਆਰ ਹੋ ਗਏ, ਪਰ ਇਹ ਹੀ ਸੋਚ ਉਪਜੀ ਕਿ ਸੋਨਾ ਵੀ ਪਾਸ ਰੱਖ ਲੈਣਗੇ ਅਤੇ ਸਾਹਿਬਜ਼ਾਦਿਆਂ ਨੂੰ ਵੀ ਨਹੀਂ ਛੱਡਣ ਲੱਗੇ। ਸੋ ਇਹ ਹੀਲਾ ਸਿਰੇ ਨਾ ਚੜ੍ਹਿਆ। ਸਾਹਿਬਜ਼ਾਦਿਆਂ ਨੂੰ ਭੈਭੀਤ ਕਰਨ ਲਈ ਵਜ਼ੀਰ ਸੁਚਾਨੰਦ ਵੀ ਆਇਆ, ਪਰ ਸਾਹਿਬਜ਼ਾਦੇ ਦ੍ਰਿੜ ਰਹੇ। ਹੋਰ ਸਹਿਮ ਪਾਉਣ ਲਈ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਅਤੇ ਸਾਹਿਬਜ਼ਾਦਿਆਂ ਨੇ ਛੋਟੀ ਖਿੜਕੀ ਰਾਹੀਂ ਕਚਹਿਰੀ ਅੰਦਰ ਜਾਣ ਦਾ ਹੁਕਮ ਦਿੱਤਾ। ਰਾਹ ਵਿੱਚ ਵਾਰ-ਵਾਰ ਚੇਤਾਵਨੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਕਿ ਕਚਹਿਰੀ ਵਿੱਚ ਜਾਂਦੇ ਸਾਰ ਨਵਾਬ ਅੱਗੇ ਸਿਰ ਝੁਕਾਉਣਾ, ਪਰ ਦਸ਼ਮੇਸ਼ ਦੇ ਸਪੁੱਤਰਾਂ ਨੂੰ ਕੌਣ ਭਰਮਾ ਸਕਦਾ ਸੀ। ਸਾਹਿਬਜ਼ਾਦਿਆਂ ਨੂੰ ਪਿੱਛੋਂ ਆਉਣ ਦੀ ਆਗਿਆ ਦੇ ਕੇ ਇੱਕ ਸਿਪਾਹੀ ਛੋਟੀ ਖਿੜਕੀ ਰਾਹੀਂ ਸਿਰ ਨਿਵਾ ਕੇ ਅੰਦਰ ਗਿਆ। ਜਦ ਸਾਹਿਬਜ਼ਾਦੇ ਖਿੜਕੀ ਦੇ ਨੇੜੇ ਆਏ ਤਾਂ ਕੁਝ ਚਿਰ ਰੁਕ ਗਏ ਅਤੇ ਪਹਿਲਾਂ ਉਹਨੇ ਆਪਣੇ ਪੈਰ ਅੱਗੇ ਕੀਤੇ ਅਤੇ ਫਿਰ ਸਿਰ ਲੰਘਾਇਆ। ਦਰਬਾਰ ਵਿੱਚ ਹਾਜ਼ਰ ਹੁੰਦੇ ਹੀ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਸਾਹਿਬਜ਼ਾਦਿਆਂ ਦੇ ਸਿਰ ਤਾਂ ਉਹ ਨਿਵਾ ਨਾ ਸਕੇ, ਹਾਂ ਸ਼ਰਮਿੰਦਗੀ ਨਾਲ ਉਹਨਾਂ ਦੇ ਸਿਰ ਜ਼ਰੂਰ ਨੀਵੇਂ ਹੋ ਗਏ। ਨਵਾਬ ਸਰਹਿੰਦ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਕਈ ਲਾਲਚ ਦਿੱਤੇ ਅਤੇ ਇਸਲਾਮ ਕਬੂਲ ਕਰਨ ਲਈ ਪ੍ਰੇਰਨਾ ਦਿੱਤੀ। ਸਾਹਿਬਜ਼ਾਦਿਆਂ ਨੇ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ, ਪਰ ਉਸਨੇ ਆਪਣੀ ਮਜਬੂਰੀ ਦੱਸੀ ਕਿ ਬੱਚਿਆਂ ਤੇ ਫਤਵਾ ਨਹੀਂ ਚਾੜਿਆ ਜਾ ਸਕਦਾ। ਬੱਚੇ ਛੱਡ ਦਿੱਤੇ ਗਏ। ਅਜੇ ਉਹਨਾਂ ਨੂੰ ਲਿਜਾਇਆ ਹੀ ਜਾ ਰਿਹਾ ਸੀ ਕਿ ਉਸ ਸਮੇਂ ਸੁਚਾਨੰਦ ਉੱਠਿਆ ਤੇ ਪੁੱਛਿਆ, ਬੱਚਿਓ, ਤੁਹਾਨੂੰ ਛੱਡ ਦਿੱਤਾ ਗਿਆ ਹੈ, ਤੂੰ ਕਿੱਥੇ ਜਾਓਗੇ? ਵੱਡਾ ਬੋਲਿਆ, ਭਾਵ ਬਾਬਾ ਜ਼ੋਰਾਵਰ ਸਿੰਘ ਜੀ ਬੋਲੇ, ਜਾਣਾ ਕਿੱਥੇ ਹੈ, ਜੰਗਲਾਂ ਵਿੱਚ ਜਾਵਾਂਗੇ, ਸਿੱਖ ਇਕੱਠੇ ਕਰਾਂਗੇ, ਘੋੜੇ ਲਿਆਵਾਂਗੇ, ਤੇਰੇ ਮੁਕਾਬਲੇ ਆ ਕੇ ਲੜਾਂਗੇ। ਸੁਚਾਨੰਦ ਨੇ ਕਿਹਾ, ਕੀ ਤੁਹਾਨੂੰ ਪਤਾ ਹੈ ਤੁਹਾਡਾ ਪਿਤਾ ਮਾਰਿਆ ਗਿਆ ਹੈ? ਵਿੱਚੋਂ ਹੀ ਸਾਹਿਬਜ਼ਾਦੇ ਗੁੱਸੇ ਨਾਲ ਗੱਜ ਕੇ ਬੋਲੇ, ਸਾਡੇ ਪਿਤਾ ਨੂੰ ਮਾਰਨ ਵਾਲਾ ਕੌਣ ਹੈ? ਪਰ ਸੁਚਾਨੰਦ ਆਪਣੀ ਗੱਲ ਆਖੀ ਹੀ ਗਿਆ। ਤੁਸੀਂ ਫਿਰ ਪਕੜੇ ਜਾਓਗੇ। ਫਿਰ ਕਿੱਥੇ ਜਾਓਗੇ? ਤਾਂ ਦੋਵੇਂ ਗੱਜ ਕੇ ਬੋਲੇ, ਸੁਣ ਲੈ ਕੰਨ ਖੋਲ੍ਹ ਕੇ, ਜਦ ਤੱਕ ਅਸੀਂ ਜਵਾਨ ਨਹੀਂ ਹੋ ਜਾਂਦੇ ਜਾਂ ਇਹ ਰਾਜ ਨਸ਼ਟ ਨਹੀਂ ਹੋ ਜਾਂਦਾ, ਅਸੀਂ ਲੜਦੇ ਹੀ ਰਹਾਂਗੇ। ਸੈਯਦ ਮੁਹੰਮਦ ਲਤੀਫ ਨੇ ਹਿਸਟਰੀ ਆਫ ਪੰਜਾਬ ਦੇ ਪੰਨਾ 265 ਤੇ ਸਾਹਿਬਜ਼ਾਦਿਆਂ ਦੇ ਨਵਾਬ ਨਾਲ ਹੋਏ ਸਵਾਲਾਂ ਜਵਾਬਾਂ ਨੂੰ ਕੁਝ ਹੋਰ ਵਿਸਥਾਰ ਨਾਲ ਲਿਖਿਆ ਹੈ। ਉਹ ਪੜ੍ਹ ਕੇ ਪ੍ਰਤੀਤ ਹੁੰਦਾ ਹੈ ਕਿ ਕੈਸੀਆਂ ਸਨ ਉਹ ਜੁਰਅਤ ਭਰੀਆਂ ਸ਼ਖਸੀਅਤਾਂ। ਲਤੀਫ ਅਨੁਸਾਰ ਨਵਾਬ ਨੇ ਕਿਹਾ, ਬੱਚਿਓ, ਤੁਸੀਂ ਕੀ ਕਰੋਗੇ ਜੇ ਤੁਹਾਨੂੰ ਅਸੀਂ ਹੁਣੇ ਛੱਡ ਤੁਹਾਨੂੰ ਆਜ਼ਾਦ ਕਰ ਦਈਏ? ਸਾਹਿਬਜ਼ਾਦਿਆਂ ਉੱਤਰ ਦਿੱਤਾ, ਖਿੰਡੇ ਪੁੰਡੇ ਸਿੱਖਾਂ ਨੂੰ ਜਥੇਬੰਦ ਕਰਾਂਗੇ, ਉਹਨਾਂ ਨੂੰ ਜੰਗੀ ਹਥਿਆਰ ਜੁਟਾਵਾਂਗੇ, ਤੁਹਾਡੇ ਨਾਲ ਲੜਾਂਗੇ ਅਤੇ ਤੁਹਾਨੂੰ ਮੌਤ ਦੇ ਘਾਟ ਉਤਾਰਾਂਗੇ। ਨਵਾਬ ਨੇ ਕਿਹਾ, ਜੇ ਤੁਸੀਂ ਜੰਗ ਵਿੱਚ ਹਾਰ ਗਏ ਤਾਂ ਫਿਰ ਕੀ ਕਰੋਗੇ? ਇਹ ਸੁਣ ਕੇ ਸਾਹਿਬਜ਼ਾਦਿਆਂ ਕਿਹਾ, ਕਰਨਾ ਕੀ ਹੈ, ਫਿਰ ਆਪਣੀਆਂ ਫੌਜਾਂ ਇਕੱਠੀਆਂ ਕਰਾਂਗੇ, ਤਦ ਤੱਕ ਲੜਦੇ ਹੀ ਰਵਾਂਗੇ ਜਦ ਤੱਕ ਤੁਸੀਂ ਮੁੱਕ ਨਹੀਂ ਜਾਂਦੇ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ। ਉਸ ਸਮੇਂ ਸੁਚਾਨੰਦ ਨੇ ਵਜ਼ੀਰ ਖਾਂ ਵੱਲ ਮੂੰਹ ਕਰਕੇ ਕਿਹਾ, ਸੁਣੋ, ਸੱਪ ਦੇ ਬੱਚੇ ਕੀ ਆਖ ਰਹੇ ਹਨ। ਫਰਦੌਸੀ ਦਾ ਇੱਕ ਸ਼ੇਅਰ ਹੈ, ਸੱਪ ਨੂੰ ਮਾਰਨਾ ਹੈ ਤਾਂ ਉਸਦੇ ਬੱਚੇ ਨੂੰ ਪਾਲੀ ਪੋਸੀ ਜਾਣਾ ਸਿਆਣਪ ਨਹੀਂ। ਇਹ ਸੱਚ ਜਾਣੋ ਕਿ ਭੇੜੀਏ ਦਾ ਬੱਚਾ ਭੇੜੀਆ ਹੀ ਹੁੰਦਾ ਹੈ। ਕਥਾ ਗੁਰੂ ਜੀ ਕੇ ਸੁਤਨ ਕੀ। ਕਿਰਤ ਭਾਈ ਦੂਨਾ ਸਿੰਘ ਹੰਡੂਰੀਆ ਲਿਖਦੇ ਹਨ ਕਿ ਵਜ਼ੀਰ ਖਾਨ ਨੂੰ ਇਹ ਕਿਹਾ ਗਿਆ, ਨੀਕੇ ਬਾਰਿਕ ਤੁਮ ਮਤ ਜਾਨੋ, ਨਾਗ ਕੇ ਇਹ ਪੁੱਤ ਬਖਾਨੋ, ਤੁਮਰੇ ਹਾਥ ਆਜ ਯਹ ਆਏ, ਕਰਹੋ ਅਬੇ ਆਪਣੇ ਮਨ ਭਾਏ। ਭਾਈ ਕੇਸਰ ਸਿੰਘ ਜੀ ਨੇ ਲਿਖਿਆ ਹੈ, ਸੁੱਚੇਪੁਰੀ ਨੇ ਚੁਗਲੀ ਕਰ ਦੋਨੋਂ ਮਰਵਾਏ। ਸਰਹਿੰਦ ਵਿਖੇ ਜੋ ਸਾਹਿਬਜ਼ਾਦਿਆਂ ਨਾਲ ਬੀਤੀ ਉਸ ਦਾ ਵਰਣਨ ਮਹਿਮਾ ਪ੍ਰਕਾਸ਼ ਵਾਰਤਕ ਨੇ ਇਸ ਤਰ੍ਹਾਂ ਦਿੱਤਾ ਹੈ। ਸਾਹਿਬਜ਼ਾਦਿਆਂ ਨੂੰ ਦੇਖ ਨਵਾਬ ਬੋਲਿਆ ਤਾਂ ਨਾ, ਪਰ ਇਰਾਦਾ ਬੁਰਾ ਚਾਹਾ। ਪਠਾਨ ਮਲੇਰ ਕੋਟਲੇ ਨੇ ਮਾੜੇ ਇਰਾਦੇ
तक कहा, यह शीर खेर लड़के होण, इनकी बदी चाहना बड़ा अजाब है। यह बात सुन के सूबेदार को खौफ खुदा का हुआ। सुचानंद ने कहा, यह शीर खोर नहीं, शेर के बच्चे हैं। जब सियाने होएंगे तद यह भी तूफान उठाएंगे और इनको सलाम करन नूं कह, ये नहीं करेंगे। वजीर खान नूं कहा, इनको कहो सलाम करें। सुचानंद ने कहा, जो सूबे को सलाम करो। तब साहिबजादियां वचन किया, जो हमने सच्चे पातशाह को सलाम किया है और को सलाम नहीं करते। सुचानंद ने मौका संभाल दे कहा, जो मैं अर्ज किया सो आपने देखा। इस बात को चित्तमो देख के झूठानंद का कहना दृढ़ पया। तद उसने जलाद को कहा, इस तरह यह कारा हुआ। ग्रंथ वीर मिरगेश विच भी यह साखी लिखी मिलती है कि जब साहिबजादिਆਂ ਨੂੰ ਛੱਡਣ ਦਾ फैसला हो गया ਤਾਂ सुचानंद ते हरजस ने कहा कि इन्हां ਨੂੰ बाल इयाने ना जानो। इस दी परख हुणे ही कर लेंदे हां कि बालक हन जां बागी। कचहरी तो बाहर उसने 3 दुकानां, एक खिडौणिਆਂ ਦੀ, दूजी मिठाई ਦੀ ਅਤੇ ਤੀਜੀ ਸ਼ਸਤਰਾਂ ਦੀ ਲਗਵਾ ਦਿੱਤੀ। ਉਸ ਦਾ ਕਹਿਣਾ ਸੀ ਕਿ ਜੇ ਬੱਚੇ ਹੋਏ ਤਾਂ ਮਠਿਆਈ ਖਿਡੌਣੇ ਦੇਖ ਕੇ ਉਸ ਨਾਲ ਪਰਚ ਜਾਣਗੇ, ਜੇ ਬਾਗੀ ਤਾਂ ਸ਼ਸਤਰ ਉਠਾ ਲੈਣਗੇ। ਕਲਗੀਧਰ ਦੇ ਸ਼ੇਰ ਬੱਚਿਆਂ ਨੇ ਸੱਚਮੁੱਚ ਕਚਹਿਰੀ ਤੋਂ ਬਾਹਰ ਆਉਂਦਿਆਂ ਹੀ ਨਾ ਖਿਡੌਣਿਆਂ ਵੱਲ ਤੱਕਿਆ, ਨਾ ਮਿਠਾਈ ਵੱਲ, ਸਿੱਧੇ ਸ਼ਸਤਰਾਂ ਵੱਲ ਧਾ ਕੇ ਪਏ। ਇੱਕ ਨੇ ਨੇਜਾ ਉਠਾ ਲਿਆ ਤੇ ਦੂਜੇ ਨੇ ਦਨਾਲੀ ਬੰਦੂਕ। ਕਾਜੀ ਕੋਲੋਂ ਫਿਰ ਫਤਵਾ ਲਿਆ ਗਿਆ। ਉਸ ਨੇ ਬੱਚੇ ਕਸੂਰਵਾਰ ਕਹੇ ਜੋ ਬਗਾਵਤ ਲਈ ਤੁਲੇ ਹੋਏ ਹਨ ਅਤੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ। ਇਹ ਵੀ ਰਾਏ ਦਿੱਤੀ ਕਿ ਇਹਨਾਂ ਸਾਹਿਬਜ਼ਾਦਿਆਂ ਨੂੰ ਨਵਾਬ ਮਲੇਰਕੋਟਲਾ ਦੇ ਸਪੁਰਦ ਕਰ ਦਿੱਤਾ ਜਾਏ ਤਾਂ ਕਿ ਉਹ ਆਪਣੇ ਭਰਾ ਦਾ ਬਦਲਾ ਇਹਨਾਂ ਕੋਲੋਂ ਲੈ ਲਵੇ। ਸ਼ੇਰ ਮੁਹੰਮਦ ਖਾਨ ਨੂੰ ਬੁਲਾਇਆ ਗਿਆ। ਉਸ ਦੇ ਨਾਲ ਹੀ ਖਿਰਜ ਖਾਨ ਵੀ ਆਇਆ। ਤਦ ਵਜ਼ੀਰ ਖਾਨ ਨੇ ਕਿਹਾ, ਜਿਸ ਦੇ ਬੱਚੇ ਨੇ ਤੁਹਾਡੇ ਭਰਾ ਨੂੰ ਮਾਰਿਆ ਹੈ ਉਸ ਨੂੰ ਹਵਾਲੇ ਕਰਦਾ ਹਾਂ, ਇਸ ਨੂੰ ਮਾਰ ਕੇ ਆਪਣਾ ਬਦਲਾ ਲੈ ਲਵੋ। ਸ਼ੇਰ ਮੁਹੰਮਦ ਨੇ ਨਾਂ ਵਿੱਚ ਆਪਣਾ ਸਿਰ ਹਿਲਾਇਆ ਤੇ ਕਿਹਾ, ਸਾਡਾ ਭਰਾ ਤਾਂ ਲੜਾਈ ਵਿੱਚ ਲੜਦੇ ਮੋਇਆ ਹੈ, ਗੁਰੂ ਮਿਲ ਜਾਂਦਾ ਤਾਂ ਬਦਲਾ ਲੈ ਲੈਂਦੇ। ਇਹਨਾਂ ਸ਼ੀਰ ਖੋਰਾਂ ਨੂੰ ਮਾਰ ਕੇ ਸਾਡੀ ਕੀ ਵਡਿਆਈ ਹੋਵੇਗੀ। ਇਤਨਾ ਆਖ ਕੇ ਉਹ ਉੱਠ ਬਾਹਰ ਚਲੇ ਗਏ। ਇਹ ਸੀ ਹਾਂ ਦਾ ਨਾਰਾ ਜੋ ਉਹਨਾਂ ਦੋਹਾਂ ਭਰਾਵਾਂ ਨੇ ਭਰੀ ਕਚਹਿਰੀ ਵਿੱਚ ਮਾਰਿਆ। ਉਸ ਹਮਦਰਦੀ ਭਰੇ ਸ਼ਬਦਾਂ ਨੂੰ ਸਿੱਖ ਕੌਮ ਅੱਜ ਤੱਕ ਨਹੀਂ ਭੁੱਲੀ। ਇਹ ਹੀ ਸੂਰਮੇ ਦਾ ਲੱਛਣ ਹੈ ਕਿ ਉਹ ਰਤਾ ਭਰ ਵੀ ਅਹਿਸਾਨ ਕਿਸੇ ਦਾ ਨਾ ਭੁਲਾਏ। ਇਹ ਅਜੀਬ ਖੇਡ ਬਣੀ ਕਿ ਨੀਹਾਂ ਵਿੱਚ ਚਿਣਨ ਵਾਲਾ ਕੋਈ ਨਾ ਮਿਲੇ, ਸੋ ਬੱਚਿਆਂ ਨੂੰ ਵਾਪਸ ਠੰਡੇ ਬੁਰਜ ਭੇਜ ਦਿੱਤਾ ਗਿਆ। ਮਾਤਾ ਗੁਜਰੀ ਜੀ ਨਾਲੋਂ ਅੱਡ ਹੀ ਰੱਖਿਆ ਗਿਆ। ਅਗਲੇ ਦਿਨ 26 ਦਸੰਬਰ 1704 ਈਸਵੀ ਨੂੰ ਸਾਹਿਬਜ਼ਾਦਿਆਂ ਨੂੰ ਫਿਰ ਕਚਹਿਰੀ ਪੇਸ਼ ਕੀਤਾ ਗਿਆ। ਲਾਲਚ ਦੇਣ, ਡਰਾਉਣ ਅਤੇ ਧਮਕਾਉਣ ਦਾ ਨਾਟਕ ਫਿਰ ਦੁਹਰਾਇਆ ਗਿਆ, ਪਰ ਸਾਹਿਬਜ਼ਾਦੇ ਦ੍ਰਿੜ ਚਿੱਤ ਰਹੇ। ਹਰ ਸਵਾਲ ਦਾ ਜਵਾਬ ਗੱਜ ਕੇ ਦਿੰਦੇ ਰਹੇ। ਸਾਰਾ ਸ਼ਹਿਰ ਇਕੱਠਾ ਹੋ ਗਿਆ ਤੇ ਸਭ ਦੇ ਚਿਹਰੇ ਮੁਰਝਾਏ ਹੋਏ ਸਨ, ਪਰ ਬੱਚੇ ਉਸੇ ਤਰ੍ਹਾਂ ਖਿੜੇ ਹੋਏ ਸਨ। ਕਈ ਵਾਰ ਇਹ ਕੋਸ਼ਿਸ਼ ਹੋਈ ਕਿ ਸਾਹਿਬਜ਼ਾਦੇ ਸਿਰ ਝੁਕਾਉਣ, ਪਰ ਸਗੋਂ ਉਹ ਅੱਗੋਂ ਭਰੇ ਦਰਬਾਰ ਵਿੱਚ ਹੀ ਕੁਰਸੀ ਵੱਲ ਪਿੱਠ ਕਰ ਦੇਣ। ਸਭ ਨੇ ਇੱਕ ਜਵਾਨ ਕਿਹਾ ਕਿ ਇਤਨੀ ਅਣਖ ਹੋਰ ਕਿਸੇ ਵਿੱਚ ਨਹੀਂ। ਕਿਤਨਾ ਮਾਣ ਹੈ ਉਹਨਾਂ ਨੂੰ ਆਪਣੇ ਧਰਮ ਤੇ। ਅਗਲੇ ਦਿਨ ਕੁਦਰਤੀ ਦਿੱਲੀ ਦੇ ਸ਼ਾਹੀ ਜਲਾਦਾਂ ਸ਼ੇਸ਼ਾਲ ਬੇਗ ਅਤੇ ਵਿਸ਼ਾਲ ਬੇਗ ਦਾ ਮੁਕੱਦਮਾ ਕਚਹਿਰੀ ਵਿੱਚ ਪੇਸ਼ ਸੀ। ਉਹਨਾਂ ਦੋਹਾਂ ਨੇ ਨੀਹਾਂ ਵਿੱਚ ਚਿਣਨ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਬੱਚੇ ਉਹਨਾਂ ਦੇ ਹਵਾਲੇ ਕੀਤੇ ਗਏ। ਦੀਵਾਰ ਵਿੱਚ ਚਿਣਨਾ ਉਹਨਾਂ ਆਰੰਭ ਕਰ ਦਿੱਤਾ, ਪਰ ਧੰਨ ਹਨ ਦਸ਼ਮੇਸ਼ ਪਿਤਾ ਦੇ ਪੁੱਤਰ ਦੇ ਜਿਗਰ ਦੇ ਟੋਟੇ ਕਿ ਉਹ ਹੱਸੂ ਹੱਸੂ ਧਰਮ ਤੋਂ ਵਾਰਨੇ ਜਾ ਰਹੇ ਸਨ। ਹਰ ਲੱਗਦੀ ਇੱਟ ਨਾਲ ਉਹਨਾਂ ਨੂੰ ਧਰਮ ਤਿਆਗਣ ਲਈ ਕਿਹਾ ਜਾਂਦਾ ਤਾਂ ਉਹ ਇੱਕ ਦੂਜੇ ਨੂੰ ਇਹ ਕਹਿੰਦੇ ਕਿ ਐਸੇ ਕਰਨ ਨਾਲ 10 ਪਾਤਸ਼ਾਹੀ ਹੋਵੇ ਹਾਨ, ਸੀਸ ਜੂ ਦੇਨੇ ਹੈ ਸਹੀ, ਏਨ ਨਾ ਮਾਨੋ ਬਾਤ, ਧਰਮ ਜਾਏ ਤਬ ਕੌਣ ਗਤ, ਇਹ ਪ੍ਰਗਟ ਵਿਖਿਆਤ। ਅਨੇਕਾਂ ਕਸ਼ਟ ਉਹਨਾਂ ਨਿੱਕੀਆਂ ਜਿੰਦੀਆਂ ਨੇ ਝੱਲੇ। ਕਈ ਲਾਲਚ ਵੀ ਦਿੱਤੇ ਗਏ, ਪਰ ਅਡੋਲ ਰਹੇ। ਗਿਆਨੀ ਗਿਆਨ ਸਿੰਘ ਦੇ ਕਥਨ ਅਨੁਸਾਰ ਨੀਹਾਂ ਵਿੱਚ ਚਿਣੇ ਜਾ ਰਹੇ ਕਲਗੀ ਵਾਲੇ ਦੇ ਸਾਹਿਬਜ਼ਾਦੇ ਇਹ ਹੀ ਗੱਲਾਂ ਕਰ ਰਹੇ ਸਨ ਕਿ ਉਹ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਹਨ, ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ, ਗੁਰੂ ਅਰਜਨ ਜੀ ਦੀ ਸੰਤਾਨ ਹਨ। ਦੀਵਾਰਾਂ ਜਦ ਛਾਤੀਆਂ ਤੱਕ ਪੁੱਜ ਗਈਆਂ ਤਾਂ ਦੋਵੇਂ ਸਾਹਿਬਜ਼ਾਦੇ ਬੇਹੋਸ਼ ਹੋ ਗਏ ਅਤੇ ਦੀਵਾਰ ਡਿੱਗ ਪਈ। ਮਾਸੂਮ ਬੱਚਿਆਂ ਨੂੰ ਫਿਰ ਠੰਡੇ ਬੁਰਜ ਭੇਜ ਦਿੱਤਾ ਗਿਆ। ਰਾਤ ਨੂੰ ਤਿਉੜ, ਮਮੀਰਾ ਅਤੇ ਕਸਤੂਰੀ ਗਰਮ ਵਸਤੂਆਂ ਖਵਾਈਆਂ ਗਈਆਂ। ਤਲੀਆਂ ਹੇਠ ਮਾਲਿਸ਼ ਵੀ ਕੀਤੀ ਗਈ। ਜਦ ਉਹ ਹੋਸ਼ ਵਿੱਚ ਆਏ ਤਾਂ ਫਿਰ ਲਾਲਚ ਤੇ ਡਰ ਦਿੱਤੇ ਗਏ, ਪਰ ਪਹਾੜਾਂ ਨੇ ਵੀ ਕਦੇ ਝੁਕਣਾ ਸਿੱਖਿਆ ਹੈ। ਅਗਲੇ ਦਿਨ 27 ਦਸੰਬਰ
1704 ਨੂੰ ਨੀਹਾਂ ਵਿੱਚ ਹੀ ਚਿਣ ਸ਼ਹੀਦ ਕਰ ਦਿੱਤਾ ਗਿਆ। ਗੁਰਬਿਲਾਸ ਪਾਤਸ਼ਾਹੀ 10ਵੀਂ ਵਿੱਚ ਪੂਰਾ ਵਿਸਥਾਰ ਭਾਈ ਕੋਇਰ ਸਿੰਘ ਨੇ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਸੀਹੇ ਬੜੇ ਦਿੱਤੇ ਗਏ, ਪਰ ਉਹਨਾਂ ਦੇ ਮੁਖੋਂ ਸੀ ਤੱਕ ਨਾ ਉਚਰੀ। ਵਾਹਿਗੁਰੂ ਦਾ ਭਾਣਾ ਜਾਣ ਸਿਰ ਤੇ ਝੱਲਦੇ ਰਹੇ, ਨੀਹਾਂ ਵਿੱਚ ਹੀ ਸ਼ਹੀਦ ਕਰ ਦਿੱਤੇ ਗਏ। ਦੀਵਾਰ ਗਿਰ ਗਈ ਅਤੇ ਬੱਚਿਆਂ ਦੀਆਂ ਪਾਵਲ ਲੋਥਾਂ ਉੱਥੇ ਹੀ ਪਈਆਂ ਰਹੀਆਂ। ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ। ਲੋਕੀ ਘਰ ਛੱਡ ਬਾਹਰ ਨਿਕਲ ਆਏ। ਮਾਤਾ ਗੁਜਰੀ ਜੀ ਨੇ ਇਹ ਸਾਕਾ ਸੁਣ ਕੇ ਪ੍ਰਾਣ ਚੜ੍ਹਾ ਲਏ, ਅਟਲ ਸਮਾਧੀ ਵਿੱਚ ਚਲੇ ਗਏ। ਸੰਸਕਾਰ ਲਈ ਥਾਂ ਮੋਹਰਾਂ ਵਿਛਾ ਕੇ ਟੋਡਰ ਮੱਲ ਜੋਹਰੀ ਨੇ ਪ੍ਰਾਪਤ ਕੀਤੀ ਅਤੇ 27 ਦਸੰਬਰ ਦੀ ਸ਼ਾਮ ਨੂੰ ਸੰਸਕਾਰ ਤਿੰਨਾਂ ਦਾ ਇਕੱਠਾ ਹੀ ਕੀਤਾ ਗਿਆ। ਅੱਜ ਵੀ ਜੋਤੀ ਸਰੂਪ ਦੇ ਪਾਵਨ ਸਥਾਨ ਫਤਿਹਗੜ੍ਹ ਸਾਹਿਬ ਇੱਕ ਨਿਰਾਲਾ ਕੌਤਕ ਦੇਖਣ ਨੂੰ ਮਿਲ ਰਿਹਾ ਹੈ। ਜਦ ਸਮਾਧੀਆਂ ਬਣਾਈਆਂ ਗਈਆਂ ਤਾਂ ਸਿਆਣੇ ਸੂਝ ਵਾਲੇ ਸਿੰਘਾਂ ਨੇ ਵੱਖ-ਵੱਖ ਬਣਾਈਆਂ। ਸਾਹਿਬਜ਼ਾਦਿਆਂ ਦੀਆਂ ਤਾਂ ਅੰਦਰ ਬਣਾਈਆਂ ਗਈਆਂ, ਪਰ ਮਾਤਾ ਜੀ ਦੀ ਬਾਹਰ ਦਹਿਲੀਜ਼ ਤੇ, ਇਹ ਦਰਸਾਉਣ ਲਈ ਕਿ ਅੱਜ ਵੀ ਮਾਤਾ ਗੁਜਰੀ ਦਹਿਲੀਜ਼ ਤੇ ਬੈਠ ਕੇ ਪੋਤਰਿਆਂ ਦੀ ਰੱਖਿਆ ਕਰ ਰਹੀ ਹੈ। ਬਾਬਾ ਜ਼ੋਰਾਵਰ ਸਿੰਘ ਜੀ ਸ਼ਹੀਦੀ ਸਮੇਂ ਉਮਰ 7 ਸਾਲ 11 ਮਹੀਨੇ 8 ਦਿਨ ਸੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਕੇਵਲ 5 ਸਾਲ 10 ਮਹੀਨੇ ਅਤੇ 10 ਦਿਨ ਸੀ। ਇਹਨਾਂ ਸ਼ਹਾਦਤਾਂ ਦਾ ਪ੍ਰਭਾਵ ਇਹ ਪਿਆ ਕਿ ਚਾਰੇ ਪਾਸੇ ਹਾਹਾਕਾਰ ਮਚ ਗਈ। ਲੋਕੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਣਖੀਲੇ ਜੀਵਨ ਨਾਲੋਂ ਸਾਹਿਬਜ਼ਾਦਿਆਂ ਵਾਂਗ ਜੂਝ ਮਰਨਾ ਹੀ ਜ਼ਿੰਦਗੀ ਹੈ। ਜਿਸ ਸਾਕੇ ਨੇ ਬਾਬਾ ਬੰਦਾ ਸਿੰਘ ਜੀ ਨੂੰ ਪਿੱਛੋਂ ਬਹੁਤ ਟੁੰਬਿਆ, ਉਹ ਸਰਹਿੰਦ ਦਾ ਹੀ ਸਾਕਾ ਸੀ। ਗੁਰੂ ਗੋਬਿੰਦ ਸਿੰਘ ਦੇ 2 ਕਾਰਨਾਮਿਆਂ ਨੂੰ ਲੋਕੀ ਗੁਰੂ ਦੀ ਕਰਾਮਾਤ ਹੀ ਕਹਿ ਦਿੰਦੇ ਸਨ, ਪਰ ਜਦ ਇਹਨਾਂ ਦੀ ਸ਼ੋਅ ਪੰਜਾਬ, ਰਾਜਪੂਤਾਂ ਅਤੇ ਹੋਰ ਇਲਾਕਿਆਂ ਵਿੱਚ ਪੁੱਜੀ ਤਾਂ ਭਾਂਬੜ ਹੀ ਮਚ ਉੱਠਿਆ। ਐਸੀ ਜੁਆਲਾ ਭੜਕੀ ਕਿ ਜ਼ੁਲਮੀ ਰਾਜ ਹੀ ਖਤਮ ਹੋ ਗਿਆ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ, ਜਲਾਦ ਇੱਟਾਂ ਲਗਾਉਂਦੇ ਸਨ ਤਾਂ ਬਾਲਕ ਸਗੋਂ ਇਹ ਕਹਿੰਦੇ ਸਨ ਕਿ ਛੇਤੀ-ਛੇਤੀ ਜ਼ੁਲਮੀ ਰਾਜ ਦੀ ਜੜ ਕੱਟ। ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਇਹ ਸਾਰਾ ਸਾਕਾ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਨੂੰ ਪੁੱਟ ਕੇ ਫਰਮਾਇਆ ਸੀ, ਹੁਣ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ। ਮੈਥਿਲੀ ਸ਼ਰਨ ਗੁਪਤ ਨੇ ਆਪਣੇ ਮਹਾਕਾਵ ਭਾਰਤ ਭਾਰਤੀ ਵਿੱਚ ਕੈਸਾ ਖੂਬਸੂਰਤ ਲਿਖਿਆ ਹੈ, ਜਿਸ ਕੁਲ ਕੌਮ ਜਾਤ ਕੇ ਬੱਚੇ ਦੇ ਸਕਤੇ यूं बलिदान, उसका वर्तमान कुछ भी हो भविष्य है महामहान। ਅੱਜ ਅਸੀਂ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਕਿਤਾਬ ਦੇ 229 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।